ਹਫ਼ਤਾਵਾਰੀ ਪ੍ਰਾਈਮ ਫੋਕਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇੱਕ ਹਫ਼ਤੇ ਦੇ ਵਿੱਚ ਸਾਨੂੰ ਮੌਕਾ ਮਿਲਦਾ ਕੈਨੇਡਾ ਜਾਣ ਦਾ, ਕੈਨੇਡਾ ਦੀਆਂ ਗੱਲਾਂ ਬਾਤਾਂ ਸੁਣਨ ਦਾ, ਕਿਉਂਕਿ ਭਰਾ ਮੇਰਾ ਇੱਥੇ ਜਮਾਂ ਮੇਰੇ ਨਾਲ ਖੱਬੇ ਹੱਥ ਬੈਠਾ ਹੁੰਦਾ ਸੀ। ਪਰ ਹੁਣ ਜਦੋਂ ਤੁਸੀਂ ਟੀਵੀ ਸਕਰੀਨ 'ਤੇ ਸਾਨੂੰ ਦੇਖਦੇ ਹੋ ਤਾਂ ਸਾਡੇ ਵਿੱਚ ਇੱਕ ਸਕਰੀਨ ਦੇ ਵਿੱਚ ਕੰਧ ਬਣਾ ਦਿੱਤੀ ਗਈ ਹੈ, ਡਿਜੀਟਲ ਕੰਧ। ਜਿੱਦਾਂ ਮੋਦੀ ਸਾਹਿਬ ਕਹਿੰਦੇ ਨਾ ਸਾਰੇ ਪਾਸੇ ਡਿਜੀਟਾਈਜੇਸ਼ਨ ਹੋ ਰਹੀ ਹੈ, ਉਸ ਹਿਸਾਬ ਦੀ ਇੱਕ ਡਿਜੀਟਲ ਕੰਧ ਬਣ ਗਈ ਹੈ। ਚਲੋ ਕੰਧ ਓਲੇ ਫਿਰ ਵੀ ਬੰਦਾ ਨੇੜੇ ਲੱਗਦਾ, ਵੈਸੇ ਤਾਂ 7 ਸਮੁੰਦਰੋਂ ਪਾਰ ਬੈਠਾ। ਅੱਜ ਗੱਲਾਂ ਬਾਤਾਂ ਫਿਰ ਆਪਾਂ ਉਹਨਾਂ ਦੇ ਨਾਲ ਰਲ ਮਿਲ ਕੇ ਕਰਾਂਗੇ ਅਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਜੋ ਪਿਛਲੇ ਸਮੇਂ 'ਚ ਹੁਣ ਤੱਕ ਹੋਇਆ ਉਹ ਇੱਕ ਵਾਰ ਫਿਰ ਆਪ ਜੀ ਨੂੰ ਚੇਤਾ ਕਰਵਾ ਦਈਏ। ਕੋਈ ਸੱਜਾ ਖੱਬਾ ਪੱਖ ਜਿਹੜਾ ਨਾ ਆਪ ਜੀ ਨੇ ਸੁਣਿਆ ਜਾਣਿਆ ਹੋਵੇ ਉਹ ਵੀ ਦੱਸ ਦਈਏ। ਅਤੇ ਵਾਟ ਸਾਹਿਬ ਕੀ ਹਾਲ ਚਾਲ ਨੇ? ਐਨ ਬੱਲੇ ਬੱਲੇ ਹੋਈ ਪਈ ਆ ਗੁਰਪ੍ਰੀਤ ਭਾਜੀ। ਇਸ ਵੇਲੇ ਜਦੋਂ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਤਾਂ ਫਿਰ ਆਨੰਦ ਆ ਜਾਂਦਾ। ਮੈਂ ਇੱਕ ਗੱਲ ਤੁਹਾਡੇ ਨਾਲ ਇੱਥੇ ਕਰਨੀ ਸੀ ਕਿ ਜਦੋਂ ਘਰ ਦੇ ਵਿੱਚ ਨਾ ਨਿੱਕੇ ਨਿਆਣੇ ਦਾ ਵਿਆਹ ਧਰ ਲਈਏ, ਉਦੋਂ ਫਿਰ ਫੌਜ ਦੇ ਵਿੱਚ ਜਿਹੜਾ ਤਾਇਆ ਹੁੰਦਾ, ਜੇ ਕਿਤੇ ਉਹਨੂੰ ਛੁੱਟੀ ਮਿਲ ਜਾਵੇ ਐਨ ਟਿਕਾਣੇ 'ਤੇ ਬਰਾਤੋਂ ਪਹਿਲਾਂ ਪਹੁੰਚ ਜਾਵੇ ਤਾਂ ਉਹਦੇ ਨਾਲ ਦੀ ਖੁਸ਼ੀ ਕੋਈ ਨਹੀਂ ਹੁੰਦੀ। ਅੱਜ ਕਿਉਂਕਿ ਪ੍ਰਾਈਮ ਫੋਕਸ ਦਾ 900ਵਾਂ ਐਪੀਸੋਡ ਹੈ ਅਤੇ ਤਾਏ ਦੇ ਰੂਪ ਦੇ ਵਿੱਚ, ਫੌਜੀ ਤਾਏ ਦੇ ਰੂਪ 'ਚ ਗੁਰਪ੍ਰੀਤ ਸੰਧਾਵਾਲੀਆ ਜਦੋਂ ਨਾਲ ਜੁੜਿਆ ਹੋਵੇ ਫਿਰ ਤਾਂ ਚੰਗਾ ਹੀ ਆ ਨਾ। ਮੇਰੀ ਤਾਂ ਮੁਸ਼ਕਿਲ ਇਹ ਆ ਬਾਟ ਸਾਹਿਬ ਕਿ ਪ੍ਰੋਗਰਾਮ ਮੈਂ ਸ਼ੁਰੂ ਕਰ ਲੈਣਾ ਤੇ ਮੁੜ ਕੇ ਬਣ ਮੈਂ ਇੱਦਾਂ ਦਾ ਚਾਚਾ ਤਾਇਆ ਜਾਂਦਾ। ਪਹਿਲਾਂ ਮੈਨੂੰ ਮਤਲਬ ਐਜ਼ ਏ ਪਿਓ ਐਂਟਰੀ ਹੁੰਦੀ ਆ, ਭਾਵੇਂ ਚਾਹੀ ਦੇ ਵਿਚਾਰ ਦੀ ਗੱਲ ਕਰ ਲਈਏ, ਭਾਵੇਂ ਫੋਕਸ ਦੀ ਗੱਲ ਕਰ ਲਈਏ, ਭਾਵੇਂ ਹੋਰਨਾਂ ਪ੍ਰੋਗਰਾਮਾਂ ਦੀ ਗੱਲ ਕਰ ਲਈਏ, ਅਤੇ ਬਾਅਦ 'ਚ ਮੈਨੂੰ ਤਾਇਆ ਬਣਾਉਂਦੇ। ਚਲੋ ਇੰਨਾ ਹੀ ਬੜਾ ਵੀ ਭਾਵੇਂ ਕਹਿ ਲਓ ਸੁਭਾਵਕ ਹੀ ਸਹੀ ਜਾਂ ਕਹਿ ਲਓ ਕਿ ਵੀ ਕਿਸਮਤ ਦੇ ਨਾਲ ਹੀ ਸਹੀ ਕਿ 900ਵੇਂ ਐਪੀਸੋਡ ਦੇ ਵਿੱਚ ਫਿਰ ਉਸੇ ਪ੍ਰੋਗਰਾਮ 'ਚ ਭਾਵੇਂ ਹੁਣ ਕਹਿ ਲਓ ਕਿ ਪਿਓ ਵਰਗਾ ਤਾਇਆ ਬਣ ਕੇ ਮੈਂ ਹਾਜ਼ਰ ਹੋ ਗਿਆ ਸਹੀ ਜੀ। ਨਹੀਂ ਦੇਖੋ, ਗੱਲ ਇਹ ਆ ਨਾ ਕਿ ਜਿਹੜਾ ਬੰਦਾ ਹੁੰਦਾ ਗੁਰਪ੍ਰੀਤ ਭਾਜੀ ਸਿਆਣਾ, ਉਸ ਬੰਦੇ ਦਾ ਕੰਮ ਹੁੰਦਾ ਕਿ ਜਦੋਂ ਉਹਨੇ ਦੇਖਣਾ ਕਿ ਟੱਬਰ ਵੱਡਾ, ਆਹ 4 ਖੇਤਾਂ ਦੇ ਵਿੱਚੋਂ ਜਿਹੜੇ ਦਾਣੇ ਨਿਕਲਣੇ ਆ ਇਹਨਾਂ ਦੇ ਨਾਲ ਢਿੱਡ ਨਹੀਂ ਭਰਨਾ, ਕਿਉਂਕਿ ਟੱਬਰ ਦੇ ਵੀ ਗਾਹਾਂ ਨਿੱਕੇ ਨਿਆਣੇ ਹੋਣੇ ਆ, ਟੱਬਰ ਹੋਰ ਵਧਣਾ। ਉਹਦਾ ਕੰਮ ਹੁੰਦਾ ਕਿ ਭਾਈ ਇੱਥੋਂ ਵੀ ਆ ਨਿਆਈ ਵਾਲਾ ਖੇਤ ਕਿਸੇ ਦਾ ਲੈ ਲਿਆ, ਮੁੜ ਕੇ 2 ਕਨਾਲ ਉੱਧਰ ਲੈ ਲੈ, ਉਹਦੇ ਫਿਰ ਜਿਹੜੇ ਆ ਉਹ ਠੇਕੇ 'ਤੇ ਲੈ ਲੈ। ਉਹਨੇ ਕਹਿਣਾ ਕਿ ਆਹ ਖੇਤ ਮੈਂ ਪੱਧਰਾ ਕਰਤਾ ਹੀ, ਬਟਾਂ ਪਾਤੀਆਂ, ਪਾਣੀ ਲਾਤਾ, ਬੱਤਰ ਆ ਗਿਆ, ਫਸਲ ਬੀਜਤੀ ਆ, ਆਹ ਹੁਣ ਭਾਈ ਅੱਗੇ ਤੁਸੀਂ ਵੱਢਣ ਤੱਕ ਸਾਂਭੋ, ਉਦੋਂ ਤੱਕ ਵਾਢੀ ਤੱਕ ਮੈਂ ਆ ਜਾਊਂਗਾ, ਮੈਂ ਕਿਤੇ ਹੋਰ ਪਾਸੇ ਹੱਥ ਪੱਲਾ ਮਾਰਦਾ। ਸਿਆਣੇ ਬੰਦੇ ਦਾ ਕੰਮ ਤਾਂ ਇਹੀ ਹੁੰਦਾ ਹੈ। ਬਾਕੀ ਹੁਣ ਤੁਸੀਂ ਆਪ ਸਿਆਣੇ ਆ। ਨਹੀਂ ਬਿਲਕੁਲ ਠੀਕ ਹੈ, ਗੱਲ ਤਾਂ ਇੱਦਾਂ ਹੀ ਆ। ਹੁਣ ਦੇਖੋ ਉਹ ਵਿੱਚੋਂ ਜੋ ਬ੍ਰੇਕ ਲੈ ਕੇ ਪ੍ਰਾਈਮ ਹਾਸੀਆਂ ਵੀ ਗੇਅਰ ਪਾਉਣਾ ਪਿਆ ਸੀ ਅਤੇ ਚਲੋ ਹੁਣ ਉਹ ਸਹੀ ਚੱਲ ਪਿਆ ਕੰਮ। ਉਹ ਮੰਗ ਸ਼ਰਮਾ ਹੋਰੀ ਅਤੇ ਨਾਲ ਮੈਡਮ ਨੀਲਮ ਕੁਈਨ ਹੋਰੀ ਉਹ ਦੱਬੀ ਆਉਂਦੇ ਆ ਕਿੱਲੀ, ਇਸ ਕਰਕੇ ਥੋੜ੍ਹਾ ਜਿਹਾ ਉੱਧਰੋਂ ਮੇਰਾ ਸਾਹ ਸੌਖਾ ਹੋ ਗਿਆ। ਪਰ ਨਾਲ ਹੀ ਹੁਣ ਅਮਨ ਭਾਈ ਨੇ ਹੋਰ ਆਰਡਰ ਲਾ ਦਿੱਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੁਝ ਕਹਿ ਲਓ ਕਿ ਸ਼ਾਰਟ ਮੂਵੀਜ਼ ਜਾਂ ਇੱਕ ਵੈੱਬ ਸੀਰੀਜ਼ ਦਾ ਜਿਹੜਾ ਜ਼ਮਾਨਾ ਅੱਜ ਕੱਲ੍ਹ ਚੱਲਦਾ, ਸ਼ਾਇਦ ਉਹ ਵੀ ਆਪਾਂ ਪ੍ਰਾਈਮ ਏਸ਼ੀਆ TV ਦੇ ਉੱਪਰ ਦੇਖੀਏ, ਸੁਣੀਏ, ਵੇਖੀਏ। ਚਲੋ ਪਰਮਾਤਮਾ ਕਰੇ। ਅਤੇ ਬਾਕੀ ਆਪਣੇ ਚਾਹਣ ਵਾਲਿਆਂ ਦਾ ਪਰਿਵਾਰ ਵੀ ਹੁਣ 1 ਮਿਲੀਅਨ ਤੋਂ ਉੱਪਰ ਹੋ ਗਿਆ, ਇਸ ਕਰਕੇ ਹੁਣ ਥੋੜ੍ਹਾ ਜਿਹਾ ਹੌਸਲਾ ਹੁੰਦਾ ਕਿ ਨਹੀਂ ਟੱਬਰ ਬਥੇਰਾ ਵੱਡਾ, ਜੇ ਮਾੜਾ ਮੋੜ ਕੇ ਤੇ ਊਚ ਨੀਚ ਹੋ ਵੀ ਗਈ ਤਾਂ ਸਾਂਭ ਲਾਂਗੇ। ਨਹੀਂ ਊਚ ਨੀਚ ਅਗਲਿਆਂ ਨੇ ਹੋਣ ਹੀ ਨਹੀਂ ਦੇਣੀ, ਕਿਉਂਕਿ ਗਾਹ ਪਾਉਂਦੇ ਅਗਲੇ। ਹੁਣ ਸੰਧਾਵਾਲੀਆ ਸਾਹਿਬ ਇੱਥੇ ਨਾ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਜਿਹੜੀ ਊਚ ਨੀਚ ਵਾਲਾ ਮਸਲਾ ਨਾ, ਆਪਣੇ ਨਾਲ ਊਚ ਨੀਚ ਕਾਹਦੀ ਹੋਣੀ ਹੈ। ਮਸਲਾ ਵਿਚਾਰਨ ਵਾਲਾ। 900 ਐਪੀਸੋਡ ਹੋ ਗਏ ਆ, ਅੰਗ ਸੰਗ ਰਹਿ ਰੂ ਕੇ ਕੰਮਕਾਰ ਅਗਲੇ ਪਾਸੇ ਨੂੰ ਚੱਲਿਆ। ਕਿੰਨਾ ਪ੍ਰਾਈਮ ਏਸ਼ੀਆ TV ਦੇ ਦਰਸ਼ਕਾਂ ਦੇ ਪਿਆਰ ਦਿੱਤਾ ਕਿ ਭਾਈ ਕਦੇ ਕਦੇ ਹਲੂਣਾ ਵੀ ਦਿੱਤਾ ਕਿ ਭਾਈ ਐਂ ਨਹੀਂ ਐਂ ਕਰਨਾ। ਹੁਣ ਪਿਛਲੇ ਦਿਨੀ ਦੇਖੋ ਸਵਾਲ ਤਾਂ ਪੈਦਾ ਹੁੰਦਾ ਨਾ, ਆਪਾਂ ਹਰ ਵਾਰੀ ਕਹਿੰਦੇ ਹੁੰਦੇ ਹਾਂ ਕਿ ਭਾਈ ਚੰਗੇ ਬਣੋ, ਚੰਗੇ ਕੰਮ ਕਰੋ, ਤੁਸੀਂ ਐਂ ਨਾ ਕਰਿਆ ਕਰੋ, ਨਸੀਹਤਾਂ ਆਪਾਂ ਬਹੁਤ ਦਿੰਦੇ ਹਾਂ। ਪਰ ਹੁਣ ਇੱਕ ਸਵਾਲ ਆਪਣੇ ਮੀਡੀਆ ਵਾਲਿਆਂ ਦੇ ਉੱਤੇ ਆ ਕੇ ਖੜਾ ਹੋਇਆ, ਕਿਉਂਕਿ ਪਿਛਲੇ ਦਿਨੀ ਜਦੋਂ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਸਪੋਕਸ ਪਰਸਨ ਸੀ ਉਹਦੀ ਮੌਤ ਹੋਈ ਹੈ, ਅਤੇ ਮੌਤ ਉਦੋਂ ਹੋਈ ਹੈ ਜਦੋਂ ਉਹ ਇੱਕ TV ਡਿਬੇਟ ਦੇ ਵਿੱਚ ਹਿੱਸਾ ਲੈ ਕੇ ਅਜੇ ਹਟਿਆ ਹੀ ਸੀ, ਹਾਰਟ ਅਟੈਕ ਹੋ ਗਿਆ। ਹੁਣ ਉਹਦੀ ਪਤਨੀ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਭਾਈ ਦੇਖੋ ਉਹ ਜਿਹੜੀ ਡਿਬੇਟ ਹੋਈ ਹੈ ਉਹਦੇ ਵਿੱਚ ਬੁਰਾ ਭਲਾ ਕਿਹਾ ਗਿਆ, ਆਹ ਕੁਝ ਕਿਹਾ ਗਿਆ। ਹੁਣ ਸੰਧਾਵਾਲੀਆ ਸਾਹਿਬ ਇੱਕ ਗੱਲ ਤਾਂ ਮੰਨਣੀ ਪਊ ਨਾ ਕਿ ਜੇ ਆਪਾਂ ਪਿਛਲੇ 5-7 ਸਾਲਾਂ ਦਾ ਲੇਖਾ ਜੋਖਾ ਕਰੀਏ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਨਾ ਆਪਣੇ ਆਪ ਨੂੰ ਚੰਗਾ ਕਹਿੰਦੇ ਆ, ਪਰ ਜ਼ਿੰਮੇਵਾਰੀਆਂ ਤਾਂ ਕਿਤੇ ਨਾ ਕਿਤੇ ਆਪਣੇ ਭਾਈਚਾਰੇ ਨੇ ਵੀ ਪੂਰੀਆਂ ਨਹੀਂ ਨਾ ਨਿਭਾਈਆਂ। ਹੁਣ ਕਈ ਤਾਂ ਇੱਦਾਂ ਦਾ ਵੀ ਹੋ ਜਾਂਦਾ ਕਿ ਕਈ ਜਿਹੜੇ ਐਂਕਰ ਸਾਹਿਬ ਹੁੰਦੇ ਆ, ਉਹ ਐਂ ਲੱਗਦਾ ਹੁੰਦਾ ਜਿੱਦਾਂ ਕੋਈ ਗੁਆਂਢਣ ਚਾਚੀ ਤਾਈ ਘਰ ਦੇ ਵਿੱਚ ਲੜਾਈ ਪਾਉਣ ਆਈ ਹੁੰਦੀ ਹੈ। ਉਹਦਾ ਕੰਮ ਹੀ ਇਹ ਹੁੰਦਾ ਸੱਸ ਨੂੰ, ਹਾਂ ਨਹੁੰ ਤੇਰੀ ਤਾਂ ਕੱਲ੍ਹ ਉਹਦੇ ਕੋਲੇ ਖੜੀ ਸੀ, ਮੈਨੂੰ ਲੱਗਦਾ ਸੀ ਤੇਰੀ ਚੁਗਲੀ ਕਰਦੀ ਹੋਣੀ ਹੈ। ਨਹੁੰ ਨੂੰ ਕਹੀ ਜਾਣਾ ਸੱਸ ਤੇਰੀ ਤਾਂ ਮੈਨੂੰ ਸ਼ੁਰੂ ਤੋਂ ਹੀ ਕਹੀ ਜਾਂਦੀ ਹੈ, ਇਹ ਨਹੁੰ ਮੇਰੀ ਚੱਜ ਦੀ ਨਹੀਂ ਹੈਗੀ, ਉਹਨੇ ਲੜਾਈ ਪਵਾ ਲੈਣੀ। ਕਿਤੇ ਨਾ ਕਿਤੇ ਉੱਧਰਲੇ ਪਾਸੇ ਵੀ ਟਿੱਪਣੀ ਆਪਾਂ ਕਰੀਏ ਜ਼ਰੂਰ। ਨਹੀਂ ਇਹ ਗੱਲ ਬਿਲਕੁਲ ਬਾਟ ਸਾਹਿਬ ਤੁਹਾਡੀ ਠੀਕ ਆ। ਇਹਦੇ ਪਿੱਛੇ ਕਾਰਨ ਜਿਹੜਾ ਮੋਟਾ ਕਿਉਂਕਿ ਹੁਣ ਜੇ ਭਾਰਤੀ ਮੀਡੀਆ ਦੇ ਹਿਸਾਬ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਜਿੰਨੀ ਕਿ ਮੈਨੂੰ ਸਮਝ ਆਇਆ, ਤਾਂ ਇਹ ਹੈ ਕਿ ਚੀਜ਼ ਚੱਲਦੀ ਆ ਦਿੱਲੀ ਵਾਲੇ ਪਾਸਿਓਂ। ਜਿਵੇਂ ਵੱਡੇ ਜਿਹੜੇ ਮੀਡੀਆ ਹਾਊਸਿਸ ਨੇ ਜਿਹੋ ਜਿਹਾ ਪ੍ਰੋਗਰਾਮ ਉਹ ਸ਼ੁਰੂ ਕਰਦੇ ਆ, ਇਹ ਸਟਾਰਟਿੰਗ ਦੇ ਵਿੱਚ ਡਿਬੇਟ ਵਾਲਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਸੀ ਮੀਡੀਆ ਜਿਹੜੇ ਵੱਡੇ ਬਿਗ ਹਾਊਸਿਸ ਨੇ ਉਹਨਾਂ ਦੇ ਉੱਪਰ,
ਤੇ ਕਿਸੇ ਵੀ ਮੁੱਦੇ ਨੂੰ ਜਾਣ-ਬੁੱਝ ਕੇ, ਯਾਨੀ ਕਿ ਜਿਹੜਾ ਮੁੱਦਾ ਅਜੇ ਬਹੁਤੀ ਚਰਚਾ 'ਚ ਨਹੀਂ ਆ, ਉਹਨੂੰ ਚਰਚਾ 'ਚ ਲਿਆਉਣ ਦੇ ਲਈ ਉਹ ਜਿਹੜਾ ਮੁੱਦਾ ਸੀ ਉਹ 2-4 ਬੰਦੇ ਬਿਠਾ ਕੇ ਤੇ ਉਹਦੇ ਤੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਫਿਰ ਚੁੱਕ ਕੇ ਕੋਈ ਦੂਸਰਾ ਸ਼ੁਰੂ ਕਰਦਾ, ਫਿਰ ਤੀਸਰਾ ਸ਼ੁਰੂ ਕਰਦਾ। ਤੇ ਆਪਣਾ ਜਿਹੜਾ ਖਾਸ ਕਰਕੇ ਪੰਜਾਬੀ ਮੀਡੀਆ, ਉਹਨੇ ਵੀ ਦੇਖਿਆ ਵੀ ਯਾਰ ਇੱਦਾਂ ਜਿਹਦੀ ਪ੍ਰੋਗਰਾਮਿੰਗ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਜਾਂ ਕਹਿ ਲਓ ਪੰਜਾਬੀ ਦੇ ਵਿੱਚ ਚੱਲਦੇ ਚੈਨਲ ਆ, ਉਹਨਾਂ ਦਾ ਵੀ ਜਿਹੜਾ ਮਾਂ ਪਿਓ ਹੈ ਉਹ ਘੁੰਮ ਕੇ ਜਿਹੜੇ ਵੱਡੇ ਬਿਗ ਹਾਊਸਿਸ ਨੇ ਉਹੀ ਨੇ, ਕਿਉਂਕਿ ਉਹਨਾਂ ਦੀਆਂ ਬ੍ਰਾਂਚਾਂ ਨੇ। ਇਸ ਕਰਕੇ ਜਿੱਦਾਂ ਦੀ ਪ੍ਰੋਗਰਾਮਿੰਗ ਉੱਪਰੋਂ ਸੈੱਟ ਹੁੰਦੀ ਹੈ, ਉਸੇ ਤਰ੍ਹਾਂ ਦੀ ਪ੍ਰੋਗਰਾਮਿੰਗ ਜਿਹੜੀ ਆ ਉਹ ਸਟੇਟਸ ਦੇ ਵਿੱਚ ਜਾਂਦੀ ਹੈ। ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਬਾਕੀ ਜਿਹੜੀਆਂ ਲੋਕਲ ਲੈਂਗੁਏਜਸ ਦੇ ਵਿੱਚ ਚੈਨਲ ਨੇ ਉਹਨਾਂ ਦੇ ਵਿੱਚ ਵੀ ਇਹੋ ਕੁਝ ਹੁੰਦਾ। ਪਰ ਪ੍ਰਾਈਮ ਏਸ਼ੀਆ ਟੀਵੀ, ਕਿਉਂਕਿ ਆਪਾਂ ਨੂੰ ਇਹ ਸੀ ਕਿ ਆਪਾਂ ਇਸ ਵਾਲੇ ਪਾਸਿਓਂ ਨਹੀਂ ਆਏ, ਆਪਾਂ ਆਮ ਲੋਕਾਂ ਦੇ ਵਿੱਚੋਂ ਆਏ, ਕਿ ਆਮ ਲੋਕਾਂ ਦੇ ਵਿੱਚ ਬਹਿਸ ਨਹੀਂ ਹੁੰਦੀ, ਗੱਲ ਹੁੰਦੀ ਹੈ। ਸੋ ਉਹਦਾ ਕਰਕੇ ਮੈਨੂੰ ਲੱਗਦਾ ਕਿ ਵੀ ਆਪਾਂ ਇਸ ਚੀਜ਼ ਤੋਂ ਬਚੇ ਹਾਂ ਤੇ ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕੀਤਾ ਆਪਣੇ ਦਰਸ਼ਕਾਂ ਨੇ, ਆਪਣੇ ਪਰਿਵਾਰ ਦੇ ਮੈਂਬਰਾਂ ਨੇ। ਉਹਦੇ ਲਈ ਤੇ ਮੇਰੇ ਖਿਆਲ ਨਾਲ ਆਪਾਂ ਨੂੰ ਆਪਣੇ ਮੋਢੇ ਤੇ ਆਪ ਹੀ ਥਾਪੀ ਦੇ ਲੈਣੀ ਚਾਹੀਦੀ ਹੈ। ਬਾਕੀ ਚਲੋ ਜੇ ਆਪਣੇ ਵੱਲ ਵੇਖ ਕੇ ਕੋਈ 2-4 ਹੋਰ ਬਦਲ ਜਾਣ ਤੇ ਵਧੀਆ ਗੱਲ ਆ। ਨਹੀਂ ਦੇਖੋ, ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਆਪਾਂ ਉਧਰਲੇ ਪਾਸੇ ਨੂੰ ਤੁਰੇ ਨਹੀਂ, ਪਰ ਜਦੋਂ ਉਲਾਂਭਾ ਆਉਂਦਾ ਨਾ ਫਿਰ ਸਾਰਿਆਂ ਨੂੰ ਇਕੱਠਾ ਹੀ ਆਉਂਦਾ ਹੁੰਦਾ। ਇਸ ਕਰਕੇ ਮੈਨੂੰ ਸੀ ਭਲਕ ਨੂੰ ਕੋਈ ਬੰਦਾ ਇਹ ਨਾ ਕਹੇ ਕਿ ਭਾਈ ਤੁਸੀਂ ਬਾਕੀ ਸਾਰਿਆਂ 'ਚ ਨੁਕਸ ਕੱਢਦੇ ਰਹਿੰਦੇ ਆ, ਜਿਹੜਾ ਤੁਹਾਡਾ ਆਪਣਾ ਭਾਈਚਾਰਾ ਉਧਰਲੇ ਪਾਸੇ ਗੱਲ ਨਾ ਕਰੀਏ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਦੋਂ ਡਿਬੇਟ ਕਰਦੇ, ਹੁਣ ਡਿਬੇਟ ਦੇ ਵਿੱਚ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਭਾਈ ਲੋਕ ਜਦੋਂ ਟੀਵੀ ਦੇਖਦੇ ਆ, ਆਪਣੇ ਦਰਸ਼ਕ ਵੀ ਦੇਖਦੇ ਹੋਣਗੇ, ਬਾਕੀ ਚੈਨਲਾਂ ਦੇ ਜੇ ਕਿਤੇ ਸੁੱਚ ਸੱਚ ਨੱਪਦੇ ਆ, ਉਹ ਡਿਬੇਟ ਤਾਂ ਇਦਾਂ ਦੀ ਹੁੰਦੀ ਸਿਰ ਦੁਖਣ ਲੱਗ ਪੈਂਦਾ। ਉਹ ਡਿਬੇਟ ਦੇ ਵਿੱਚ ਤਾਂ ਉਹ ਇੱਕ ਦੂਜੇ ਨੂੰ ਮਾਰਨ ਨੂੰ, ਵੱਢਣ ਨੂੰ, ਟੁੱਕਣ ਨੂੰ ਫਿਰਦੇ ਹੁੰਦੇ। ਇਦਾਂ ਦੀਆਂ ਗੱਲਾਂ ਕਈ ਵਾਰੀ ਕਹਿ ਜਾਂਦੇ ਆ ਨਿੱਜੀ ਤੌਰ ਦੇ ਉੱਤੇ। ਐਂ ਲੱਗਦਾ ਹੁੰਦਾ ਕਿ ਭਾਈ ਭਲਕ ਨੂੰ ਹੋਰ ਸਾਲ 2 ਸਾਲ ਆ, ਸ਼ਾਇਦ ਡਿਬੇਟ ਜਿਹੜੀ ਆ ਨਿੱਕੇ ਨਿਆਣਿਆਂ ਦੇ ਨਾਲ ਬੈਠ ਕੇ ਵੇਖਣ ਵਾਲੀ ਚੀਜ਼ ਹੀ ਨਾ ਰਹੇ। ਉਹਦੇ ਵਿੱਚ ਜਿਸ ਤਰੀਕੇ ਦੀਆਂ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ, ਜੋ ਕੁਝ ਕਿਹਾ ਜਾਂਦਾ। ਇਸ ਕਰਕੇ ਬੜਾ ਜ਼ਰੂਰੀ ਹੈ ਭਾਈ ਕਿ ਜਿੱਥੇ ਕਿਤੇ ਕੋਈ ਇਦਾਂ ਦੀ ਗੱਲ ਹੁੰਦੀ ਆ, ਹੁਣ ਜੇ ਇਸ ਬਹਿਸ ਦੇ ਵਿੱਚੋਂ ਸੰਧਾਲੀਆ ਸਾਹਿਬ, ਜੇ ਇਸ ਡਿਬੇਟ ਦੇ ਵਿੱਚੋਂ ਸਾਨੂੰ ਲੱਗੇ ਕਿ ਧਾਰਮਿਕ ਆਧਾਰ ਦੇ ਉੱਤੇ ਪਾੜਿਆ ਜਾ ਰਿਹਾ, ਜੇ ਸਾਨੂੰ ਇਹ ਲੱਗੇ ਕਿ ਭਾਸ਼ਾ ਦੇ ਆਧਾਰ ਤੇ ਪਾੜਿਆ ਜਾ ਰਿਹਾ, ਜੇ ਇਹ ਲੱਗੇ ਕਿ ਸਿਰਫ TRP ਵਧਾਉਣ ਦੇ ਲਈ ਇਦਾਂ ਦੀਆਂ ਚਲਾਮੀਆਂ ਚੱਕਮੀਆਂ ਗੱਲਾਂ ਕੀਤੀਆਂ ਜਾ ਰਹੀਆਂ, ਤਾਂ ਲਾਹਾ ਕੋਈ ਨਹੀਂ ਹੈਗਾ। ਇਹ ਥੋੜ੍ਹਾ ਜਿਹਾ ਗਲਤ ਪਾਸੇ ਨੂੰ ਕੰਮ ਤੁਰ ਪਿਆ, ਪਰ ਇਹ ਹੈ ਸਾਰਾ ਕੁਝ ਦਰਸ਼ਕਾਂ ਦੇ ਸਿਰ ਦੇ ਉੱਤੇ, ਕਿਉਂਕਿ ਆਪਾਂ ਗੱਲ ਘੁਮਾ ਘਮੂ ਕੇ ਉੱਥੇ ਲਿਆਉਣੀ ਹੈ ਕਿ ਭਾਈ ਜੇ ਤਾਂ ਉਹ ਪ੍ਰੋਗਰਾਮ ਚੱਲਦਾ, ਜੇ ਲੋਕ ਇਦਾਂ ਦੀਆਂ ਗੱਲਾਂ ਦੇਖਦੇ ਆ ਜਿਹਦੇ ਵਿੱਚ ਦੂਜਾ ਬੋਲਣ ਹੀ ਨਹੀਂ ਦਿੰਦਾ, ਵਿੱਚੇ ਬੋਲਣਾ ਪੈਂਦਾ, ਪਹਿਲੇ ਮੇਰੀ ਬਾਤ ਸੁਣੋ, ਪਹਿਲੇ ਮੇਰੀ ਬਾਤ ਸੁਣੋ, ਮੈਂ ਆਪਕੀ ਬਾਤ ਨਹੀਂ ਸੁਣੂੰਗਾ, ਜੇ ਤਾਂ ਇਹਨਾਂ ਗੱਲਾਂ ਨੂੰ ਅਸੀਂ ਚਸਕੇ ਲੈ ਕੇ ਪਸੰਦ ਕਰਦੇ ਹਾਂ, ਅਗਲਿਆਂ ਨੇ ਕਿੱਲੀ ਨੱਪੀ ਜਾਣੀ ਆ, ਤਾਂ ਜੇ ਤੁਸੀਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਰਥਕ ਨਹੀਂ ਹੈਗੀਆਂ ਦੇਖਣੋਂ ਹਟ ਜਾਓਗੇ, ਉਹਨਾਂ ਨੇ ਵੀ ਝੱਟ ਬੰਦ ਕਰ ਦੇਣੀ ਆ, ਕਿਉਂਕਿ ਮਸਲਾ ਤਾਂ ਸਾਰਾ TRP ਦਾ ਹੀ ਆ ਨਾ। ਨਹੀਂ, ਇਹ ਤਾਂ ਗੱਲ ਹੈਗੀ ਆ, ਬਾਟ ਸਾਹਿਬ ਤੁਹਾਡੀ ਸਹੀ ਆ। ਪਰ ਇਹਦੇ ਜਿਹੜਾ ਦੂਸਰਾ ਐਂਗਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਵੀ ਉਹਨਾਂ ਦੀ ਜ਼ਰੂਰਤ ਆ ਮੁੱਦੇ ਨੂੰ ਸਾਹਮਣੇ ਲੈ ਕੇ ਆਉਣਾ। ਇਸ ਕਰਕੇ ਪਿੱਛੋਂ ਇਹ ਜਾਣਬੁੱਝ ਕੇ ਵੀ ਕਈ ਵਾਰ ਕਿਹਾ ਜਾਂਦਾ ਕਿ ਵੀ ਆਹ ਫਲਾਨੀ ਗੱਲ ਦੇ ਉੱਪਰ ਡਿਬੇਟ ਕਰਨੀ ਆ, ਕਿਉਂਕਿ ਇਸ ਚੀਜ਼ ਤੇ ਡਿਬੇਟ ਹੋ ਨਹੀਂ ਰਹੀ, ਇਸ ਕਰਕੇ ਡਿਬੇਟ ਜਿਹੜੀ ਆ ਉਹ ਮੀਡੀਆ ਵੱਲੋਂ ਸ਼ੁਰੂ ਕਰੋ ਤਾਂ ਜੋ ਲੋਕਾਂ 'ਚ ਜਾਵੇ। ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜਾ ਤੌਰ ਤਰੀਕਾ ਅਪਣਾਇਆ ਜਾਂਦਾ, ਉਹ ਤੁਸੀਂ ਤਾਂ ਮੈਂ ਨਾ 5 ਮਿੰਟ, ਮੈਂ ਨਾ 1 ਮਿੰਟ ਵੀ ਨਹੀਂ ਦੇਖਿਆ ਜਾ ਸਕਦਾ ਇਸ ਹਿਸਾਬ ਦਾ ਉਹ ਗੱਲਬਾਤ ਆ। ਇੱਕ ਤੁਹਾਨੂੰ ਹੋਰ ਪਰਸਨਲ ਗੱਲ ਦੱਸਦਾ, ਕੁਝ ਕੁ ਬੰਦੇ ਜਿਹੜੇ ਕਿ ਉਹਨਾਂ ਡਿਬੇਟਸ ਦੇ ਵਿੱਚ ਹਿੱਸਾ ਲੈਂਦੇ ਆ, ਉਹਨਾਂ ਬੰਦਿਆਂ ਨੂੰ ਜੇ ਤੁਸੀਂ 1 to 1 ਦੇ ਲਈ ਗੱਲ ਕਰਨੀ ਚਾਹੋ ਨਾ, ਕਿ ਜਿੱਦਾਂ ਸਿੰਗਲ ਬਹਿ ਕੇ ਆਪਾਂ ਦੋਵੇਂ ਭਰਾ ਗੱਲਾਂ ਕਰਦੇ ਵੀ ਇਦਾਂ ਆਪਾਂ ਪਿਆਰ ਨਾਲ ਗੱਲਾਂ ਕਰ ਲਈਏ, ਤੁਸੀਂ ਕਰ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਟੋਨ, ਟੋਨੈਲਿਟੀ, ਕਹਿਣ ਦਾ ਤਰੀਕਾ, ਢੰਗ ਉੱਥੇ ਹੀ ਸੈੱਟ ਹੋ ਗਿਆ ਹੁੰਦਾ ਕਿ ਤੁਸੀਂ ਆਰਾਮ ਨਾਲ ਗੱਲ ਕਰਨੀ, ਅਗਲੇ ਨੇ ਭੜਕ ਜਾਣਾ। ਇਸ ਕਰਕੇ ਉਹ ਜਿਹੜੇ ਬੰਦੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਆ ਨਾ, ਉਹ ਵੀ ਉੱਥੇ ਹੀ ਸੈੱਟ ਹੋ ਗਏ। ਉਹਨਾਂ ਵਾਲਾ ਸਪੀਕਰ ਵੀ ਭਾਈ ਸਾਹਿਬ, ਆਵਾਜ਼ ਵਾਲਾ ਜਿਹੜਾ ਬਟਨ ਹੈ ਨਾ, ਉਹ ਟੁੱਟ ਗਿਆ ਹੁਣ ਉੱਥੇ ਹੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਮੈਂ ਕਿਹਾ ਉਹ ਤਾਂ ਡਾਂਗ ਮਾਰਨ ਨੂੰ ਫਿਰਦੇ ਹੁੰਦੇ, ਉਹਨਾਂ ਤੋਂ ਆਰਾਮ ਨਾਲ ਵੀ ਗੱਲ ਪੁੱਛੋ, ਲੈ ਤੁਸੀਂ ਸਾਨੂੰ ਇਹ ਗੱਲ ਕਹਿ ਕੇ ਦਿੱਤੀ, ਲੈ ਆਹ ਕਿੱਦਾਂ ਹੋ ਗਈ। ਉਹ ਜਾਣੀ ਉਹਨਾਂ ਦੇ ਲਈ ਆਪਣੀ ਪਾਰਟੀ ਦੁੱਧ ਧੋਤੀ ਆ, ਉਹਨਾਂ ਦੇ ਲਈ ਆਪਦੀ ਪਾਰਟੀ ਦੇ ਲੀਡਰ ਦੁੱਧ ਧੋਤੇ ਆ, ਉਹਨਾਂ ਦੇ ਲਈ ਵਿਰੋਧੀ ਪਾਰਟੀ ਦੇ ਲੀਡਰ ਬਿਲਕੁਲ ਮਾੜੇ ਆ, ਉਹ ਸਾਰੇ ਕਰਪਸ਼ਨ ਵਾਲੇ ਆ। ਪਰ ਜਦੋਂ ਤੱਕ ਇਹ ਟ੍ਰੈਂਡ ਸੰਧਾਲੀਆ ਸਭ ਚੱਲਦਾ ਰਹਿਣਾ ਨਾ, ਵਿੱਚ ਵਿਚਾਲੇ ਹਾਲਾਂਕਿ ਦੇਖਣ ਵਾਲਿਆਂ ਨੂੰ ਤਾਂ ਪਤਾ ਕਿ ਆਪਾਂ ਕਿੱਦਾਂ ਕੰਮ ਕਰਦੇ ਆ, ਪਰ ਜਦੋਂ ਟੱਬਰ ਦੀ ਗੱਲ ਆਉਂਦੀ ਹੈ, ਕੁਨਬੇ ਦੀ ਗੱਲ ਆਉਂਦੀ ਹੈ, ਕਿੱਤੇ ਦੀ ਗੱਲ ਆਉਂਦੀ ਹੈ, ਇੱਕ ਫੀਲਡ ਦੀ ਗੱਲ ਆਉਂਦੀ ਹੈ, ਕਿਤੇ ਨਾ ਕਿਤੇ ਅਲਾਂਭਾ ਫਿਰ ਆਪਾਂ ਨੂੰ ਲੈਣਾ ਹੀ ਪੈਂਦਾ। ਭਾਈ ਭੈਣ ਤਾਂ ਫਿਰ ਵੀ ਆਪਣਾ ਹੀ ਆ ਨਾ। ਨਹੀਂ, ਬਿਲਕੁਲ ਸਹੀ ਹੈ। ਚਲੋ ਅਸੀਂ ਤੇ ਹੱਥ ਬੰਨ੍ਹ ਕੇ ਬੇਨਤੀ ਕਰ ਸਕਦੇ ਹਾਂ ਕਿ ਜ਼ਰੂਰ ਆਪਾਂ ਇਸ ਚੀਜ਼ ਦਾ ਖਿਆਲ ਰੱਖੀਏ ਕਿ ਜੇ ਪ੍ਰੋਗਰਾਮ ਕੋਈ ਵੀ ਹੋਵੇ ਤਾਂ ਐਟਲੀਸਟ ਜਿਹੜਾ ਬੰਦਾ ਸਕਰੀਨ ਦੇ ਉਸ ਪਾਰ ਬੈਠਾ ਦੇਖ ਰਿਹਾ, ਉਹਨੂੰ ਇਹ ਨਾ ਲੱਗੇ ਕਿ ਯਾਰ ਇਹ TV ਤੇ ਲੜਦੇ ਆ ਜਾਂ ਘੁਲਦੇ ਆ ਜਾਂ ਕੁਛ ਇਹੋ ਜਿਹੀ ਚੀਜ਼ ਪੇਸ਼ ਕਰਦੇ ਆ ਜਿਹੜੀ ਚੀਜ਼ ਮੇਰੀ ਸਿਹਤ ਤੇ ਅਸਰ ਕਰਦੀ ਆ। ਉਹਦੇ ਨਾਲੋਂ ਚੰਗਾ ਕਿ ਅਗਲੇ ਦੇ ਖਾਨੇ 'ਚ ਗੱਲ ਪਵੇ ਵੀ ਯਾਰ ਪਰਿਵਾਰ 'ਚ ਬੈਠੇ ਗੱਲਾਂ ਚੱਲਦੀਆਂ ਸੀ, ਉੱਥੇ ਆਹ ਗੱਲ ਮੈਨੂੰ ਸਮਝ ਲੱਗ ਗਈ। ਚਲੋ ਆਸ ਹੀ ਕਰ ਸਕਦੇ ਹਾਂ WhatsApp, ਆਪਾਂ ਹੁਣ ਖਬਰਾਂ ਵਾਲੇ ਪਾਸੇ ਵੀ ਮੋੜਾ ਕੱਟਣਾ, ਕਿਉਂਕਿ ਹਫ਼ਤੇ 'ਚ ਕਈ ਕੁਝ ਹੋ ਗਿਆ, ਘਟ ਗਿਆ, ਤੇ ਆਪਾਂ ਸਾਰਾ ਕੁਝ ਵਿਚਾਰਨਾ ਵੀ ਆ। ਇੱਕ ਜਦੋਂ ਤੁਸੀਂ ਮੁੱਦੇ ਦੀ ਗੱਲ ਕਰਦੇ ਹੋ ਤੇ ਕੋਈ ਗੱਲ ਤੁਹਾਡੇ ਨਾਲ ਹੋਰ ਕਰਨੀ ਆ, ਜੇ ਆਗਿਆ ਹੋਵੇ। ਹਾਂਜੀ ਹਾਂਜੀ। ਉਹ ਮੈਨੂੰ ਤਾਂ ਐਂ ਲੱਗਣ ਲੱਗ ਪਿਆ ਸੀ ਪਿਛਲੇ ਦਿਨਾਂ ਜਿਹੜੇ ਪੋਲੀਟੀਕਲ ਲੀਡਰ ਆ ਨਾ, ਪਹਿਲਾਂ ਤਾਂ ਉਹਨਾਂ ਦੀ ਲਿਆਕਤ ਦਾ ਇਹ ਹੁੰਦਾ ਸੀ ਵੀ ਭਾਈ ਤੈਨੂੰ ਡਿਬੇਟ ਕਰਨ ਭੇਜਣਾ ਕਿਉਂਕਿ ਤੈਨੂੰ ਨੌਲੇਜ ਆ, ਤੂੰ ਵੱਖ-ਵੱਖ ਭਾਸ਼ਾਵਾਂ ਬੋਲ ਲੈਣਾ, ਤੂੰ ਵਿਸ਼ੇ ਤੇ ਪੂਰੀ ਤਿਆਰੀ ਕਰਕੇ ਜਾਣਾ। ਪਰ ਹੁਣ ਇਦਾਂ ਨਹੀਂ,
ਉਹ ਹੁਣ ਇੰਟਰਵਿਊ ਲੈਂਦੇ ਹੋਣੇ ਆ ਕਿ ਭਾਈ ਸਾਡੇ ਵੱਲੋਂ ਸਪੋਕਸਪਰਸਨ ਕੌਣ ਹੋਊਗਾ, ਬੋਲ ਕੇ ਦਿਖਾ। ਉਹ ਬੋਲੂਗਾ ਨਹੀਂ ਉੱਚੀ ਬੋਲ ਕੇ ਦਿਖਾ, ਨਹੀਂ ਹੋਰ ਉੱਚੀ ਬੋਲ ਕੇ ਦਿਖਾ, ਨਹੀਂ ਤੂੰ ਇੰਨਾ ਉੱਚੀ ਬੋਲ ਕੇ ਦਿਖਾ ਕਿ ਦੂਜੇ ਦੀ ਗੱਲ ਕਿਸੇ ਨੂੰ ਸੁਣੇ ਹੀ ਨਾ। ਮੈਨੂੰ ਲੱਗਦਾ ਸੀ ਕਿ ਹੁਣ ਤਾਂ ਕ੍ਰਾਈਟੇਰੀਆ ਇਹ ਰਹਿ ਗਿਆ। ਆਹੋ, ਇਹ ਵੀ ਹੋ ਸਕਦਾ ਵੀ ਪਹਿਲਾਂ ਜਿਹੜਾ ਲੀਡਰ ਭੇਜਣਾ ਉਹਦਾ BP ਚੈੱਕ ਕਰਦੇ ਹੋਣ ਵੀ ਭਾਈ ਸਾਹਿਬ ਜਿਹਦਾ 150 ਪੌਣੇ 200 ਤੋਂ ਤਾਂ ਜੇ ਵਜੇ ਨਾ ਉਹਨੂੰ ਤੁਸੀਂ ਗਿਣਨਾ ਤੇ ਉਹਨੂੰ ਥੱਲੇ ਵਾਲੇ ਨੂੰ ਤਾਂ ਰੱਖਣਾ ਹੀ ਨਹੀਂ ਨਾ ਜੀ। ਅੱਛਾ ਬਾਠ ਸਾਹਿਬ, ਪਿਛਲੇ ਦਿਨੀ ਮੁੱਦਾ ਪੰਜਾਬ 'ਚ ਸੀਗਾ ਇੱਕ ਜਿਹੜਾ ਸ਼ਰਾਬ ਦਾ, ਕਿ ਜੀ ਨਕਲੀ ਸ਼ਰਾਬ ਹੈ। ਉਸ ਨਕਲੀ ਸ਼ਰਾਬ ਨੂੰ ਲੈ ਕੇ ਇੰਨੀ ਕੁ ਜ਼ਿਆਦਾ ਕਹਿ ਲਓ ਕਿ ਰਾਜਨੀਤਿਕ ਇੱਕ ਦੂਸਰੇ ਦੇ ਉੱਪਰ ਤੋਹਮਤਬਾਜ਼ੀ ਹੋਈ। ਹਰੇਕ ਨੇ ਕਿਹਾ ਫਲਾਨਾ ਦੋਸ਼ੀ, ਦੂਜੇ ਨੇ ਕਿਹਾ ਫਲਾਨਾ ਦੋਸ਼ੀ, ਇੱਕ ਨੇ ਕਿਹਾ ਰਾਜਨੀਤੀ ਕਰਦੇ ਆ, ਦੂਜੇ ਨੇ ਕਿਹਾ ਤੁਸੀਂ ਵੀ ਕਰਦੇ ਹੋ। ਥੋੜ੍ਹੇ ਜਿਹੇ ਸਮੇਂ 'ਚ ਲੋਕਾਂ ਨੂੰ ਐਂ ਲੱਗਣ ਲੱਗਿਆ ਵੀ ਯਾਰ ਵਾਕਿਆ ਬਹੁਤ ਵੱਡਾ ਮੁੱਦਾ। ਪਰ ਹੁਣ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਹੁਣ ਉਹ ਜਿਹੜਾ ਮੁੱਦਾ ਹੈ ਲਗਭਗ ਠੰਡਾ ਪੈ ਗਿਆ। ਹਾਂ, ਵਿਰੋਧੀ ਪਾਰਟੀਆਂ ਦੇ ਲਈ ਉਹ ਜ਼ਰੂਰ ਮੁੱਦਾ ਹੈਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਸ ਮੁੱਦੇ ਨੂੰ ਚੱਕ ਰਿਹਾ। ਥਾਂ ਥਾਂ ਦੇ ਉੱਪਰ ਵੱਡੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਮਜੀਠੀਆ ਸਾਹਿਬ ਆਪਣੇ ਪੂਰੇ ਲਾਮ ਲਸ਼ਕਰ ਨਾਲ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਆ। ਖੰਨੇ ਵੀ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ। ਹੁਣ ਇਹ ਥੋੜ੍ਹਾ ਜਿਹਾ ਸਮਝਾਓ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਬਾਹਰ ਬੈਠ ਕੇ ਕਿ ਵੀ ਜਿਹੜਾ ਮੁੱਦਾ ਉੱਠਦਾ ਉਹ 2 ਹਫ਼ਤੇ ਇੱਦਾਂ ਚੱਲਦਾ ਵੀ ਇਸੇ ਤੇ ਹੀ 2022 ਵਾਲੀਆਂ ਇਲੈਕਸ਼ਨਾਂ ਦਾ ਕੱਚ ਸੱਚ ਸਾਹਮਣੇ ਆਉਣਾ, ਪਰ ਅਚਾਨਕ ਹੀ 15ਵੇਂ ਤੋਂ ਬਾਅਦ ਜਦੋਂ 16ਵਾਂ ਦਿਨ ਚੜ੍ਹਦਾ ਤੇ ਲੋਕਾਂ ਨੂੰ ਚੇਤਾ ਹੀ ਭੁੱਲ ਜਾਂਦਾ ਵੀ ਕੋਈ ਮੁੱਦਾ ਹੈਗਾ ਵੀ ਸੀ। ਦੇਖੋ, ਐਂ ਲੱਗਦਾ ਕਿ ਸਾਰਾ ਕੁਝ ਠੀਕ ਚੱਲ ਰਿਹਾ, ਐਂ ਲੱਗਦਾ ਕਿ ਸਾਰਾ ਕੁਝ ਬਿਲਕੁਲ ਬਣੀ ਬਣਾਈ ਲੀਹ ਤੇ ਚੱਲ ਰਿਹਾ। ਉਹਦਾ ਕਾਰਨ ਕੀ ਹੈ? ਕਿਉਂਕਿ ਖੜੋਤ ਆਈ ਸੀ ਨਾ, ਲੀਡਰਾਂ ਨੂੰ ਇੱਕ ਮੁੱਦਾ ਚਾਹੀਦਾ ਸੀ ਕਰੋਨਾ ਚੋਂ ਬਾਹਰ ਨਿਕਲਣ ਦਾ। ਲੀਡਰ ਚੁੱਪ ਸੀ। ਹੁਣ ਸੋਸ਼ਲ ਮੀਡੀਆ ਦੇ ਉੱਤੇ ਅਪੀਲਾਂ ਪੂਲਾਂ ਕਰਦੇ ਸੀ, ਘਰੇ ਬੈਠੋ ਜੀ, ਐਂ ਕਰੋ ਜੀ, ਕਿਉਂਕਿ ਲੀਡਰਾਂ ਨੂੰ ਤਾਂ ਊਂ ਹੀ ਖੁਰਕ ਹੋਣ ਲੱਗ ਪੈਂਦੀ ਆ ਕਿ ਭਾਈ ਰੈਲੀ ਨਹੀਂ ਹੋਈ, ਕੋਈ 5-7 ਹਜ਼ਾਰ ਬੰਦਾ ਨਹੀਂ ਦੇਖਿਆ ਉੱਥੇ ਕੋਈ ਮੈਂ ਵੱਡਾ ਸਾਰਾ ਭਾਸ਼ਣ ਨਹੀਂ ਕੀਤਾ, ਮੈਨੂੰ ਕਿਤੇ ਤੱਤੀਆਂ ਗੱਲਾਂ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਮੌਕਾ ਉਹਨਾਂ ਨੂੰ ਮਿਲ ਗਿਆ। ਹੁਣ ਦੇਖੋ, ਇਹ ਤਾਂ ਕੰਮ ਹੋਣਾ ਹੀ ਸੀ। ਇੱਥੇ ਤਾਂ ਹਜ਼ਾਰਾਂ ਕਿਸਾਨਾਂ ਨੇ ਸੁਸਾਈਡ ਕੀਤਾ, ਉਹਦੇ ਲਈ ਧਰਨੇ ਲੱਗੇ, 2 ਮਹੀਨਿਆਂ ਦੇ ਵਿੱਚ ਉਹਦਾ ਕੰਮ ਠੰਡਾ ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਘਟੀਆਂ, ਲੱਗਦਾ ਸੀ ਕਿ ਪੰਜਾਬ ਉਸ ਮਾਹੌਲ ਦੇ ਵਿੱਚੋਂ ਕਦੇ ਬਾਹਰ ਹੀ ਨਿਕਲੂਗਾ, ਉਹ ਕੰਮ ਠੰਡਾ ਪੈ ਗਿਆ। ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ ਕਿਸੇ ਨੇ ਸੋਚਿਆ ਸੀ, ਸਰਬੱਤ ਖਾਲਸਾ ਹੋਇਆ ਸੀ ਉਦੋਂ ਕਿਸੇ ਨੇ ਸੋਚਿਆ ਸੀ ਕਿ ਬਾਅਦ ਵਿੱਚ ਕਿਸੇ ਨੂੰ ਚੇਤਾ ਵੀ ਨਹੀਂ ਰਹਿਣਾ। ਅੱਜ ਸਾਡੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਮਸਲਾ ਕਿੱਥੇ ਹੈ। ਦੇਖੋ, ਉਹ ਕੰਮ ਲੀਡਰਾਂ ਦੇ ਹਿਸਾਬ ਨਾਲ ਬਹੁਤ ਵਧੀਆ ਚੱਲਿਆ, ਪਰਫੈਕਟ ਚੱਲਿਆ। ਪੁੱਛੋ ਕਿਵੇਂ? ਜੀ ਮੈਂ ਤਾਂ ਕਿਹਾ ਪੁੱਛੋ ਕਿਵੇਂ, ਕਿਉਂਕਿ ਲੀਡਰਾਂ ਦਾ ਮਸਲਾ ਹੀ ਇੱਥੇ ਖੜਾ। ਉਹ ਲੀਡਰਾਂ ਨੂੰ ਕੀ ਹੋਇਆ ਜਦੋਂ ਪਹਿਲੇ ਦਿਨ ਸ਼ਰਾਬ ਦੇ ਕਰਕੇ ਲੋਕਾਂ ਦੀ ਮੌਤ ਹੋਈ ਆ, ਲੀਡਰਾਂ ਨੇ ਉਦੋਂ ਪਹਿਲਾਂ ਤਾਂ ਭਾਸ਼ਣ ਦਿੱਤੇ, ਬਿਆਨ ਦਿੱਤੇ। ਉਹਦੇ ਤੋਂ ਬਾਅਦ ਜਦੋਂ ਮੌਤਾਂ ਹੋਈਆਂ, ਲੀਡਰ ਲੋਕਾਂ ਦੇ ਘਰੀਂ ਗਏ, ਇੱਕ ਦੂਜੇ ਤੇ ਦੋਸ਼ ਲਾਏ, ਵਿਰੋਧੀ ਧਿਰ ਦੀ ਗੱਲ ਕਰਦਾ। ਫਿਰ ਲੀਡਰ ਅਫਸੋਸ ਕਰਨ ਗਏ, ਫਿਰ ਲੀਡਰਾਂ ਨੇ ਪ੍ਰਦਰਸ਼ਨ ਕੀਤੇ, ਫਿਰ ਲੀਡਰ ਭੋਗ ਤੇ ਗਏ, ਫਿਰ ਲੀਡਰਾਂ ਨੇ ਜਾ ਕੇ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਡਿਮਾਂਡਾਂ ਕੀਤੀਆਂ। ਜਾਣੀ ਕਿ ਜਦੋਂ ਉੱਪਰੋਂ ਥਲੀ 5-5, 7-7, 8-8 ਖਬਰਾਂ ਲੱਗ ਗਈਆਂ, ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਈ ਆ ਲੀਡਰ ਸਾਹਿਬ ਤਾਂ ਅਜੇ ਸਰਗਰਮ ਨੇ। ਫਿਰ ਅਗਲੇ ਕਹਿੰਦੇ ਕਿ ਸਾਡਾ ਕੰਮ ਹੁਣ ਥੋੜ੍ਹਾ ਜਿਹਾ ਨਿਬੜ ਗਿਆ, ਦੂਜੇ ਪਾਸੇ ਨੂੰ ਚੱਲਦੇ ਆ। ਲੋਕਾਂ ਦੇ ਘਰੇ ਭੰਗ ਭੁੱਜਦੀ ਹੈ, ਲੋਕਾਂ ਦੇ ਪਰਿਵਾਰ ਦੇ ਮੈਂਬਰ ਚਲੇ ਗਏ, ਲੈਣਾ ਦੇਣਾ ਕਿਸੇ ਨੂੰ ਕੁਛ ਨਹੀਂ। ਹੁਣ ਸੱਤਾਧਾਰੀ ਧਿਰ ਹੈ, 4 ਦਿਨ ਬੈਠੇ ਰਹਿ, ਜਾਂਚ ਕਰਾਂਗੇ, ਇਨਸਾਫ ਦੇਵਾਂਗੇ, ਪੂਰਾ ਇਨਸਾਫ ਮਿਲੂਗਾ, ਸਜ਼ਾਵਾਂ ਮਿਲਣਗੀਆਂ, ਬਖਸ਼ਾਂਗੇ ਨਹੀਂ, ਕਮੇਟੀਆਂ ਬਣਾਤੀਆਂ, ਫਲਾਨਾ ਕਰਤਾ। ਜਦੋਂ ਮਾੜਾ ਜਿਹਾ ਕੰਮ ਠੰਡਾ ਹੋ ਗਿਆ, 2-2 ਲੱਖ ਦੇਵਾਂਗੇ, 2 ਲੱਖ ਦੀ ਜਗ੍ਹਾ ਜਾ ਕੇ 5 ਲੱਖ ਦਾ ਚੈੱਕ ਦੇ ਆਓ, ਲੋਕਾਂ ਦੇ ਮੂੰਹ ਬੰਦ ਕਰਿਆ। ਉਹ ਫਿਰ ਕੀ ਆ, ਤੂੰ ਕੌਣ ਤੇ ਮੈਂ ਕੌਣ। ਹੁਣ ਉਹਦੇ ਤੋਂ ਬਾਅਦ SIT ਦੀ ਰਿਪੋਰਟ ਕਦੋਂ ਆਉਂਦੀ ਹੈ ਕਿ ਨਹੀਂ ਆਉਂਦੀ, ਕਿਉਂਕਿ ਹੋਰ 4 ਦਿਨ ਆ ਜਿਹੜੇ ਧਰਨੇ ਪ੍ਰਦਰਸ਼ਨ ਕਰਦੇ ਆ, ਚੇਤਾ ਉਹਨਾਂ ਨੂੰ ਵੀ ਭੁੱਲ ਜਾਣਾ। ਸੱਤਾਧਾਰੀ ਤਾਂ ਚਾਹੁੰਦੇ ਹੁੰਦੇ ਆ ਕਿ ਭਾਈ ਚੇਤਾ ਭੁੱਲ ਕੇ ਮਸਲਾ ਕਿਸੇ ਹੋਰ ਪਾਸੇ ਚਲੇ ਜਾਏ। ਬਾਠ ਸਾਹਿਬ, ਇੱਕ ਗੱਲ ਹੈ ਯਾਰ, ਮੈਂ ਨਾ ਜਦੋਂ ਦਾ ਇਹ ਮਸਲਾ ਹੋਇਆ, ਕਿਉਂਕਿ ਹੈ ਤਾਂ ਉਹ ਇਹ ਸਾਰਾ ਕੁਝ ਮਾਝੇ ਜੀ ਘਟਿਆ ਵਾਪਰਿਆ, ਕਿਉਂਕਿ ਮੈਂ ਉੱਧਰ ਦਾ ਇਸ ਕਰਕੇ ਬੰਦਿਆਂ ਨਾਲ ਸੰਪਰਕ ਤਾਂ ਚਲੋ ਹੁੰਦਾ ਹੀ ਆ। ਮੈਨੂੰ ਨਾ ਬੜੀ ਹੈਰਾਨੀ ਹੋਈ ਕਿ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਯਾਰ, ਇਹ ਇੱਕ ਮੁੱਦੇ ਬਾਰੇ ਪਤਾ ਹੋਣ ਦੇ ਬਾਵਜੂਦ ਵੀ, ਮੰਨ ਲਓ ਵੀ ਮੈਨੂੰ ਪਤਾ ਕਿ ਵੀ ਆਹ ਜਿਹੜੀ ਸਾਹਮਣੇ ਬਾਠ ਸਾਹਿਬ ਨੇ ਟਾਈ ਲਾਈ ਹੈ ਨੀਲੇ ਰੰਗ ਦੀ ਹੈ, ਪਰ ਮੈਂ ਬਿਆਨ ਦੇ ਰਿਹਾ ਵੀ ਬਾਠ ਦੀ ਪੀਲੇ ਰੰਗ ਦੀ ਟਾਈ ਲਵਾ ਕੇ ਛੱਡਾਂਗੇ। ਇਹਨੇ ਲਾਲ ਟਾਈ ਲਾਈ ਤੇ ਲਾਈ ਕਿੱਦਾਂ? ਮਤਲਬ ਮੈਂ ਤੁਹਾਨੂੰ ਇਹ ਤਾਂ ਉਦਾਹਰਨ ਦੇ ਰਿਹਾ ਕਿ ਵੀ ਮੈਨੂੰ ਜਦੋਂ ਇਹ ਸਾਰਾ ਕੁਝ ਪਤਾ ਲੱਗਿਆ ਤਾਂ ਉੱਥੇ ਜਿਹੜੇ ਲੀਡਰ ਦੂਰੋਂ ਨੇੜਿਓਂ ਗਏ ਹੋਣਗੇ, ਕੀ ਉਹਨਾਂ ਨੂੰ ਨਹੀਂ ਦੱਸਿਆ ਹੋਣਗੀਆਂ ਗੱਲਾਂ ਕਿ ਵੀ ਮਹਾਰਾਜ ਜਿਹੜੇ ਬੰਦੇ ਦੀ ਤੁਸੀਂ ਗੱਲ ਕਰਦੇ ਹੋ ਵੀ ਇੰਨੇ ਸਾਲ ਹੋ ਗਏ ਵੇਚਦਿਆਂ, ਫਲਾਨੀ ਜਨਾਨੀ ਨੂੰ ਇੰਨੇ ਸਾਲ ਹੋ ਗਏ ਵੇਚਦਿਆਂ, ਨਾਲ ਬੰਦੇ ਇਹ ਵੀ ਦੱਸ ਦਿੰਦੇ ਵੀ ਕਿਹੜਾ ਹਿੱਸਾ ਪੱਤੀ, ਕਿੰਨੇ ਪੈਸੇ ਕਿੱਥੇ ਜਾਂਦੇ, ਉਹ ਵੀ ਦੱਸ ਦਿੰਦੇ ਆ। ਨਾਲ ਇਹ ਵੀ ਦੱਸ ਦਿੰਦੇ ਵੀ ਜਿਹੜੇ ਬੰਦੇ ਗਏ ਸੀਗੇ ਉਹ ਤੜਕੇ ਸਵੇਰ ਦੀ ਚਾਹ ਭਾਵੇਂ ਪੀਣ ਭਾਵੇਂ ਨਾ ਪੀਣ, ਪਰ ਪਹਿਲਾਂ ਗਲਾਸੀ ਚਾਹੀਦੀ ਸੀ। ਮਤਲਬ ਇੰਨੀਆਂ ਕੁ ਗੱਲਾਂ ਪਤਾ ਲੱਗਦੀਆਂ ਕਿ ਬੰਦਾ ਉਸ ਮੁੱਦੇ ਤੋਂ ਬਾਅਦ ਸੋਚਦਾ
ਵੀ ਯਾਰ ਇਹ ਮੁੱਦਾ ਕੋਈ ਨਵਾਂ ਤਾਂ ਹੈ ਨਹੀਂਗਾ, ਇਹ ਤਾਂ ਇੰਨੇ ਚਿਰ ਦਾ ਚੱਲੀ ਜਾਂਦਾ ਸੀ। ਇਹਦਾ ਮਤਲਬ ਇੱਥੋਂ ਦਾ ਜਿਹੜਾ ਲੋਕਲ ਪ੍ਰਸ਼ਾਸਨ ਜਾਂ ਜੋ ਕੁਝ ਵੀ, ਇਹ ਸਾਰੇ ਕੁਝ ਨੂੰ ਪਤਾ ਵੀ ਇਹ ਚੀਜ਼ ਇੱਦਾਂ ਹੀ ਚੱਲ ਰਹੀ, ਜਸਟ ਉੱਥੇ ਇੱਕ ਧਮਾਕਾ ਹੋ ਗਿਆ ਤਾਂ ਕਰਕੇ ਖਬਰ ਬਣ ਗਈ। ਪਰ ਤੁਸੀਂ ਦੇਖੋ ਕਿ ਜਿਹੜੇ ਬੰਦੇ ਨੂੰ ਇਸ ਅੰਦਰਲੀ ਗੱਲ ਦਾ ਨਹੀਂ ਪਤਾ, ਉਸ ਬੰਦੇ ਲਈ ਤਾਂ ਮੁੱਦਾ ਬਣਾ ਦਿੰਦੇ ਨਾ ਲੀਡਰ ਵੀ, ਜਿੱਦਾਂ ਮੈਂ ਤੁਹਾਨੂੰ ਹੁਣੇ ਕਿਹਾ ਵੀ 62 ਦੀ ਲਾਲ ਟਾਈ ਲਵਾ ਕੇ ਛੱਡਾਂਗੇ, ਇਹ ਦੇਖਣੇ ਨਹੀਂ ਵੀ ਨੀਲੀ ਆ ਯਾਰ ਬੜੇ ਚਿਰ ਦੀ। ਸੰਧਾਲੀਆ ਸਾਹਿਬ, ਜਦੋਂ ਨਾ ਅੰਬ ਅਜੇ ਅੰਬੀਆਂ ਲੱਗਦੀਆਂ ਆ, ਉਦੋਂ ਪਿੰਡ ਦੇ ਵਿੱਚ ਨਾ ਇੱਕ ਵਿਸ਼ੇਸ਼ ਕਿਸਮ ਦੀਆਂ ਬੀਬੀਆਂ ਹੁੰਦੀਆਂ, ਵਿਸ਼ੇਸ਼ ਮੁਹਾਰਤ ਰੱਖਣ ਵਾਲੀਆਂ ਬੀਬੀਆਂ, ਜਿਹੜੀਆਂ ਅਚਾਰ ਬਹੁਤ ਸੁਚੱਜੇ ਢੰਗ ਨਾਲ ਪਾਉਂਦੀਆਂ। ਉਹਨਾਂ ਦੀ ਫਿਰ ਡਿਮਾਂਡ ਬੜੀ ਹੁੰਦੀ ਹੈ ਵੀ ਭੈਣ ਸਾਡੇ ਵੀ ਅਚਾਰ ਪਾਉਣਾ, ਅੰਬ ਤਾਂ ਭਰਾ ਤੇਰੇ ਨੇ ਲਿਆਤੇ ਆ, ਮੈਂ ਉਹਨਾਂ ਨੂੰ ਕੱਟ ਵੀ ਦਿੱਤਾ ਆ, ਮੈਂ ਸੁੱਕਣੇ ਵੀ ਪਾਤੇ ਆ, ਫਿਰ ਤੂੰ ਕਿਸੇ ਦਿਨ ਮਾੜਾ ਜਿਹਾ ਟਾਈਮ ਕੱਢੀ। ਕਿਉਂਕਿ ਕਿਸੇ ਬੀਬੀ ਨੂੰ ਲੱਗਦਾ ਹੁੰਦਾ ਕਿ ਮੈਂ ਆਪਣੇ ਹੱਥ ਨਾਲ ਅਚਾਰ ਪਾਉਣੀ ਆ ਤਾਂ ਛੇਤੀ ਖਰਾਬ ਹੋ ਜਾਂਦਾ। ਹੁਣ ਉਹ ਸਾਰੇ ਪਿੰਡ ਦੀਆਂ ਬੀਬੀਆਂ ਨੂੰ ਪਤਾ ਹੁੰਦਾ ਹੈ ਕਿ ਫਲਾਨੀ ਜਿਹੜੀ ਬੀਬੀ ਹੈ ਉਹਦੇ ਤੋਂ ਅਚਾਰ ਪਾਉਣਾ, ਉਹਨੂੰ ਪਤਾ ਹੈ ਕਿ ਭਾਈ ਇਹਦੇ ਵਿੱਚ ਲੂਣ ਕਿੰਨਾ ਪਾਉਣਾ, ਇਹਦੇ ਵਿੱਚ ਮਸਾਲਾ ਕਿੰਨਾ ਪਾਉਣਾ, ਇਹਦੇ ਵਿੱਚ ਤੇਲ ਕਿੰਨਾ ਪਾਉਣਾ, ਅੰਬ ਕਿੰਨੇ ਕੁ ਸੁੱਕੇ ਚਾਹੀਦੇ, ਕਿੰਨੇ ਕੁ ਨਹੀਂ। ਸਾਡੇ ਲੀਡਰ ਜਿਹੜੇ ਆ ਨਾ, ਉਹ ਸਿਆਣੀ ਬੀਬੀ ਵਰਗੇ ਆ, ਉਹਨਾਂ ਨੂੰ ਚੰਗੇ ਤਰੀਕੇ ਪਤਾ। ਉਹਨਾਂ ਨੇ ਅਸਲ ਦੇ ਵਿੱਚ ਬਹੁਤ ਸਾਰੀ ਪਰਖ ਪੜਚੋਲ ਕਰਕੇ ਦੇਖ ਲਈ ਹੈ। ਉਹਨਾਂ ਨੂੰ ਪਤਾ ਹੈ ਕਿ ਭਾਈ 4 ਕੱਪਾਂ ਡੇਰਿਆਂ ਦੇ ਉੱਤੇ ਜਾ ਕੇ ਮੱਥੇ ਟੇਕਣੇ ਆ, ਡੇਰਿਆਂ ਦੇ ਨਾਲ ਲੱਖਾਂ ਵੋਟਰ ਵੱਜਾ ਹੋਣਾ, ਸਾਨੂੰ ਸਿੱਧੀਆਂ ਬਲਕ ਦੇ ਵਿੱਚ ਵੋਟਾਂ ਆ ਕੇ ਪੈ ਜਾਣੀਆਂ। ਲੀਡਰਾਂ ਨੂੰ ਚੰਗੇ ਤਰੀਕੇ ਪਤਾ, ਉਹਨਾਂ ਨੇ ਐਕਸਪੈਰੀਮੈਂਟ ਕਰ ਲਿਆ। ਹੁਣ ਤੁਸੀਂ ਦੇਖੋ, ਜੋ ਆਪਾਂ ਦੋਵਾਂ ਭਰਾਵਾਂ ਨੇ ਸੁਰਤ ਸਾਂਭੀ ਹੈ, ਹਰ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਕਹਿੰਦੀ ਹੈ ਜੇ ਸਾਡੀ ਸਰਕਾਰ ਆ ਗਈ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਲੈ ਕੇ ਦਿਆਂਗੇ, ਚੰਡੀਗੜ੍ਹ ਪੰਜਾਬ ਦਾ ਹੋਊਗਾ, ਪੰਜਾਬੀ ਭਾਸ਼ਾ ਘਰ ਘਰ ਸਕੂਲ ਦਫ਼ਤਰ ਬੋਲੀ ਜਾਊਗੀ, ਲਿਖੀ ਜਾਊਗੀ, ਨੋਟੀਫਿਕੇਸ਼ਨ ਇਹ 'ਚ ਹੋਣਗੇ। ਲੋਕੀ ਕਹਿੰਦੇ ਜਿੰਦਾਬਾਦ। ਸਰਕਾਰ ਜਿਹਦੀ ਮਰਜ਼ੀ ਆ ਜਾਏ, ਨਾ ਪੰਜਾਬੀ ਦਾ ਕੰਮ ਹੋਣਾ, ਨਾ ਪੰਜਾਬੀ ਬੋਲਦਾ ਇਲਾਕਾ ਮਿਲਣਾ, ਨਾ ਚੰਡੀਗੜ੍ਹ ਮਿਲਣਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ 5 ਸਾਲ ਨਹੀਂ, ਅਗਲੇ 5 ਸਾਲ ਸਾਡੀ ਵਾਰੀ ਆ ਜਾਣੀ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਨੇ ਸਾਡੇ ਵੱਲ ਇਹ ਨਹੀਂ ਦੇਖਣਾ ਕਿ ਭਾਈ ਇਹ ਲਾਲ ਕਹਿੰਦਾ ਤਾਂ ਟਾਈ ਪੀਲੀ ਹੈ, ਟਾਈ ਹਰੀ ਹੈ ਕਿ ਟਾਈ ਨੀਲੀ ਹੈ। ਉਹਨਾਂ ਨੂੰ ਬਸ ਇੱਕੋ ਹੀ ਕੰਮ ਆਉਂਦਾ, ਜਿੰਦਾਬਾਦ ਤੇ ਅਗਲਿਆਂ ਕਰੀ ਜਾਣਾ। ਬਸ ਆਹੀ ਰੌਲਾ ਨਾ, ਮੇਰਾ ਖਿਆਲ ਇਸੇ ਕਰਕੇ ਆਪਣੇ ਪੰਜਾਬੀ ਜਿੱਥੇ ਕਿ ਜੇ ਗੱਡਾ ਚਿੱਕੜ 'ਚ ਫਸਿਆ, ਬਸ ਉੱਥੇ ਹੀ ਫਸਾ ਕੇ ਰੱਖਦੇ। ਉਹ ਕਹਿੰਦੇ ਪਤਾ ਵੀ ਹੁੰਦਾ ਵੀ ਇਸ ਮੋੜ ਤੇ ਚਿੱਕੜਿਆ ਤੇ ਇੱਥੇ ਫਸਦਾ, ਪਰ ਨਾ ਫਸਾ ਕੇ ਆਪਾਂ ਉੱਥੇ ਹੀ ਰੱਖਣਾ। ਤੁਸੀਂ ਆ ਸ਼ਰਾਬ ਦੀ ਗੱਲ ਜੇ ਕੀਤੀ ਤੇ ਮੈਂ ਇੱਕ ਚੀਜ਼ ਹੋਰ ਐਡ ਕਰਦੇ ਹਾਂ, ਹੁਣ ਇਹ ਵੀ ਆਰਡਰ ਆ ਗਿਆ। ਉਹ ਕਹਿੰਦੇ ਵੀ ਜੇ ਦਰਿਆਵਾਂ ਦੇ ਵਿੱਚ ਆ ਕੋਈ 1.5-2 ਨੰਬਰ ਵਾਲੀ ਸ਼ਰਾਬ ਡੋਲੀ ਤੇ ਫਿਰ ਭਾਈ ਸਾਹਿਬ ਉਹਦੇ ਤੇ ਕਾਰਵਾਈ ਹੋਊਗੀ। ਹੁਣ ਮੈਂ ਇਹ ਸੋਚਦਾ ਵੀ ਜਿਹੜੀਆਂ ਭੱਠੀਆਂ ਇਹ ਮੰਡ ਦੇ ਏਰੀਏ 'ਚ ਲੱਗੀਆਂ, ਉਹ ਪਹਿਲਾਂ ਬੰਦਾ ਉੱਥੋਂ ਸ਼ਰਾਬ ਕੱਢ ਕੇ ਤੇ ਫਿਰ ਲਾਹਣ ਚੁੱਕ ਕੇ ਕਿਤੇ ਪਿੰਡ ਲਿਆਵੇ ਜੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਵੀ ਅਗਲਾ ਫਿਰ ਉੱਪਰ ਪਤੀਲਾ ਜਿਹਾ ਉਹ ਸਿਰ ਤੇ ਰੱਖੀ ਫਿਰ ਡਰਮ ਕਿਸੇ ਨੂੰ ਚਕਾਇਆ ਹੁਣ ਕਿ ਭਾਈ ਚੱਕ। ਹੁਣ ਸੰਧਾਲੀਆ ਸਾਹਿਬ ਇਹ ਵੈਸੇ ਮਤਲਬ ਕੱਢ ਤਾਂ ਬੰਦਾ ਓਲੇ ਲਵੇ ਉੱਥੇ ਸਰਕੰਡੇ ਦੇ ਵਿੱਚ, ਤੇ ਬਾਅਦ ਦੇ ਵਿੱਚ ਮਤਲਬ ਆਉਂਦਾ ਉੱਥੇ ਟੈਂਪੂ ਦੇ ਕਿਸੇ ਨੂੰ ਅੜ ਜਵੇ ਨਾਕੇ ਤੇ ਵੀ ਹਾਂ ਕਿਧਰੋਂ ਆਇਆ, ਕਹਿੰਦਾ ਇਹ ਮੰਡ ਚੋਂ ਕੱਢ ਕੇ ਰਿਹਾ, ਸਰਕਾਰ ਨੇ ਕਿਹਾ ਪਰ ਦਰਿਆ ਦੇ ਨਾਲ ਡੋਲੀਆਂ ਕਰਕੇ ਪਿੰਡ ਲੈ ਕੇ ਚੱਲਿਆ ਜੀ। ਇਹ ਗੱਲ ਵੈਸੇ ਬੜੀ ਕਮਾਲ ਦੀ ਆ। ਮੈਨੂੰ ਨਾ ਇੱਕ ਗੱਲ ਵੈਸੇ ਚੇਤੇ ਆ ਗਈ। ਦੇਖੋ ਸਾਡੇ ਪਿੰਡਾਂ ਦੇ ਵਿੱਚ ਹੀ ਆਪਣਿਆਂ 'ਚ ਸ਼ਰਾਬ ਨਿਕਲਦੀ ਹੈ, ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ। ਸਾਰੇ ਪਿੰਡਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਹੈਗੇ ਆ, ਕਿਸੇ ਨਾ ਕਿਸੇ ਪਿੰਡ ਦੇ ਵਿੱਚੋਂ ਕੋਈ ਪੁਲਿਸ 'ਚ ਹੋਊਗਾ, ਕੋਈ ਫੌਜ 'ਚ ਹੋਊਗਾ, ਕੋਈ ਹੋਰ ਸਰਕਾਰੀ ਕੰਮ ਕਰਦਾ ਹੋਊਗਾ, ਸਰਪੰਚ ਲੰਬੜ ਦੀ ਵੀ ਮਾੜੀ ਮੋਟੀ ਕੋਈ ਨਾ ਕੋਈ ਡਿਊਟੀ ਹੋਣੀ ਹੈ। ਜੇ ਇਹਦੇ ਬਾਵਜੂਦ ਵੀ ਪਤਾ ਉਦੋਂ ਲੱਗਦਾ ਹੈ, ਆਮ ਲੋਕਾਂ ਤੱਕ ਗੱਲ ਉਦੋਂ ਪਹੁੰਚਦੀ ਹੈ ਜਦੋਂ ਬੰਦੇ ਮਰਨ ਲੱਗ ਪੈਂਦੇ, ਫਿਰ ਤਾਂ ਕਮਾਲ ਹੈ। ਸੰਧਾਲੀਆ ਸਾਹਿਬ, ਪ੍ਰਾਈਮ ਏਸ਼ੀਆ ਦੇ ਫੇਸਬੁੱਕ ਪੇਜ ਦੇ ਉੱਤੇ 24 ਘੰਟੇ ਪਹਿਲਾਂ ਨਾ ਇੱਕ ਵੀਡੀਓ ਪਾਈ ਗਈ ਸੀ। ਉਹਦੇ ਵਿੱਚੋਂ ਪਤਾ ਲੱਗਦਾ ਸੀ ਕਿ ਅਸਲ ਦੇ ਵਿੱਚ ਨਾ ਕਿਤੇ ਡਿਊਟੀ ਨਿਭਾਉਣ ਦੇ ਵਿੱਚ ਅਸੀਂ ਕੁਤਾਹੀ ਕਰਦੇ ਹਾਂ ਕਿ ਸਾਡੇ ਆਪ ਦੇ ਕਿਰਦਾਰ ਕਿੱਥੇ ਕੁ ਹੈ। ਉਹਦੇ ਵਿੱਚ ਇੱਕ ਬੰਦਾ ਭਾਸ਼ਣ ਦੇਈ ਜਾਂਦਾ ਹਿੰਦੀ ਦੇ ਵਿੱਚ ਕਿ ਅੰਦੋਲਨ ਜਿਹੜਾ ਨਾ, ਉਹ ਅੰਦੋਲਨ ਕਰਨਾ, ਇਸ ਧਰਤੀ ਤੇ ਅੰਦੋਲਨ ਪਹਿਲੀ ਵਾਰੀ ਹੋਣ ਲੱਗਾ, ਤੁਸੀਂ ਘਬਰਾਉਣਾ ਨਹੀਂ, ਸਫਲਤਾ ਹੌਲੀ ਹੌਲੀ ਮਿਲਦੀ ਹੁੰਦੀ ਹੈ। ਉਹ ਵੀਡੀਓ ਦੇ ਵਿੱਚ ਸਾਫ਼ ਦਿਸਦਾ ਕਿ ਬੰਦੇ ਦੀ ਗੱਲ ਅਜੇ ਪੂਰੀ ਨਹੀਂ ਹੋਈ, ਟਿਕਾਣੇ ਲੱਗੀ ਨਹੀਂ। ਇੱਕ ਬੰਦਾ ਜਰਦਾ ਐਂ ਕਰਕੇ ਮਲੀ ਜਾਂਦਾ ਸੀ, ਉਹ ਬਾਅਦ 'ਚ ਠੱਪ ਕਰਦੇ ਹੁੰਦੇ ਨਾ, ਉਹਨੇ ਤਾਂ ਜਰਦਾ ਮਲਦੇ ਨੇ 2-3 ਵਾਰੀ ਠੱਪ ਕੀਤਾ ਕਿ ਹੁਣ ਉੱਪਰੋਂ ਸਮਾਨ ਚੁੱਕ ਲਵਾਂ, ਬਾਕੀਆਂ ਨੇ ਤਾੜੀਆਂ ਮਾਰਤੀਆਂ ਵੀ ਖਰੇ ਗੱਲ ਇਹਦੀ ਮੁੱਕ ਗਈ ਹੈ। ਹੁਣ ਜਿਸ ਥਾਂ ਦੇ ਉੱਤੇ ਅੰਦੋਲਨਾਂ ਦੇ ਮੁੱਦੇ ਤੇ ਵੀ ਜਰਦੇ ਵਾਲੀਆਂ ਤਾੜੀਆਂ ਦੇ ਨਾਲ ਤਾੜੀਆਂ ਵੱਜ ਜਾਂਦੀਆਂ, ਉੱਥੇ ਫਿਰ ਸ਼ਰਾਬ ਦਾ ਪਤਾ ਵੀ ਉਦੋਂ ਲੱਗੂਗਾ। ਪਰ ਜਿਹੜੀ ਹੁਣ ਤੁਸੀਂ ਗੱਲ ਸਾਂਝੀ ਕੀਤੀ ਹੈ, ਸੱਚੀ ਬੜੀ ਕਮਾਲ ਦੀ ਹੈ। ਸੰਧਾਲੀਆ ਸਾਹਿਬ ਦੇਖੋ, ਪਿੰਡਾਂ ਦੇ ਵਿੱਚ ਕੂੜੇ ਕਰਕਟ ਦੀ ਬੜੀ ਵੱਡੀ ਸਮੱਸਿਆ। ਤੁਸੀਂ ਵੀ ਆਪਦੇ ਪਿੰਡ ਜਦੋਂ ਜਾਂਦੇ ਹੋ, ਸੱਚ ਦੱਸਿਓ ਕਿ ਪਿੰਡ ਵੜਨ ਤੋਂ ਪਹਿਲਾਂ ਜਾਂ ਆਪਣੇ ਪਿੰਡ ਜਾਣ ਤੋਂ ਪਹਿਲਾਂ ਹੋਰਨਾਂ ਪਿੰਡਾਂ ਦੇ ਵਿੱਚ ਵੀ ਜਿੱਥੋਂ ਘਰ ਸ਼ੁਰੂ ਹੁੰਦੇ ਆ ਉੱਥੋਂ 10 ਏਕੜ ਪਹਿਲੇ ਆਪਾਂ ਨੂੰ ਪਤਾ ਲੱਗਣ ਲੱਗ ਪੈਂਦਾ ਕਿ ਭਾਈ ਜੇ ਇੱਥੇ ਲਿਫਾਫੇ ਪਏ ਆ ਵੱਟਾਂ ਦੇ ਨਾਲ ਤਾਂ ਇਹਦਾ ਮਤਲਬ ਹੈ ਕਿ ਪਿੰਡ ਦੇ ਵਿੱਚ ਕੂੜਾ ਕਰਕਟ ਇਕੱਠਾ ਕਰਨ ਦਾ ਜੇ ਸਾਡੇ ਕੋਲੇ ਪ੍ਰਬੰਧ ਨਹੀਂ। ਆਪਾਂ ਪਿੰਡਾਂ ਵਾਲਿਆਂ ਨੂੰ ਕਈ ਵਾਰੀ ਕਹਿ ਦਈਦਾ ਕਿ ਭਾਈ ਤੁਸੀਂ ਡਸਟਬਿਨ ਲਾ ਦਿਓ, ਆਹ ਲਾ ਦਿਓ, ਉਹ ਡਸਟਬਿਨ ਵੀ ਲਾ ਦੇਣਗੇ, ਸਾਂਝੇ ਥਾਂ ਦੇ ਉੱਤੇ ਕੂੜਾ ਇਕੱਠਾ ਵੀ ਕਰਨ ਲੱਗ ਪੈਣਗੇ। ਬਾਅਦ ਵਿੱਚ ਦਿੱਕਤ ਇਹ ਆ ਜਾਂਦੀ ਹੈ ਕਿ ਭਾਈ ਪਿੰਡ ਵਾਲਿਆਂ ਤੋਂ ਕੂੜਾ ਇਕੱਠਾ ਕਰ ਦਿੱਤਾ, ਹੁਣ ਅੱਗੇ ਕਿੱਥੇ ਸਿੱਟਣ।
ਜੇ ਚੋਚ ਸਿੱਟਣ ਜਾਂਦੇ ਆ, ਜੇ ਹੋਰ ਕਿਤੇ ਸਿੱਟਣ ਜਾਂਦੇ ਆ, ਅਗਲੇ ਪਿੰਡ ਵਾਲੇ ਡਾਂਗਾ ਕੱਢ ਲੈਂਦੇ ਕਿ ਭਾਈ ਤੁਸੀਂ ਆਪਦੇ ਪਿੰਡ ਦਾ ਕੂੜਾ ਲਿਫਾਫੇ ਲਫੂਫੇ ਸਾਡੇ ਪਿੰਡਾਂ ਦੇ ਨੇੜੇ ਸਿੱਟ ਗਏ ਆ। ਹੁਣ ਕਿਉਂਕਿ ਸਰਕਾਰ ਨੇ ਕੋਈ ਪ੍ਰਬੰਧ ਹੀ ਨਹੀਂ ਕੀਤਾ, ਹੁਣ ਹੋਇਆ ਕਿ ਆ ਜਿੰਨੀ ਨਜਾਇਜ਼ ਬਾਠ ਸਾਹਿਬ ਸੌਰੀ ਤੁਹਾਡੀ ਗੱਲ ਕੱਟ ਰਿਹਾ, ਆਹ ਲਿਫਾਫਿਆਂ ਵਾਲੀ ਗੱਲ ਤੇ ਇਦਾਂ ਵੀ ਜਦੋਂ ਪਹਿਲਾਂ ਮੇਰਾ ਖਿਆਲ ਆ ਵੀ ਅੱਜ ਤੋਂ 15-20 ਸਾਲ ਪਹਿਲਾਂ ਕਿਤੇ ਰੂੜੀ ਖਿਲਾਰੀ ਦੀ ਸੀ ਨਾ, ਤੇ ਉਦੋਂ ਇਦਾਂ ਲੱਗਦਾ ਹੁੰਦਾ ਸੀ ਵੀ ਜਿਹੜੀ ਪੈਲੀ ਆ, ਜਿਹੜਾ ਖੇਤ ਆ, ਉਹਦਾ ਰੰਗ ਬਦਲ ਗਿਆ ਤੇ ਮਤਲਬ ਇਦਾਂ ਲੱਗਦਾ ਵੀ ਜਿਵੇਂ ਗੋਹੇ ਦਾ ਪੋਚਾ ਕਿਸੇ ਨੇ ਫੇਰਤਾ ਹੋਵੇ, ਹੈ ਨਾ, ਕਿਉਂਕਿ ਨਰੋਲ ਗੋਹਾ ਹੁੰਦਾ ਸੀਗਾ। ਤੇ ਹੁਣ ਜੇ ਕਿਤੇ ਰੂੜੀ ਪਵਾ ਲਈਏ, ਕਿਉਂਕਿ ਰੂੜੀਆਂ ਪਿੰਡਾਂ ਦੀਆਂ ਜਿੱਦਾਂ ਦੀਆਂ, ਇਦਾਂ ਲੱਗਦਾ ਵੀ ਜਿੱਦਾਂ ਪੂਰੀ ਪੈਲੀ ਦੇ ਵਿੱਚ ਨਾ ਤਰਪਾਲ ਵਿਛਾਤੀ ਹੁੰਦੀ, ਲਿਫਾਫੇ 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 ਬੰਨ-ਸਬੰਨੇ। ਇਹ ਗੱਲ ਤੁਹਾਡੀ ਬਿਲਕੁਲ ਬੰਦਾ ਸੋਚਦਾ ਵੀ ਯਾਰ ਇਹਨਾਂ ਲਿਫਾਫਿਆਂ 'ਚ ਹੁਣ ਮੈਂ ਕੀ ਕੱਢੂੰਗਾ। ਅੱਗੇ ਪਤਾ ਕੀ ਹੁੰਦਾ ਸੀ, ਕਿਉਂਕਿ ਨਿੱਕੇ ਹੁੰਦਿਆਂ ਇਦਾਂ ਹੁੰਦਾ ਸੀ ਕਿ ਟਰੈਕਟਰ ਤੇ ਬਹਿ ਕੇ ਝੂਟਾ ਲੈਣ ਹੀ ਜਾਵਾਂਗੇ, ਜਿੱਦ ਜੁੱਦ ਕਰਕੇ ਤਾਏ ਚਾਚੇ ਦੇ ਨਾਲ ਬਹਿ ਜਾਣਾ ਟਰੈਕਟਰ ਤੇ। ਉਦੋਂ ਉਹਨਾਂ ਨੇ ਦੇਖਣਾ ਕਿ ਆਹ ਸਾਰਾ ਢੇਰ ਖਿਲਾਰ ਦਿੱਤਾ, ਤੇ ਦੂਰੋਂ ਦੇਖਣਾ ਉਹ ਵਿੱਚ ਲਿਫਾਫਾ ਵੀ ਕਿਤੇ ਚਲੇ ਗਿਆ, ਚੱਲ ਚੱਕ ਕੇ ਲਿਆ ਜਾ ਕੇ। ਉਦੋਂ ਇੱਕ ਅੱਧਾ ਲਿਫਾਫਾ ਜਾਂ ਇੱਕ ਅੱਧਾ ਵੱਟਾ ਹੁੰਦਾ ਸੀ, ਉਹ ਚੁੱਕ ਲਿਆਉਣਾ। ਹੁਣ ਤਾਂ ਮੈਂ ਦੇਖਿਆ ਕਿ ਕਿਸਾਨ ਤੇ ਮਜ਼ਦੂਰ ਜਿਹੜੇ ਇਕੱਠੇ ਹੋ ਕੇ ਢੇਰ ਖਿਲਾਰਦੇ ਆ, ਉਹ ਬਾਅਦ ਵਿੱਚ ਖੇਤ ਦੇ ਵਿੱਚੋਂ ਲਿਫਾਫਿਆਂ 'ਚੋਂ ਲੱਭਦੇ ਹੁੰਦੇ ਕਿਤੇ ਢੇਰ ਵੀ ਹੈਗਾ, ਇਕੱਲੇ ਲਿਫਾਫੇ ਖਿਲਾਰ ਲਿਆ। ਆਹ ਨਹੀਂ, ਗੱਲ ਤਾਂ ਠੀਕ ਹੈ ਤੁਹਾਡੀ, ਪਰ ਵੈਸੇ ਇੱਕ ਗੱਲ ਹੈ ਬਾਠ ਸਾਹਿਬ, ਇਹ ਤੁਸੀਂ ਸਾਡੇ ਪਿੰਡਾਂ ਨੂੰ ਬਿਲਕੁਲ ਵੀ ਨਿੰਦਣਾ ਨਹੀਂ ਹੈਗਾ। ਠੀਕ ਆ, ਤੁਸੀਂ ਵਿੱਚ ਕੈਨੇਡਾ ਦੇ ਵਾਸ ਕਰਦੇ ਆ, ਪਰ ਸਾਡੇ ਪ੍ਰਧਾਨ ਮੰਤਰੀ ਮਾਣਯੋਗ ਮੋਦੀ ਸਾਹਿਬ ਨੇ ਕੱਲ੍ਹ ਦਾ ਦਿਨ ਆਜ਼ਾਦੀ ਦਿਹਾੜੇ ਦਾ ਦਿਨ ਸਾਡਾ ਲੰਘ ਕੇ ਗਿਆ, ਤੇ ਉਦੋਂ ਲਾਲ ਕਿਲ੍ਹੇ ਦੀ ਫਸੀਲ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਮਨਾਈ ਹੈ। ਉਹ ਕਹਿੰਦੇ ਕਿ ਵੀ ਪਿਛਲੇ ਸਮੇਂ ਦੇ ਵਿੱਚ 1 ਲੱਖ ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਪੂਰੇ ਇੰਡੀਆ ਦੇ ਵਿੱਚ, ਉਹਨਾਂ ਤੱਕ ਆਪਟੀਕਲ ਫਾਈਬਰ ਜਿਹੜੀ ਪਹੁੰਚ ਗਈ, ਯਾਨੀ ਕਿ ਫਾਸਟ ਇੰਟਰਨੈਟ ਜਿਹੜਾ ਪਹੁੰਚ ਗਿਆ। ਤੇ 1000 ਦਿਨ ਅਪਰੋਕਸੀਮੇਟਲੀ 1000 ਦਿਨ ਜਦੋਂ ਉਹਨਾਂ ਨੇ ਮੋਟਾ ਜਿਹਾ ਕਿਹਾ, ਤਾਂ ਉਹਨਾਂ ਨੇ ਆਪਣੇ ਆਪ ਹਿਸਾਬ ਲਾ ਲਿਆ ਕਿ 2024 ਦੇ ਨੇੜੇ ਤੇੜੇ ਮੈਂ ਅੱਪੜ ਜਾਣਾ। ਵੋਟਾਂ ਆਉਣ ਤੱਕ ਪੂਰੇ ਇੰਡੀਆ ਦੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਕੋਲ ਆਪਟੀਕਲ ਫਾਈਬਰ ਪਹੁੰਚਾ ਦੇਣੀ ਹੈ, ਡਿਜੀਟਾਈਜੇਸ਼ਨ ਜਿਹੜੀ ਉਹ ਪਿੰਡਾਂ ਤੱਕ ਕਰ ਦੇਣੀ ਹੈ। ਯਾਨੀ ਕਿ ਉਹ ਕਹਿੰਦੇ ਵੀ ਪਿੰਡਾਂ ਦੇ ਵਿੱਚ ਵੀ ਇੱਦਾਂ ਸਹੂਲਤਾਂ ਜਾਣਗੀਆਂ ਇੱਦਾਂ, ਤੇ ਤੁਸੀਂ ਯਾਰ ਸਾਨੂੰ ਲਿਫਾਫਿਆਂ ਤੇ ਮਿਹਣੇ ਦੇਈ ਜਾਂਦੇ। ਦੇਖੋ, ਜਿਹੜੀ ਜਰੀਬ ਸ਼ਬਦ ਸਾਰਿਆਂ ਨੇ ਸੁਣਿਆ ਹੋਣਾ, ਜਿੰਨਾ ਜ਼ਮੀਨ ਮਿਣਦੇ ਆ, ਉਹ ਜਿਹੜੀ ਜਰੀਬ ਆ ਨਾ, ਉਹ ਜਿਹਦੇ ਹੱਥ ਹੁੰਦੀ ਆ ਪਟਵਾਰੀ ਸਾਹਿਬ ਦੇ ਜਾਂ ਪਟਵਾਰੀ ਸਾਹਿਬ ਦੇ ਕਰਿੰਦੇ ਦੇ, ਉਹਦੇ ਵਿੱਚ ਇਹ ਹੁੰਦਾ ਕਿ 2 ਕਰਮਾਂ ਜ਼ਮੀਨ ਇੱਧਰ ਨੂੰ ਕਰਨੀ ਆ ਕਿ ਉੱਧਰ ਨੂੰ ਕਰਨੀ ਹੈ। ਇਹ ਜਦੋਂ ਸਾਡੇ ਮਾਣਮੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਨਾ ਕੋਈ ਟੀਚਾ ਦਿੰਦੇ ਆ, ਤੇ ਉਹ ਜਰੀਬ ਵਾਲੇ ਹਿਸਾਬ ਜਿਹਾ ਨਾ ਦਿੰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਸੂਤ ਕਿੱਥੇ ਕਰਨਾ ਜਾ ਕੇ ਕੰਮ। ਹੁਣ ਦੇਖੋ ਸੰਧਾਲੇ ਸਾਹਿਬ, ਮੈਂ ਪੂਰਾ ਬਦਨਾਮ ਨਹੀਂ ਕਰਦਾ, ਮੈਂ ਤੁਹਾਡੇ ਪਿੰਡਾਂ ਵਾਲਾ ਹੀ ਹਾਂ। ਹੋਰ 2-4 ਮਹੀਨੇ ਆ ਤਾਂ ਆਪਾਂ ਇਕੱਠਿਆਂ ਆ ਕੇ ਵੱਟ ਤੇ ਬਹਿ ਕੇ ਚਾਹ ਪੀਣੀ ਹੈ, ਫਿਰ ਆਪਾਂ ਅੱਗੇ ਵਾਂਗੂ ਕਰਨਾ ਮੇਰੀ ਦਾਤੀ ਦੇ। ਨਹੀਂ ਗੱਲਾਂ ਬਾਠ ਸਾਹਿਬ, ਇੱਦਾਂ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇੱਧਰ ਆਓ। ਅਸੀਂ ਤਾਂ ਆਨੇ ਵੀ ਜਿਹੜਾ ਚੱਲ ਗਿਆ ਵੀਰ ਉਹ ਬਚ ਗਿਆ। ਅਸੀਂ ਆਨੇ ਵੀ ਸੁਖੀ ਵਸੇ, ਠੀਕ ਆ, ਅਸੀਂ ਨਹੀਂ ਸਾਦੇ ਤੁਹਾਨੂੰ। ਚਲੋ ਤੁਹਾਡੀ ਮੰਨੀ, ਵੱਡੇ ਭਰਾ ਦੀ ਜਿਹੜੀ ਹੈ ਉਹ ਮੰਨੀ। ਹੁਣ ਦੇਖੋ ਗੱਲ ਕੀ ਹੈ, ਹੁਣ ਫਾਈਬਰ ਤਾਂ ਪਹੁੰਚਾ ਦਿਓ, ਫਾਸਟ ਇੰਟਰਨੈਟ ਪਹੁੰਚਾ ਦਿਓ, ਦੇਖੋ ਚੀਜ਼ਾਂ ਦੀ ਲੋੜ ਹੈ, ਉਹ ਕੰਮ ਨਹੀਂ ਚੱਲਣਾ, ਪਰ ਇੱਕ ਸਿਸਟਮ ਤਾਂ ਡਿਵੈਲਪ ਕਰਨਾ ਪਊਗਾ ਨਾ। ਸੰਧਾਲੀਆ ਸਾਹਿਬ, ਆਪਾਂ ਲਿਫਾਫਿਆਂ ਦੀ ਗੱਲ ਕਰਦੇ ਸੀ, ਤੁਸੀਂ ਲਾਹਣ ਦੀ ਗੱਲ ਕੀਤੀ। 6 ਲੱਖ ਲੀਟਰ ਸ਼ਰਾਬ ਜਿਹੜੀ ਹੈ 2 ਨੰਬਰੀ ਜ਼ਹਿਰੀਲੀ ਵਿੱਚੇ ਹੀ ਲਾਹਣ, ਉਹ ਫੜੀ। ਜਦੋਂ ਫੜ ਲਈ, ਬੰਦਿਆਂ ਦੇ ਉੱਤੇ ਪਰਚੇ ਪੁਰਚੇ ਕਰ ਦਿੱਤੇ, ਤਾਂ 6 ਲੱਖ ਲੀਟਰ ਹੁਣ ਲਾਹਣ ਜਿਹੜੀ ਹੈ ਉਹ ਰੱਖਣੀ ਕਿੱਥੇ ਹੈ? ਅਗਲਿਆਂ ਨੂੰ ਇੱਕੋ ਹੀ ਹੁੰਦਾ ਕਿ ਦਰਿਆਵਾਂ ਦੇ ਕੰਢੇ ਕੁੰਡੇ ਦੇ ਉੱਤੇ ਬਹੁਤੀ ਨਿਕਲਦੀ ਆ, ਚੱਕ ਕੇ ਡੋਲ ਦਿਓ। ਫਿਰ ਸ਼ਿਕਾਇਤਾਂ ਆਈਆਂ ਕਿ ਜਦੋਂ 6 ਲੱਖ ਲੀਟਰ ਲਾਹਣ ਤੁਸੀਂ ਡੋਲ ਦਿੱਤੀ ਹੈ, ਉਹਦੇ ਨਾਲ ਜਿਹੜੇ ਜਲ ਜੀਵ ਹੈ, ਜਿਵੇਂ ਬਿਆਸ ਦੇ ਵਿੱਚ ਇੱਕ ਸੀਰਾ ਡੁੱਲ ਗਿਆ ਸੀ ਸ਼ੂਗਰ ਮਿਲ ਦਾ, ਉਦੋਂ ਬਹੁਤ ਸਾਰਾ ਨੁਕਸਾਨ ਹੋਇਆ। ਕਹਿੰਦੇ ਨੁਕਸਾਨ ਹੁਣ ਵੀ ਹੋ ਗਿਆ। ਚਲੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਹਿਤਾ ਕਿ ਬਿਲਕੁਲ ਨਹੀਂ ਪਾਈ, ਇੱਥੇ ਨਹੀਂ ਡੁੱਲਣੀ, ਪਰ ਪੁਲਿਸ ਵਾਲੇ ਨਸ਼ਟ ਕਿੱਥੇ ਕਰਨ? ਉਹਦੇ ਲਈ ਫੰਡ ਚਾਹੀਦਾ, ਉਹਦੇ ਲਈ ਸਿਸਟਮ ਚਾਹੀਦਾ, ਉਹਦੇ ਲਈ ਥਾਂ ਚਾਹੀਦੀ ਹੈ। ਇਸ ਕਰਕੇ ਆ ਬਹੁਤ ਵਧੀਆ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਭਾਈ ਫਾਸਟ ਇੰਟਰਨੈਟ ਪਿੰਡਾਂ ਤੱਕ ਪਹੁੰਚੂਗਾ। ਦਿਨ ਚਲੋ 1000 ਦੇ ਦਿੱਤਾ, ਅਗਲੀਆਂ ਲੋਕ ਸਭਾ ਚੋਣਾਂ ਦੇ ਨੇੜੇ ਤੇੜ ਦਾ ਟੀਚਾ। ਉਦੋਂ ਫਿਰ ਕਿਹਾ ਕਰਨਗੇ, ਦੇਖਾ ਹਮਨੇ ਕਹਾ ਥਾ, ਹਮਨੇ ਬੋਲਾ ਥਾ, ਇੰਟਰਨੈਟ ਪਹੁੰਚ ਗਿਆ ਕਿ ਨਹੀਂ ਪਹੁੰਚਾ? ਫਿਰ ਸਾਰੇ ਕਹਿਣਗੇ ਕਿ ਭਾਈ ਪਹੁੰਚ ਗਿਆ। ਪਰ ਇਹਦੇ ਨਾਲ ਸੰਧਾਲੀਆ ਸਭ ਕੁਝ ਹੋਰ ਚੀਜ਼ਾਂ ਜਿਹੜੀਆਂ ਸੀ, ਮੈਨੂੰ ਲੱਗਦਾ ਸੀ ਕਿ ਉਧਰਲੇ ਪਾਸੇ ਵੀ ਆਪਾਂ ਧਿਆਨ ਦੇ ਲੈਂਦੇ, ਕਿਉਂਕਿ ਲੋਕਡਾਊਨ ਦੇ ਵਿੱਚ ਆਪਾਂ ਦੇਖਿਆ ਕਿ ਦੇਸ਼ ਦਾ ਜਿਹੜਾ ਆਮ ਬੰਦਾ ਨਾ, ਉਹ ਤਾਂ ਵਿਚਾਰਾ ਚੱਪਲਾਂ ਜੋਗਾ ਵੀ ਨਹੀਂ, ਉਹ ਤਾਂ 2-2 ਹਜ਼ਾਰ ਕਿਲੋਮੀਟਰ ਸਾਈਕਲ ਦੇ ਉੱਤੇ ਸਾਰਾ ਟੱਬਰ ਬਿਠਾ ਕੇ ਧੂਈ ਲਿਜਾਂਦਾ ਸੀ। ਉਹ ਤਾਂ ਵਿਚਾਰਾ ਇੰਨੇ ਜੋਗਾ ਵੀ ਨਹੀਂ ਕਿ ਮਹੀਨੇ ਦੇ ਜਿਹੜੇ ਆ ਖਾਣ ਜੋਗੇ ਦਾਣੇ ਵੀ ਆਪਣੇ ਘਰ ਦੇ ਵਿੱਚ ਰੱਖ ਸਕੇ। ਇੰਟਰਨੈਟ ਸਾਨੂੰ ਚਾਹੀਦਾ, ਬਹੁਤ ਚੰਗੇ ਤਰੀਕੇ ਚਾਹੀਦਾ। ਪ੍ਰਧਾਨ ਮੰਤਰੀ ਸਾਹਿਬ ਨੇ ਚੰਗਾ ਹੋਇਆ ਇਹ ਗੱਲਾਂ ਆਖੀਆਂ, ਪਰ ਨਾਲ ਦੀ ਨਾਲ ਇੱਕ ਜਿਹੜੇ ਲੈਵਲ ਤੋਂ ਲੋਕਾਂ ਨੂੰ ਉੱਪਰਲੇ ਪਾਸੇ ਲੈ ਕੇ ਜਾਣਾ ਉਹ ਬਹੁਤ ਜ਼ਰੂਰੀ ਹੈ। ਹੁਣ ਸੰਧਾਲੀਆ ਸਾਹਿਬ, ਇੰਟਰਨੈਟ ਦੇ ਲਈ ਭਾਸ਼ਾ ਬੜੀ ਜ਼ਰੂਰੀ ਹੈ ਕਿ ਭਾਈ ਦੇਸ਼ ਦੇ ਵਿੱਚ ਇੱਕਸਰ ਹੋਵੇ। ਹੁਣ ਇੱਕ ਸਟੱਡੀ ਸਰਕਾਰ ਦੀ ਸਾਹਮਣੇ ਆਈ ਹੈ, ਉਹਦੇ ਵਿੱਚ ਉਹ ਕਹਿੰਦੇ ਆ ਕਿ ਬਿਹਾਰ ਦੇ 6% ਬੱਚੇ ਜਿਹੜੇ ਇੰਗਲਿਸ਼ ਮੀਡੀਅਮ ਪੜ੍ਹਦੇ ਆ, ਟੋਟਲ 6, ਤੇ ਤੇਲੰਗਾਨਾ ਦੇ 70% ਦੇ ਕਰੀਬ ਹੈ।
ਜੰਮੂ ਕਸ਼ਮੀਰ ਦੇ 95% ਬੱਚੇ ਜਿਹੜੇ ਪੜ੍ਹਦੇ ਆ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਦੇ ਆ। ਜਾਣੀ ਕਿ ਜਿਹੜੀ ਇੱਕ ਸਮਾਨਤਾ ਜਿਹੀ ਹੈ ਨਾ, ਜਿਹੜਾ ਇੱਕ ਘਰ ਦੇ ਵਿੱਚ ਤਾਂ ਉਹ ਕੁੱਲੀ 'ਚ ਰੋਟੀ ਮਸੀਂ ਪੱਕਦੀ ਆ ਤੇ ਦੂਜੇ ਪਾਸੇ ਪਰੌਂਠੇ ਜਿਹੜੇ ਆ ਉਹ ਦੋਨੇ ਪਾਸੇ ਘੇ ਲਾ ਲਾ ਕੇ ਹੋਈ ਜਾਂਦੇ ਆ, ਉੱਥੇ ਫਿਰ ਕੰਮ ਖਰਾਬ ਹੁੰਦਾ। ਬਾਕੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸਵਾਗਤ ਕਰਨਾ ਤਾਂ ਬਣਦਾ। ਨਹੀਂ ਚਲੋ ਸਵਾਗਤ ਤਾਂ ਕਰਨਾ ਬਣਦਾ, ਪਰ ਇਹਦੇ ਵਿੱਚ ਵੀ ਨਾ ਬਾਠ ਸਾਹਿਬ ਹੈ ਤਾਂ ਐਵੇਂ ਕਹਿ ਲਓ ਕਿ ਵੀ ਪੋਸਟਮਾਰਟਮ ਵਾਲੀ ਗੱਲ ਹੀ, ਪਰ ਮੈਂ ਚਾਹੁੰਦਾ ਆਪਾਂ ਕਰਕੇ ਦੇਖੀਏ ਯਾਰ ਇਸ ਚੀਜ਼ ਦੀ ਗੱਲ। ਹੁਣ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਮੋਦੀ ਸਾਹਿਬ ਵੀ ਡਿਜੀਟਾਈਜੇਸ਼ਨ ਵਾਲੇ ਪਾਸੇ ਹੈ। ਉਹਨਾਂ ਨੇ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਦੋਂ ਉਹਨਾਂ ਨੇ ਨਾ ਟੈਕਸ ਰਿਫਾਰਮ ਦੀ ਗੱਲ ਕੀਤੀ ਕਿ ਜਿਹੜਾ ਟੈਕਸੇਸ਼ਨ ਢਾਂਚਾ ਇਹਨੂੰ ਆਪਾਂ ਹੋਰ ਵਧੀਆ ਕਰਨਾ। ਉਹ ਕਹਿੰਦੇ ਫੇਸਲੈਸ ਕਰ ਦੇਣਾ, ਫੇਅਰ ਕਰ ਦੇਣਾ ਤੇ ਫੀਅਰਲੈਸ ਕਰ ਦੇਣਾ, ਯਾਨੀ ਕਿ ਵੀ ਨਾ ਤਾਂ ਕਿਸੇ ਦਾ ਕੋਈ ਚਿਹਰਾ ਸਾਹਮਣੇ ਆਵੇ ਵੀ ਕੌਣ ਬੰਦਾ ਤੁਹਾਨੂੰ ਕੋਈ ਦਬਕੇ ਮਾਰ ਰਿਹਾ, ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਤੁਸੀਂ ਟੈਕਸ ਦਿਓ, ਤੁਹਾਨੂੰ ਡਰ ਕੋਈ ਨਾ ਹੋਵੇ ਕਿ ਜੇ ਮੈਂ ਟੈਕਸ ਦਿੱਤਾ ਤੇ ਕੱਲ੍ਹ ਨੂੰ ਪਤਾ ਨਹੀਂ ਕੀ ਰੌਲਾ ਪੈ ਜਾਣਾ। ਹੁਣ ਉਹ ਸਾਰੇ ਕੁਛ ਦਾ ਜੋੜ ਤੋੜ ਲਾ ਕੇ ਵੀ ਜੇ 1 ਅਰਬ ਤੇ 35-36 ਕਰੋੜ ਦੀ ਆਬਾਦੀ ਆ ਤੇ ਉਹਦੇ ਵਿੱਚੋਂ 1 ਕਰੋੜ 1.5 ਕਰੋੜ ਬੰਦਾ ਜੇ ਟੈਕਸ ਦੇ ਰਿਹਾ ਤੇ ਆਪਾਂ ਉਸ ਚੀਜ਼ ਦੇ ਉੱਪਰ ਪੱਟ ਮਾਰਨ ਲੱਗ ਪਈਏ ਕਿ ਆਹ ਦੇਖੋ ਜੀ ਇਨਕਮ ਟੈਕਸ ਦੇ ਵਿੱਚ ਅਸੀਂ ਆਹ ਸਾਰਾ ਕੁਛ ਕਰ ਲਿਆ। ਮਤਲਬ ਮੈਂ ਇਹ ਤਾਂ ਕਹਿ ਰਿਹਾ ਕਿ ਵੀ ਪੈਸੇ ਦੇ ਮਾਮਲੇ ਦੇ ਵਿੱਚ ਏਡੀ ਵੱਡੀ ਆਬਾਦੀ ਦੇ ਵਿੱਚ ਸਿਰਫ 1 ਕਰੋੜ 1.5 ਕਰੋੜ ਬੰਦਾ ਜਿਹੜਾ ਚੀਜ਼ ਦੇ ਰਿਹਾ ਉਹਦੇ ਤੇ ਪ੍ਰਧਾਨ ਮੰਤਰੀ ਸਾਹਿਬ ਬੋਲ ਰਹੇ ਆ, ਪਰ ਜਿਹੜੇ ਮੁੱਦੇ 80% ਜਾਂ 90% ਆਬਾਦੀ ਨਾਲ ਜੁੜੇ ਹੋਏ ਆ ਉਹਨਾਂ ਮੁੱਦਿਆਂ ਤੇ ਕਦੀ ਕੋਈ ਗੱਲ ਸੁਣੀ ਨਹੀਂ ਯਾਰ। ਜਦੋਂ ਸੰਧਾਲੀਆ ਸਾਹਿਬ ਤੁਸੀਂ ਵੀ ਜਾਂਦੇ ਹੋ ਸੂਟ ਸਾਟ ਲੈ ਕੇ ਦੇਣ ਨਾਲ ਜਾਂਦੇ ਹੋ ਪਰਿਵਾਰ ਦੇ ਨਾ, ਤੁਸੀਂ ਉੱਥੇ ਦੇਖੋ ਮਾਨਸਿਕਤਾ ਇੱਕ ਹੁੰਦੀ ਹੈ। ਉਹ ਕੀ ਕਹਿਣਗੇ ਕਿ ਲਾਈਟਾਂ ਲੂਟਾਂ ਲੱਗੀਆਂ, ਉਹਨਾਂ ਨੇ ਸੂਟ ਵਧੀਆ ਤਰੀਕੇ ਨਾਲ ਐ ਮੂਹਰੇ ਖਿਲਾਰ ਦੇਣਾ, ਭੈਣ ਜੀ ਸੂਟ ਆਹੀ ਵਧੀਆ ਚੱਲਦਾ ਹੀ ਆਹੀ ਹੈ, ਇਹਦਾ ਰਿਵਾਜ ਹੀ ਹੁਣ ਆਇਆ, 2 ਹੀ ਪੀਸ ਆਏ ਅਜੇ ਮਾਰਕੀਟ ਦੇ ਵਿੱਚ, ਦੂਜੇ ਜੇ 3 ਮਹੀਨਿਆਂ ਨੂੰ ਆਉਣੇ ਆ। ਭੈਣ ਜੀ ਪਾ ਕੇ ਨਿਕਲੋਗੇ ਤਾਂ ਸਾਰੀਆਂ ਬੀਬੀਆਂ ਨੇ ਪੁੱਛਣਾ ਕਿ ਲਿਆ ਕਿੱਥੋਂ ਹੈ, ਸਟੱਫ ਬੜਾ ਵਧੀਆ, ਕਢਾਈ ਦੇਖੋ ਨਾ ਕਿੱਥੇ ਦੀ ਹੈ, ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਦਾ ਨਾਂ ਲੈ ਦਿੰਦੇ ਆ। ਜਦੋਂ ਉਹਨਾਂ ਨੇ ਤੁਹਾਨੂੰ ਠੰਡੇ ਦਾ ਗਲਾਸ ਵੀ ਪਹਿਲਾਂ ਹੀ ਫੜਾ ਦੇਣਾ, ਨਾਲ ਇਹ ਵੀ ਕਹਿ ਦੇਣਾ ਕਿ ਭਾਜੀ ਹੁਣ ਦੇ ਟੌਰ ਬੜੀ ਹੈ, ਭਾਜੀ ਹੁਣ ਤਾਂ ਸਾਰੇ ਦੇਖਦੇ ਆ ਟੀਵੀ ਤੇ ਆਉਂਦੇ ਆ, ਭਾਜੀ ਹੁਣੀ ਨਾ ਭਾਜੀ ਉੱਠਣ ਜੋਗਾ ਨਾ ਭੈਣ ਜੀ ਹੁਣੀ ਉੱਠਣ ਜੋਗੇ। ਤਾਂ ਫਿਰ ਉਸ ਵੇਲੇ ਹੁੰਦਾ ਇਹ ਆ ਕਿ ਭਾਈ ਜਿਹਨੇ ਹੁਣ ਸਿਫਤਾਂ ਹੀ ਇੰਨੀਆਂ ਕਰ ਦਿੱਤੀਆਂ, ਜਾਣੀ ਕਿ ਉਹਨਾਂ ਨੇ ਇੱਦਾਂ ਹੀ ਦਰਸਾ ਦੇਣਾ ਕਿ ਭਾਈ ਇਹਦੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਹੁਣ ਇੱਦਾਂ ਹੀ ਸਾਡੀਆਂ ਸਰਕਾਰਾਂ ਨੇ, ਇੱਦਾਂ ਹੀ ਸਾਡੇ ਸਿਆਸੀ ਲੀਡਰ ਹੈ, ਉਹਨਾਂ ਨੂੰ ਇੱਕੋ ਕੰਮ ਆ ਕਿ ਭਾਈ ਆਹ ਅੰਕੜਾ ਏਡਾ ਵੱਡਾ ਕਰਕੇ ਪੇਸ਼ ਕਰ ਦਿਓ ਕਿ ਲੋਕ ਹੋਰ ਕੁਝ ਸੋਚਣ ਹੀ ਨਾ, ਲੋਕ ਇਹੀ ਦੇਖਣ ਕਿ ਭਾਈ ਦੇਖੋ ਕਿੰਨੇ ਗੁਣਾ ਲੋਕ ਟੈਕਸ ਦੇਣ ਲੱਗ ਪਏ। ਹਾਲਾਂਕਿ ਇਹ ਗੱਲ ਆਪਾਂ ਬਿਲਕੁਲ ਨਹੀਂ ਦੇਖਣੀ ਕਿ ਭਾਈ ਅਜੇ ਵੀ ਸਾਡੇ ਦੇਸ਼ ਦੇ ਵਿੱਚ ਕੁਝ ਇਲਾਕੇ ਇੱਦਾਂ ਦੇ ਹੈਗੇ ਆ, ਜਿਸ ਦੇਸ਼ ਦੇ ਕੁਝ ਇਲਾਕਿਆਂ 'ਚ ਲੋਕ ਅਜੇ ਵੀ ਨਫ਼ਰਤੀ ਭਾਵ ਦੇ ਨਾਲ ਹੀ ਤੁਰੇ ਫਿਰਦੇ ਆ। ਹੁਣ ਸੰਧਾਲੀਆ ਸਾਹਿਬ ਮੈਂ ਕਹਿੰਦਾ ਕਿ ਇੰਟਰਨੈਟ ਵੀ ਆਜੂ, ਮੈਂ ਕਹਿੰਦਾ ਕਿ ਲੋਕ ਟੈਕਸ ਵੀ ਦੇਣ ਲੱਗ ਪੈਣਗੇ, ਪਰ ਜੇ ਅਜੇ ਤੱਕ ਸਾਨੂੰ ਇਸ ਗੱਲ ਦਾ ਹੀ ਆਸਰਾ ਨਹੀਂ ਹੈਗਾ ਕਿ ਲੋਕਾਂ ਨੇ ਪਤਾ ਨਹੀਂ ਕਦੋਂ ਫਸ ਪੈਣਾ, ਪਤਾ ਨਹੀਂ ਕਿਹੜੇ ਲੀਡਰ ਨੇ ਕਦੋਂ ਟਵੀਟ ਕਰ ਦੇਣਾ, ਪਤਾ ਨਹੀਂ ਕਿਹੜੇ ਲੀਡਰ ਨੇ ਕਦੋਂ ਇਦਾਂ ਦਾ ਬਿਆਨ ਦੇ ਦੇਣਾ ਕਿ ਅਸੀਂ ਇੱਕ ਦੂਜੇ ਦੇ ਨਾਲ ਫਸ ਕੇ ਦੂਜੇ ਪਾਸੇ ਨੂੰ ਤੁਰ ਪੈਣਾ। ਲੋਕਾਂ ਨੂੰ ਪਹਿਲਾਂ ਤਾਂ ਆਪਣੀ ਸੁਰੱਖਿਆ ਜਿਹੜੀ ਹੈ, ਆਪਸ ਵਿੱਚ ਮਿਲਵਰਤਨ ਜਿਹੜਾ ਸਾਂਝ ਜਿਹੜੀ ਹੈ, ਕਿਉਂਕਿ ਭਾਸ਼ਾਵਾਂ ਵੱਖ-ਵੱਖ ਨੇ, ਧਰਮ ਵੱਖ-ਵੱਖ ਨੇ, ਜਾਤਾਂ ਦੇ ਵਿੱਚ ਅਸੀਂ ਵੰਡੇ ਹਾਂ, ਉਧਰਲੇ ਪਾਸੇ ਬਹੁਤ ਵੱਡੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਪਰ ਅਸੀਂ ਉਧਰਲੇ ਪਾਸੇ ਤੁਰਦੇ ਨਹੀਂ। ਹੁਣ ਤੁਸੀਂ ਦੇਖੋ ਇੱਕ ਛੋਟੀ ਜਿਹੀ ਗੱਲ, ਤੁਰਾਂਗੇ ਕਿੱਦਾਂ ਬਾਠ ਸਾਹਿਬ, ਕੀ ਗੱਲਾਂ ਕਰਦੇ ਯਾਰ ਤੁਸੀਂ ਗਲਤ ਗਾਈਡ ਕਰ ਰਹੇ ਹੋ। ਮੰਨ ਲਓ ਵੀ ਲੀਡਰ ਹੈ, ਲੀਡਰ ਕਹਿੰਦਾ ਵੀ ਲੋਕ ਹੋ ਜਾਣ ਇਕੱਠੇ, ਜਦੋਂ ਲੋਕ ਹੋ ਗਏ ਇਕੱਠੇ, ਮੰਨ ਲਓ ਵੀ ਮੈਂ ਕਹਿਣਾ ਵੀ ਯਾਰ ਬਾਠ ਗੱਲ ਏਦਾਂ ਮੇਰੇ ਵੀਰ ਵੀ ਗੰਢੇ ਮਹਿੰਗੇ ਹੋ ਗਏ, ਹੁਣ ਗੰਢੇ ਤੁਸੀਂ ਵੀ ਖਾਂਦੇ ਹੋ, ਹੁਣ ਜੇ ਗੰਢੇ ਤੇ ਤੁਸੀਂ ਵੀ ਖਾਣੇ ਹੋ, ਨਾਲ 2-4 ਗਵਾਂਢੀਆਂ ਨਾਲ ਗੱਲ ਕਰਾਂਗੇ ਯਾਰ ਗੰਢੇ ਦਾ ਵਾਕਿਆ ਮਹਿੰਗੇ ਹੋ ਗਏ, ਮੈਂ ਵੀ ਖਾਣਾ ਯਾਰ, ਮੈਂ ਵੀ ਖਾਣਾ, ਲੋਕ ਇਕੱਠੇ ਹੋ ਗਏ ਨਾ, ਏਕਾ ਹੋ ਗਿਆ ਜੀ। ਤੇ ਜੇ ਮੁੱਦਾ ਮੰਨ ਲਓ ਇਹ ਹੋਵੇ ਕਿ ਯਾਰ ਬਾਠ ਗੱਲ ਏਦਾਂ ਵੀ ਜਿਹੜਾ ਮੇਰੇ ਵਾਲਾ ਬਾਬਾ ਨਾ ਉਹ ਕਹਿੰਦਾ ਵੀ ਬਾਠ ਬੰਦਾ ਠੀਕ ਨਹੀਂ, ਤੂੰ ਏਦਾਂ ਕਰ ਜਾਂ ਤੇ ਮੇਰੇ ਵਾਲੇ ਬਾਬੇ ਨੂੰ ਮੰਨਣ ਲੱਗ ਪਾ, ਨਹੀਂ ਤੇ ਮੇਰੇ ਨਾਲ ਤੇਰਾ ਫਿਰ ਕੂਣ ਬੋਲਣ ਬੰਦ ਆ ਜੀ। ਉਹਨਾਂ ਨੂੰ ਉਸ ਚੀਜ਼ 'ਚ ਫਾਇਦਾ, ਤੇ ਤੁਸੀਂ ਕਹਿੰਦੇ ਯਾਰ ਬੰਦੇ ਇਕੱਠੇ ਕਰ ਲਈ, ਕੀ ਗੱਲਾਂ ਕਰਦੇ ਹੋ? ਨਹੀਂ ਦੇਖੋ ਡਿਵੈਲਪਮੈਂਟ ਬਹੁਤ ਹੋਈ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ, ਤੁਸੀਂ ਮੇਰੇ ਨਾਲ ਨਹੀਂ ਸਹਿਮਤ, ਮੈਂ ਤੁਹਾਡੇ ਨਾਲ ਨਹੀਂ ਸਹਿਮਤ। ਇੱਦਾਂ ਹੀ ਹੁੰਦੀ ਨਾ ਆਪਣੇ ਕਿ ਜਿਹੜਾ ਬੰਦਾ ਸਹਿਮਤ ਹੋ ਗਿਆ ਉਹ ਠੀਕ ਆ, ਜਿਹਨੇ ਕਹਿਤਾ ਤੇਰੀ ਗੱਲ ਠੀਕ ਨਹੀਂ, ਹਾਂ ਉਹ ਕੋ ਬੰਦਾ ਉਹ ਲੈ ਉਹਦੇ ਲਾਗੇ ਨਾ ਬੈਠਾ ਕਰ, ਐਵੇਂ ਉਹ ਬੰਦਾ ਐਵੇਂ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਦਾ। ਹੁਣ ਤੁਸੀਂ ਦੇਖੋ, ਤੁਸੀਂ ਬਿਲਕੁਲ ਨਹੀਂ ਝੁਠਲਾ ਸਕਦੇ, ਮੈਂ ਡਿਵੈਲਪਮੈਂਟ ਦੀ ਗੱਲ ਕਰਨ ਲੱਗਾ, ਤੁਸੀਂ ਮਨਾ ਕਰਕੇ ਦੇਖਿਓ, ਤੁਸੀਂ ਗੱਲ ਕੱਟ ਕੇ ਦੇਖਿਓ, ਤੁਸੀਂ ਕੱਟ ਹੀ ਨਹੀਂ ਸਕਦੇ। ਇੱਕ ਪ੍ਰੋਜੈਕਟ ਲਿਆਂਦਾ ਗਿਆ ਸੀ ਸਮਾਰਟ ਸਿਟੀ ਪ੍ਰੋਜੈਕਟ, ਕਿ ਭਾਈ ਸ਼ਹਿਰ ਸਮਾਰਟ ਬਣਾ ਦੇਣੇ ਆ, ਅੱਧੇ ਪੈਸੇ ਸਟੇਟ ਦਊ, ਅੱਧੇ ਪੈਸੇ ਸੈਂਟਰ ਦਊ, ਸੜਕਾਂ ਚਮਕਦੀਆਂ, ਸੀਵਰੇਜ ਸਿਸਟਮ ਵਧੀਆ, ਸਫਾਈ ਦਾ ਪ੍ਰਬੰਧ, ਡਸਟਬਿਨ ਨਵੇਂ, ਬਿਜਲੀ ਦੀਆਂ ਤਾਰਾਂ ਬਦਲ ਦੇਣੀਆਂ, ਟਰਾਂਸਫਾਰਮਰ ਨਵੇਂ, ਮੈਂ ਕਿਹਾ ਕਹਾਣੀ ਕੋਈ ਨਹੀਂ, ਪਾਰਕ ਵਧੀਆ, ਸਟਰੀਟ ਲਾਈਟਾਂ ਕਮਾਲ, ਰਾਤ ਨੂੰ ਆਉਂਗੇ ਤੁਹਾਨੂੰ ਐ ਲੱਗੂਗਾ ਕਿ ਦੁਪਹਿਰਾ ਹੋਇਆ, ਸੂਰਜ ਸਿਖਰ ਦੇ ਉੱਤੇ ਲੱਗੂਗਾ, ਪਰ ਨਹੀਂ। ਜੈਪੁਰ ਰਾਜਸਥਾਨ ਦਾ ਸ਼ਹਿਰ ਹੈ,
ਥੋੜੇ ਮਹੀਨੇ ਪਹਿਲਾਂ ਹੀ ਅਜੇ ਉੱਥੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ, ਟੁੱਟਦੀ ਪਤਾ ਨਹੀਂ ਟੁੱਟਦੀ ਬਚਦੀ, ਉਹ ਤਾਂ ਲੀਡਰ ਜਾਣਨ। ਉਹ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਆਉਂਦਾ। ਸੰਧਾਲੀਆ ਸਾਹਿਬ ਥੋੜ੍ਹੇ ਜਿਹਾ ਘੰਟੇ ਮੀਂਹ ਪਿਆ, ਫੂਕਾਂ ਨਿਕਲ ਗਈਆਂ, ਚੀਕਾਂ ਨਿਕਲ ਗਈਆਂ। ਹੁਣ ਕਾਰਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਤਰਦੀਆਂ ਫਿਰਨ, ਸੈਂਕੜੇ ਘਰ ਢਹਿ ਗਏ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮੀਂਹ ਇੰਨਾ ਪੈ ਗਿਆ, ਮਸਲਾ ਇਹ ਹੈ ਕਿ ਜਿਹੜਾ ਸੀਵਰੇਜ ਸਿਸਟਮ ਅਸੀਂ ਪਾਤਾ, ਜਿਹਦੇ ਬਾਰੇ ਦਾਅਵੇ ਕੀਤੇ ਗਏ ਸੀ ਵੱਡੀਆਂ ਅਖਬਾਰਾਂ 'ਚ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਸਹਿਯੋਗ ਦੇ ਨਾਲ ਆ ਸਾਰਾ ਕੁਝ ਜਿਹੜਾ ਉਹ ਚੱਲਿਆ ਹੈ, ਅਸੀਂ ਇਹਨੂੰ ਸ਼ਹਿਰ ਨੂੰ ਸਮਾਰਟ ਬਣਾ ਦਿੱਤਾ। ਅਸਲ ਦੇ ਵਿੱਚ ਉਹ ਸਮਾਰਟ ਬਣਿਆ ਹੀ ਨਹੀਂ। ਜਾਣੀ ਆਮ ਲੋਕ, ਜਿਹੜਾ ਕੱਚੇ ਘਰ ਵਾਲਾ ਜਿਹਨੇ ਮਸੀਂ ਆਟੋ ਲਿਆ, ਆਟੋ 7-7 ਫੁੱਟ ਮਿੱਟੀ 'ਚ ਦੱਬ ਹੋਏ ਹੋ ਆ, ਸਕੂਲਾਂ ਦੇ ਵਿੱਚ ਪਾਣੀ ਵੜ ਗਿਆ। ਮੇਨ GT ਰੋਡ ਜਿਹੜਾ ਦਿੱਲੀ ਵਾਲੇ ਪਾਸੇ ਨੂੰ ਜਾਂਦਾ ਹੈ, ਉਸ GT ਰੋਡ ਦਾ ਪੰਗਾ ਜਿਹੜਾ ਪੈ ਗਿਆ ਕਿ ਭਾਈ ਬੰਦ ਹੋ ਗਿਆ। ਤੇ ਜੇ ਸਾਡੀਆਂ ਸਰਕਾਰਾਂ ਨੇ ਡਿਵੈਲਪਮੈਂਟ ਇਦਾਂ ਦੀ ਕਰਨੀ ਹੈ, ਜੇ ਸਾਡੇ ਕੋਲੇ ਹਸਪਤਾਲਾਂ 'ਚ ਡਾਕਟਰ ਵੀ ਨਹੀਂ ਹੋਣੇ, ਸਮਾਰਟ ਸਿਟੀ ਦੀ ਫੂਕ ਨਿਕਲ ਜਾਣੀ ਹੈ, ਫਿਰ ਤਾਂ ਵਧੀਆ ਫਾਈਬਰ ਪੈਣੀ ਚਾਹੀਦੀ ਹੈ। ਬਾਟ ਸਾਹਿਬ ਗੱਲ ਪਤਾ ਕਿ ਤੁਸੀਂ ਦਿੰਦੇ ਹੋ ਸਾਨੂੰ ਉਲਾਂਭੇ, ਤੇ ਜੇ ਮੈਂ ਹੁਣ ਲੀਡਰਾਂ ਵਾਲੇ ਪੁਆਇੰਟ ਆਫ ਵਿਊ ਤੋਂ ਬੋਲਾਂ ਤੇ ਉਹਨਾਂ ਨੇ ਇਹਦਾ ਮੁੱਦਾ ਇੱਕ ਹੋਰ ਬਣਾ ਲੈਣਾ। ਉਹ ਕਹਿਣਾ ਵੀ ਦੇਖੋ ਮਹਾਰਾਜ, ਐਸੀ ਸਰਕਾਰ ਆਈ ਹੈ ਦੇਸ਼ ਦੇ ਵਿੱਚ ਕਿ ਪਰਮਾਤਮਾ ਵੀ ਖੁਸ਼ ਹੋ ਗਿਆ। ਰਾਜਸਥਾਨ ਜਿਹੜਾ ਇਹ ਜਾਣਿਆ ਜਾਂਦਾ ਕਿ ਜੋ ਉੱਥੇ ਭਾਈ ਸਾਹਿਬ ਮੀਂਹ ਨਹੀਂ ਪੈਂਦਾ ਜੀ, ਉਹ ਤਾਂ ਰੇਗਿਸਤਾਨ ਹੈ, ਉੱਥੇ ਤਾਂ ਬਹੁਤ ਮੰਦਾ ਹਾਲ ਹੈ। ਉਸ ਧਰਤੀ ਤੇ ਮੀਂਹ ਪੈਣ ਲੱਗ ਪਏ। ਤੁਸੀਂ ਦੇਖਿਓ ਜੇ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤੇ ਆਉਂਦੇ ਕੁਝ ਸਾਲਾਂ ਦੇ ਵਿੱਚ ਰਾਜਸਥਾਨ ਵੀ ਹਰਿਆ ਭਰਿਆ ਹੋਏਗਾ, ਉੱਥੇ ਵੀ ਫਸਲਾਂ ਲਹਿਲਾਉਂਦੀਆਂ ਆਪਾਂ ਨੂੰ ਨਜ਼ਰ ਆਇਆ ਕਰਨਗੀਆਂ। ਇਹ ਵੀ ਤੇ ਇੱਕ ਐਂਗਲ ਹੈ ਨਾ। ਹੁਣ ਜਿੱਦਾਂ ਮੰਨ ਲਓ ਮੈਂ ਦੇਤਾ 4 ਦਿਨ ਉਹੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਟੀਵੀ ਤੇ ਡਿਬੇਟ ਹੋਣ ਲੱਗ ਪਏ ਕਿ ਆਪਕੋ ਲੱਗਦਾ ਹੈ ਕਿ ਰਾਜਸਥਾਨ ਮੇਂ ਬਾਰਿਸ਼ ਜ਼ਿਆਦਾ ਹੋਣੇ ਲੱਗੀ ਹੈ। ਇੱਕ ਵਾਰ ਮੁੱਦਾ ਚੱਲ ਪਿਆ, ਲੋਕਾਂ ਦਾ ਧਿਆਨ ਉਧਰ ਨੂੰ ਹੋ ਜਾਣਾ। ਤੁਹਾਡਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਸੀਵਰੇਜ ਸਿਸਟਮ ਮਾੜਾ ਤਾਂ ਪਾਣੀ ਫਸ ਗਿਆ, ਕਿਸੇ ਨੂੰ ਚੇਤਾ ਰਹਿਣਾ ਨਹੀਂ। ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ, ਮੈਂ ਤਾਂ ਇਸ ਐਂਗਲ ਤੋਂ ਸੋਚਿਆ ਹੀ ਨਹੀਂ। ਕਿਉਂਕਿ ਦੇਖੋ ਮੈਂ ਫਿਰ ਪਿਛਲੀ ਵਾਰੀ ਵੀ ਕਿਹਾ ਸੀ, ਕਿਉਂਕਿ ਮੈਂ ਹੈਗਾ ਆਮ ਬੰਦਾ, ਤੁਹਾਡਾ ਲੀਡਰਾਂ ਦੇ ਨਾਲ ਬਹਿਣ ਉੱਠਣਾ, ਕਿਉਂਕਿ ਲੀਡਰਾਂ ਨੇ ਸਵੇਰੇ ਉੱਠ ਕੇ ਟੈਲੀਫੋਨ ਕਰਨਾ। ਮੈਨੂੰ ਤਾਂ ਨਾ ਪਿਛਲੀ ਵਾਰੀ ਇੱਕ ਸ਼ੱਕ ਪੈ ਗਿਆ। ਤੁਸੀਂ ਕਿਹਾ ਸੀ ਕਿ ਟਿਕਟ ਨਹੀਂ ਚਾਹੀਦੀ, ਮੈਂ ਲਾ ਲਿਆ ਹਿਸਾਬ। ਮੈਂ ਕਿਹਾ ਸੰਧਾਲੀਆ ਬੰਦਾ ਮੇਰੇ ਮਗਰੋਂ ਹੋ ਗਿਆ ਸਿਆਣਾ, ਮੇਰੇ ਮਗਰੋਂ ਲੀਡਰਾਂ ਦੇ ਨਾਲ ਵੱਧ ਬਹਿਣ ਲੱਗ ਪਿਆ। ਪਹਿਲਾਂ ਅਸੀਂ ਦੋਏ ਭਰਾ ਇਕੱਠੇ ਚਾਹ ਚੂ ਪੀਦੀ ਸੀ, ਹੁਣ ਜਦੋਂ ਮਰ ਜਾ ਬੇਲ ਮਿਲਦਾ ਜਾਂ ਤਾਂ ਲੀਡਰ ਟੈਲੀਫੋਨ ਕਰਕੇ ਸੰਧਾਲੀਆ ਸਾਹਿਬ ਨੂੰ ਸੱਦ ਲੈਂਦੇ ਆ ਜਾਂ ਇਹਨਾਂ ਦੇ ਕੋਲੇ ਆ ਜਾਂਦੇ ਆ। ਮੈਨੂੰ ਇਹ ਪਤਾ ਲੱਗ ਗਿਆ ਤੁਸੀਂ ਹੁਣ ਸਿੱਧੇ ਰਾਜ ਸਭਾ ਜਾਣਾ, ਨਾ ਚੋਣ ਲੜਨੀ ਪਵੇ, ਨਾ ਵੋਟਾਂ ਲੈਣੀਆਂ ਪੈਣ, ਐਨ ਸੁੱਕੀ ਕਮਾਈ ਸਿੱਧੀ। ਨਹੀਂ ਚਲੋ ਇਹ ਤੇ ਸਮਾਂ ਦੱਸੂਗਾ। ਵੈਸੇ ਬਾਟ ਸਾਹਿਬ ਪਰ ਇੱਕ ਗੱਲ ਹੈਗੀ ਆ, ਇਹ ਜਿਹੜਾ ਤੁਸੀਂ ਸੀਵਰੇਜ ਸਿਸਟਮ ਦੀ ਗੱਲ ਕੀਤੀ ਨਾ, ਜਿਹੜਾ ਸਮਾਰਟ ਸਿਟੀ, ਇਹ ਮੈਨੂੰ ਨਾ ਧਿਆਨ 'ਚ ਆਇਆ। ਮੈਂ ਪਿਛਲੇ ਕੁਝ ਸਮੇਂ ਤੋਂ, ਮੇਰਾ ਖਿਆਲ ਸ਼ਾਇਦ ਅੱਗੇ ਵੀ ਆਪਾਂ ਫੋਕਸ ਕਈ ਵਾਰ ਗੱਲ ਕੀਤੀ ਆ ਕਿ ਇਹ ਜਦੋਂ ਉੱਪਰੋਂ ਬਿਆਨ ਦਾਗ ਦਿੱਤਾ ਜਾਂਦਾ ਨਾ ਕਿ ਵੀ ਆਪਾਂ ਫਲਾਨੀ ਚੀਜ਼ ਬਣਾਉਣੀ ਆ ਇੰਟਰਨੈਸ਼ਨਲ ਲੈਵਲ ਦੀ। ਹੁਣ ਇੰਟਰਨੈਸ਼ਨਲ ਲੈਵਲ ਦੀ ਗੱਲ ਬਣਾਉਣੀ ਆ, ਨਾਲ ਇੱਕ ਨਵੀਂ ਚੀਜ਼ ਚੱਲ ਪੈਂਦੀ ਆ ਕਿ ਬਾਹਰੋਂ ਕੁਛ ਨਹੀਂ ਲੈਣਾ, ਬਾਹਰਲੀ ਕਿਸੇ ਕੰਪਨੀ ਵੱਲ ਨਹੀਂ ਜਾਣਾ, ਆਪਾਂ ਸਾਰਾ ਕੁਛ ਭਾਰਤ 'ਚ ਹੀ ਕਰਨਾ, ਮੇਡ ਇਨ ਇੰਡੀਆ ਹੋਊਗਾ, ਵੋਕਲ ਫॉर ਲੋਕਲ ਹੋ ਜਾਓ ਤੁਸੀਂ, ਹੈ ਨਾ। ਹੁਣ ਇੱਥੇ ਜਲੰਧਰ ਦੇ ਵਿੱਚ ਤੁਸੀਂ ਵੀ ਮੇਰਾ ਖਿਆਲ ਕਿੰਨੇ ਸਾਲ ਤੁਸੀਂ ਜਵਾਨ ਹੋ ਗਿਆ ਸੜਕ ਬਣਦੀ ਦੇਖਦੇ ਦੇਖਦੇ, ਜਿਹੜੀ ਵੱਡੀ ਬਣੀ ਸੜਕ, ਉਹ ਅਜੇ ਤੱਕ ਵੀ ਉਹੀ ਕੁਛ ਹੈ। ਮਤਲਬ ਮੈਨੂੰ ਪਿਛਲੇ 2 ਸਾਲਾਂ ਤੋਂ ਆ ਇੱਕ ਥੋੜ੍ਹਾ ਜਿਹਾ ਟੋਟਾ ਕੋਈ 1.5-2 ਕਿਲੋਮੀਟਰ ਦਾ, ਉਹਦੇ ਵਿੱਚ ਦੇਖਿਆ ਵੀ ਉਹ ਬੰਦੇ ਪਹਿਲਾਂ ਆਉਂਦੇ ਆ ਜੀ, ਉਹ ਡਿਵਾਈਡਰ ਪਾ ਲੈਂਦੇ ਆ, ਡਿਵਾਈਡਰ ਦੇ ਉੱਪਰ ਫਿਰ ਰੰਗ ਫੇਰ ਕੇ, ਕੂਚੀ ਲਾ ਕੇ, ਬੋਰਡ ਲਾ ਕੇ, ਸੱਜੇ ਫਲਾਣੇ ਬੰਦੇ ਨੂੰ ਜਾਓ, ਖੱਬੇ ਫਲਾਣੇ ਬੰਦੇ ਨੂੰ ਜਾਓ। 2-3 ਮਹੀਨੇ ਬਾਅਦ ਇੱਕ ਨਵੀਂ ਮਸ਼ੀਨ ਆਉਂਦੀ ਹੈ, ਉਹ ਨਵੀਂ ਮਸ਼ੀਨ ਬੋਰਡ ਪੁੱਟਦੀ ਆ, ਡਿਵਾਈਡਰ ਪੁੱਟਦੀ ਆ, ਉਹੀ ਜਿਹੜੀ ਜਰੀਬ ਵਾਲੇ ਬੰਦੇ ਫਿਰ ਇੱਕ ਵਾਰ ਫੀਤਾ ਮਾਰਨ ਲੱਗ ਪੈਂਦੇ ਆ, ਉਹਦੇ ਨਾਲ 3 ਫੁੱਟ ਥਾਂ ਦੇ ਵਿੱਚ ਫਿਰ ਮਿੱਟੀ ਪਾਉਣ ਲੱਗ ਪੈਂਦੇ ਆ। ਉਹ ਮਿੱਟੀ ਦੇ ਉੱਪਰ ਫਿਰ ਰੋਡ ਰੋਲਰ ਚੱਲੀ ਜਾਂਦਾ, ਫਿਰ ਸੜਕ ਨੂੰ ਡਿਵਾਈਡਰ ਕਰਕੇ ਇੱਧਰ ਨੂੰ ਕਰ ਲਓ, ਉੱਧਰ ਨੂੰ ਕਰ ਲਓ, ਫਿਰ ਉਹਦੇ 'ਤੇ ਦੁਬਾਰਾ ਤੀਰ ਤੂਰ ਬਣਾ ਕੇ ਕਹਿੰਦੇ ਵੀ ਇਹ ਫਲਾਣੇ ਬੰਦੇ ਨੂੰ ਸੜਕ ਜਾਂਦੀ ਹੈ, ਢੀਂਗੜੇ ਬੰਦੇ ਨੂੰ ਸੜਕ ਜਾਂਦੀ ਹੈ। 3-4 ਮਹੀਨੇ ਬਾਅਦ ਫਿਰ ਉਸ 'ਤੇ ਉਹੀ ਕੁਛ ਹੋ ਜਾਂਦਾ। ਮੈਨੂੰ ਸਮਝ ਨਹੀਂ ਆਈ ਕਿ ਜੇ ਇੱਕ ਵਾਰ ਦੇ ਵਿੱਚ ਹੀ ਸਾਡੇ ਕੋਲੋਂ ਸੜਕ ਦਾ ਪਤਾ ਨਹੀਂ ਲੱਗਦਾ ਵੀ ਡਿਵਾਈਡਰ ਕਿੰਨਾ ਰੱਖਣਾ, ਸੜਕ ਕਿੰਨੀ ਚੌੜੀ ਰੱਖਣੀ ਆ, ਐਗਜ਼ਿਟ ਕਿੱਥੇ ਦੇਣਾ, ਡਾਇਵਰਜਨ ਕਿੱਥੇ ਦੇਣੀ ਆ, ਤੇ ਫਿਰ ਆਪਾਂ ਇਹ ਆਸ ਕਿਵੇਂ ਕਰ ਸਕਦੇ ਹਾਂ ਕਿ ਵੀ ਆਪਾਂ ਰਾਤੋਂ ਰਾਤ ਜਿਹੜਾ ਪੂਰਾ ਦੇਸ਼ ਹੈ ਉਹਦੇ ਸਾਰੇ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾ ਦਿਆਂਗੇ। ਲੈ ਦੇਖ, ਹੈ ਉਹੀ ਗੱਲਾਂ ਸੰਧਾਲੀਆ ਸਾਹਿਬ, ਇਹ ਗੱਲਾਂ ਨਹੀਂ, ਇਹ ਕਮਲੀਆਂ ਮਾਰ ਦਿੱਤੀਆਂ। ਪਤਾ ਕਿਵੇਂ? ਹੁਣ ਤੁਸੀਂ ਦੇਖੋ, ਲੀਡਰ ਜਦੋਂ ਇਲੈਕਸ਼ਨ ਲੜਦੇ ਆ, ਇਹ ਮੁੱਢ ਵੱਜਦਾ ਉੱਥੋਂ। ਉਹ ਲੀਡਰ ਇੱਕ ਪਿੰਡ ਜਾਂਦੇ ਆ, ਉੱਥੇ ਮੇਰੇ ਵਰਗੇ ਬੰਦੇ ਨੇ ਕਹਿਣਾ ਕਿ ਜੀ ਸਾਡਿਓਂ ਚਾਹ ਪੀ ਜਾਓ, ਬਦਾਨਾ ਨਾਲ ਰੱਖ ਦੇਣਾ। ਤੁਹਾਡੇ ਵਰਗੇ ਬੰਦੇ ਨੇ ਕਹਿਣਾ ਸਾਡਿਓਂ ਵੀ ਚਾਹ ਪੀਓ। ਜਦੋਂ ਤੁਸੀਂ ਕਹਿਣਾ ਸਾਡਿਓਂ ਵੀ ਚਾਹ ਪੀਓ, ਉਹਨਾਂ ਨੂੰ ਪਤਾ ਲੱਗਦਾ ਕਿ ਥੈਲੀ ਮਿਲਣੀ ਹੈ। ਫਿਰ ਤੁਸੀਂ ਘਰ ਜਾ ਕੇ ਹੌਲੀ ਦੇਣੀ ਥੈਲੀ ਭੇਂਟ ਕਰਨੀ ਹੈ। ਲੀਡਰ ਨੇ ਵੀ ਫਿਰ ਉਹਦੀ ਨਾ ਉਹ ਜਿਹੜੀ ਝੱਗੀ ਪਾਈ ਹੋਣੀ ਉਹਦੀ ਅੰਦਰਲੀ ਜੇਬ ਦੇ ਵਿੱਚ ਰੱਖ ਲੈਣੀ ਹੈ। ਉਹਦੇ ਤੋਂ ਬਾਅਦ ਫਿਰ ਦੂਜੇ ਪਾਸੇ ਜਾਣਾ ਹੈ, ਉਹ ਦੂਜਿਆਂ ਨੇ ਵੀ ਥੈਲੀ ਭੇਂਟ ਕਰਨੀ ਹੈ। ਜੇ ਮੰਨ ਲਓ ਤੁਹਾਡੀ ਮੰਨ ਲੈਣ ਲੀਡਰ ਕਿ ਭਾਈ ਚਲੋ ਸੰਧਾਲੀਆ ਸਾਹਿਬ ਸਿਆਣੇ ਬੰਦੇ ਨੇ, ਇਹਨਾਂ ਦੀ ਮੰਨ ਲੈਂਦੇ ਹਾਂ, ਸੜਕ ਬਣਾਉਣ ਤੋਂ ਪਹਿਲਾਂ ਅਸੀਂ ਟੈਲੀਫੋਨ ਦੀਆਂ ਤਾਰਾਂ ਵੀ ਪਾ ਦਈਏ,
ਸੜਕ ਬਣਾਉਣ ਤੋਂ ਪਹਿਲਾਂ ਅਸੀਂ ਵਾਟਰ ਸਪਲਾਈ ਦੇ ਪਾਈਪ ਵੀ ਪਾ ਦਈਏ, ਸੜਕ ਬਣਾਉਣ ਤੋਂ ਪਹਿਲਾਂ ਅਸੀਂ ਸੀਵਰੇਜ ਵਾਲਾ ਕੰਮ ਵੀ ਪਾ ਦਈਏ, ਸੜਕ ਬਣਾਉਣ ਤੋਂ ਪਹਿਲਾਂ ਅਸੀਂ ਥੋੜ੍ਹੇ ਜਿਹੇ ਹੋਰ ਪਾਈਪ ਵੀ ਪਾ ਦਈਏ ਕਿ ਭਲਕ ਨੂੰ ਜੇ 4 ਤਾਰਾਂ ਹੋਰ ਟੈਲੀਫੋਨ ਦੀਆਂ ਵੀ ਲੰਘਾਉਣੀਆਂ ਪੈਣ ਤਾਂ ਅਸੀਂ ਇਹਦੇ ਵਿੱਚ ਦੀ ਲੰਘਾ ਲਾਂਗੇ, ਫਿਰ ਤਾਂ ਕੰਮ ਨਿਬੜ ਗਿਆ। ਉਹ ਭਾਈ ਆ ਜਿਨ੍ਹਾਂ ਨੇ ਥੈਲੀਆਂ ਥੁਲੀਆਂ ਭੇਂਟ ਕੀਤੀਆਂ ਹੁੰਦੀਆਂ, ਇਹਨਾਂ ਬੰਦਿਆਂ ਨੇ ਮੁੜ ਕੇ ਠੇਕੇ ਵੀ ਤਾਂ ਲੈਣੇ ਆ। 5 ਸਾਲ ਤਾਂ ਅੱਜ ਐਕਸ਼ਨ ਹੋਈ ਆ, ਭਲਕ ਨੂੰ ਆਏ ਖੜੇ ਆ, ਤੇ ਉਹਨਾਂ 5 ਸਾਲਾਂ ਬਾਅਦ ਥੈਲੀ ਦੀ ਫਿਰ ਲੋੜ ਹੋਣੀ ਹੈ। ਇਸ ਕਰਕੇ ਪਹਿਲਾਂ ਆਪਾਂ ਸੜਕ ਬਣਾਵਾਂਗੇ, ਠੇਕਾ ਇੱਕ ਨੂੰ ਦੇਵਾਂਗੇ, ਉਹਦੇ ਥੈਲੀ ਦਾ ਮੁੱਲ ਮੋੜਾਂਗੇ, ਉਹਦੇ ਤੋਂ ਬਾਅਦ ਅਸੀਂ ਫਿਰ ਟੈਲੀਫੋਨ ਦੀਆਂ ਤਾਰਾਂ ਤੂਰਾਂ ਪੱਟਣੀਆਂ ਠੇਕਾ ਕਿਸੇ ਹੋਰ ਨੂੰ ਦੇਵਾਂਗੇ, ਉਹਦੇ ਤੋਂ ਬਾਅਦ ਫਿਰ ਅਸੀਂ ਸੀਵਰੇਜ ਸਿਸਟਮ ਲਈ ਕੰਮ ਕਰਨਾ ਠੇਕਾ ਫਿਰ ਕਿਸੇ ਨੂੰ ਦੇਵਾਂਗੇ, ਤੇ 4-5 ਕੰਮ ਕਰਕੇ ਅਸੀਂ ਦੁਬਾਰਾ ਫਿਰ ਸੜਕ ਬਣਾਉਣ ਦੇ ਲਈ ਜਾਂ ਉਹਦੀ ਰਿਪੇਅਰ ਪੂਰ ਕਰਨ ਦੇ ਲਈ ਠੇਕਾ ਫਿਰ ਕਿਸੇ ਨੂੰ ਦੇਵਾਂਗੇ। ਇਸ ਕਰਕੇ ਭਾਈ ਚੋਣਾਂ ਦਾ ਬਹੁਤ ਖਿਆਲ ਰਹਿੰਦਾ। ਤੁਸੀਂ ਤੁਸੀਂ ਬਾਟ ਸਾਹਿਬ ਸਾਡੀਆਂ ਅੰਦਰਲੀਆਂ ਗੱਲਾਂ ਨਾ ਬਾਹਰ ਲਿਆਓ ਯਾਰ, ਤੁਹਾਨੂੰ ਐਵੇਂ ਕੱਲ ਲਈ ਛੇੜ ਲਈਦਾ, ਤੁਸੀਂ ਤੇ ਫਿਰ ਜਮਾ ਪੋਤੜੇ ਫਰੋਲਣ ਤੱਕ ਚਲੇ ਜਾਂਦੇ ਆ। ਚਲੋ ਗੱਲ ਨੱਪੀ ਰਹਿਣ ਦਿਓ, ਅਸੀਂ ਇਸ ਪਾਸੇ ਜਾਂਦੇ ਨਹੀਂ, ਆਪਾਂ ਹੋਰ ਗੱਲ ਕਰ ਲੈਂਦੇ ਆ। ਅੱਛਾ, ਵੈਸੇ ਇਹ ਸਾਰੇ ਕੁਝ ਦੇ ਵਿੱਚ ਨਾ ਕੁਝ ਚੀਜ਼ਾਂ ਤਾਂ ਐਸੀਆਂ ਲੱਗਦੀਆਂ ਕਿ ਜਿਹੜੇ ਫੈਸਲੇ ਆ ਉਹਨਾਂ ਨੂੰ ਕਈ ਸਾਲ ਲੱਗ ਜਾਂਦੇ ਆ, ਤੇ ਕੁਝ ਫੈਸਲੇ ਜਿਹੜੇ ਧੜਾ ਧੜ ਹੋ ਜਾਂਦੇ ਆ। ਇਹਦੇ ਵੱਲ ਜਾਣ ਤੋਂ ਪਹਿਲਾਂ ਮੈਨੂੰ ਕੁਦਰਤੀ ਯਾਦ ਆ ਗਿਆ, ਜਿਹੜਾ ਤੁਸੀਂ ਇਹ ਗੱਲ ਕੀਤੀ ਨਾ ਠੇਕੇਦਾਰ ਵਾਲੀ, ਆਹ ਬਿਹਾਰ ਦੀ ਤੁਸੀਂ ਸੁਣੀ ਲਈ ਹੋਣੀ ਹੈ ਕਿ ਵੀ ਆਹ ਜਿਹੜਾ ਲਾਕਡਾਊਨ ਸੀਗਾ ਨਿਤੀਸ਼ ਕੁਮਾਰ ਲਈ ਬੜਾ ਮਾੜਾ ਰਿਹਾ। ਇੱਕ ਪਹਿਲਾਂ ਉਹਨੇ ਜੂਨ 'ਚ ਉਦਘਾਟਨ ਕੀਤਾ ਸੀ, ਉਹ ਪੁਲ ਉਦਘਾਟਨ ਦੇ 29ਵੇਂ ਦਿਨ ਡਿੱਗ ਪਿਆ ਜੀ। 1 ਅਗਸਤ ਦੇ ਵਿੱਚ ਭਾਣਾ ਵਾਪਰ ਗਿਆ, ਜਿੱਦਣ ਉਹਨੇ ਉਦਘਾਟਨ ਕਰਨ ਜਾਣਾ ਸੀ ਉਹ ਤੋਂ ਠੀਕ 2 ਘੰਟੇ ਪਹਿਲਾਂ ਡਿੱਗ ਪਿਆ। ਮਤਲਬ ਇਹ ਵੀ ਕੰਮ ਹੈਗਾ। ਜਿਹੜੇ ਤੁਸੀਂ ਉਹ ਥੈਲੀ ਵਾਲਾ ਠੇਕੇਦਾਰ ਮੈਨੂੰ ਯਾਦ ਕਰਾਇਆ, ਉਹ ਤੋਂ ਮੈਨੂੰ ਯਾਦ ਆ ਗਿਆ ਵੀ ਚੀਜ਼ ਫਿਰ ਇੱਦਾਂ ਦੀ ਬਣਦੀ ਹੈ। ਮੈਂ ਤੁਹਾਨੂੰ ਲੈ ਕੇ ਚੱਲਿਆ ਸੀ ਕਿ ਅੱਜ ਕੱਲ੍ਹ ਨਾ ਇੱਕ ਚਰਚਾ ਹੈ ਕਿ ਪੰਜਾਬ ਦੇ ਵਿੱਚ ਵਾਇਰੋਲੋਜੀ ਲੈਬ ਜਿਹੜੀ ਹੈ ਉਹ ਸੈਟਅਪ ਕਰਨੀ ਹੈ। ਹੁਣ ਇਸ ਚੀਜ਼ ਦੇ ਉੱਪਰ ਬੜੀ ਡਿਬੇਟ ਹੋ ਰਹੀ ਹੈ ਕਿ ਵਾਇਰੋਲੋਜੀ ਲੈਬ ਜਿੱਦਾਂ ਦੀ ਕਿ ਵੂਹਾਨ ਸ਼ਹਿਰ ਚਾਈਨਾ ਦਾ, ਜਿੱਥੋਂ ਕਿਹਾ ਜਾ ਰਿਹਾ ਹੈ ਕਿ ਜਿੱਥੇ ਕਈ ਤਰ੍ਹਾਂ ਦੇ ਵਾਇਰਸਾਂ ਦੇ ਉੱਪਰ ਪਤਾ ਨਹੀਂ ਕਈ ਤਰ੍ਹਾਂ ਦੇ ਹਿੰਦੀ 'ਚ ਉਹ ਸ਼ਬਦ ਵਰਤਦੇ ਹੁੰਦੇ ਸੰਸ਼ੋਧਨ ਕੀਤੇ ਜਾਂਦੇ ਨੇ, ਖੋਜਬੀਨ ਕੀਤੀ ਜਾਂਦੀ ਹੈ, ਉਸ ਤਰ੍ਹਾਂ ਦੀ ਕੋਈ ਲੈਬ ਹੈ। ਤੇ ਕਹਿੰਦੇ ਕਿ ਜੇ ਵੂਹਾਨ ਸ਼ਹਿਰ ਦੇ ਵਿੱਚ ਉੱਥੇ ਉਹ ਸਾਰਾ ਕੁਝ ਹੁੰਦਾ ਸੀ ਤੇ ਉੱਥੋਂ ਵਾਇਰਸ, ਕਰੋਨਾ ਵਾਇਰਸ ਵਰਗਾ ਵਾਇਰਸ ਫੈਲ ਗਿਆ, ਤੇ ਉਹੋ ਜਿਹੀ ਲੈਬ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸੈਟਅਪ ਕਰਨ ਦੇ ਲਈ ਸੈਂਟਰ ਸਰਕਾਰ ਨੇ ਪਰਮਿਸ਼ਨਾਂ ਵੀ ਦੇ ਦਿੱਤੀਆਂ ਫਟਾਫਟ। ਤੇ ਕੁਝ ਕੁ ਲੋਕ ਜਾਂ ਕੁਝ ਡਾਕਟਰਸ ਜਿਹੜੇ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ ਕਿ ਆਮ ਲੋਕਾਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਕਿ ਕਿਉਂ ਤੁਸੀਂ ਦੁਨੀਆ ਦੇ ਖਤਰਨਾਕ ਵਾਇਰਸਾਂ ਦੇ ਉੱਪਰ ਕੰਮ ਕਰਨ ਵਾਲੀ ਲੈਬੋਰਟਰੀ ਪੰਜਾਬ 'ਚ ਸੈਟਅਪ ਕਰਨੀ ਚਾਹੁੰਦੇ ਹੋ। ਇਹਦੇ ਬਾਰੇ ਕੀ ਕਹਿੰਦੇ ਹੋ? ਸੰਧਾਲੀਆ ਸਾਹਿਬ, ਦੇਖੋ ਮੈਨੂੰ ਨਾ ਵਿਗਿਆਨ ਦਾ, ਸਾਇੰਸ ਦਾ ਬਹੁਤਾ ਗਿਆਨ ਨਹੀਂ ਹੈਗਾ, ਕਿਉਂਕਿ ਜਦੋਂ ਛੋਟੇ ਹੁੰਦੇ ਪੰਜਾਬੀ ਵਾਲੀ ਵਿਗਿਆਨ ਪੜ੍ਹਦੇ ਸੀ, ਕਿਉਂਕਿ ਤੱਪੜ ਵਾਲੇ ਸਕੂਲਾਂ 'ਚ ਪੰਜਾਬੀ ਭਾਸ਼ਾ 'ਚ ਆਉਂਦੇ ਹੁੰਦਾ ਸੀ। ਇੱਕ ਬੀਕਰ ਲਓ, ਬੀਕਰ ਦੇ ਵਿੱਚ ਇੱਥੇ ਤੱਕ ਪਾਣੀ ਪਾਓ, ਉਸ ਬੀਕਰ ਨੂੰ 2 ਘੰਟੇ ਧੁੱਪੇ ਰੱਖੋ, ਉਹਦੇ ਵਿੱਚੋਂ ਪਾਣੀ ਇੱਕ ਗਲਾਸ ਦੇ ਵਿੱਚ ਇੰਨਾ ਪਾਓ, ਉਹਦੇ ਵਿੱਚ ਫਲਾਨੀ ਚੀਜ਼ ਦਾ ਘੋਲ ਪਾਓ ਤੇ ਉਹਨੂੰ ਇੰਨਾ ਚਿਰ ਪਿਆ ਰਹਿਣ ਦਿਓ ਤੇ ਉਹਦੇ ਵਿੱਚੋਂ ਆਹ ਚੀਜ਼ ਤਿਆਰ। ਤੇ ਨਾਲ ਇੰਸਟਰਕਸ਼ਨਾਂ ਹੁੰਦੀਆਂ ਸੀ, ਹਦਾਇਤਾਂ ਹੁੰਦੀਆਂ ਸੀ ਕਿ ਜੇ ਉਹ ਕੈਮੀਕਲ ਦਾ ਘੋਲ ਵੱਧ ਘੱਟ ਪੈ ਗਿਆ ਤਾਂ ਵੀ ਕੰਮ ਖਰਾਬ, ਜੇ ਪਾਣੀ ਸਮੇਂ ਤੋਂ ਪਹਿਲਾਂ ਉਹਦੇ ਵਿੱਚ ਪਾ ਦਿੱਤਾ ਤਾਂ ਵੀ ਕੰਮ ਖਰਾਬ। ਜਾਣੀ ਕਿ ਸਾਇੰਸ ਚੰਗੀ ਵੀ ਬੜੀ ਆ, ਪਰ ਜੇ ਸਾਇੰਸ ਦੀ ਵਰਤੋਂ ਭੋਰਾ ਅਣਗਹਿਲੀ ਨਾਲ ਜਾਂ ਜਾਣਬੁੱਝ ਕੇ ਗਲਤ ਹੋ ਜਾ ਤਾਂ ਇਹਦੇ ਤੋਂ ਨੁਕਸਾਨਦਾਇਕ ਚੀਜ਼ ਵੀ ਕੋਈ ਨਹੀਂ। ਤੁਹਾਨੂੰ ਯਾਦ ਹੋਣਾ, ਮੇਰਾ ਖਿਆਲ ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਹੁੰਦੇ ਸੀ ਜਦੋਂ ਯੂਰੇਨੀਅਮ ਵਾਲਾ ਕੰਮ ਚੱਲਿਆ ਸੀ ਸਮਝੌਤਿਆਂ ਦਾ, ਉਦੋਂ ਵੀ ਇਹੀ ਚਰਚਾ ਚੱਲੀ ਸੀ ਕਿ ਭਾਈ ਉਹ ਯੂਰੇਨੀਅਮ ਆਉਣਾ ਹੈ, ਉਹਦੇ ਲਈ ਬਿਜਲੀ ਉਹਦੇ ਨਾਲ ਬਣਨੀ ਹੈ, ਕਿ ਹੁਣ ਇੰਨਾ ਪਾਣੀ ਚਾਹੀਦਾ, ਇੰਨੇ ਵੱਡੀਆਂ ਉਹ ਮਸ਼ੀਨਾਂ ਚਾਹੀਦੀਆਂ ਜਿਹੜੀਆਂ ਚੱਕੀਆਂ ਜਿਹੀਆਂ ਘੁੰਮਦੀਆਂ ਫਿਰ ਬਿਜਲੀ ਬਣਦੀ ਹੈ। ਚਮਚਕ ਯੂਰੇਨੀਅਮ, ਪਿੰਡਾਂ 'ਚ ਗੱਲ ਚੱਲਦੀ ਹੁੰਦੀ, ਚਮਚਕ ਯੂਰੇਨੀਅਮ ਜਿਹੜਾ ਪਾਇਆ ਕਰਨਾ, ਬਿਜਲੀ ਦਾ ਪਟਾਕੇ ਮਾਰਿਆ ਕਰੂ, ਗੱਲੇ ਕੋਈ ਨਹੀਂ। ਉਦੋਂ ਵੀ ਗੱਲ ਚੱਲਦੀ ਸੀ ਕਿ ਭਾਈ ਉਹਦੀ ਸੇਫਟੀ, ਸੁਰੱਖਿਆ ਕਿੱਥੇ ਲੱਗੇਗਾ, ਪਲਾਂਟ ਕਿੱਥੇ ਲੱਗੂਗਾ ਉਹਦਾ, ਜੇ ਇੱਥੇ ਲੱਗੂਗਾ ਇਹਦਾ ਮਤਲਬ ਹੈ ਕਿ ਯੂਰੇਨੀਅਮ ਦਾ ਭੰਡਾਰਨ ਵੀ ਮਾੜਾ ਮੋਟਾ ਕਰਨਾ ਪਊਗਾ ਜਿੰਨਾ ਕੁ ਵੀ ਹੈ, ਤੇ ਉਹ ਨੁਕਸਾਨ ਨਾ ਕਿਤੇ ਕਰੇ। ਹੁਣ ਇਹੀ ਗੱਲ ਜਿਹੜੀ ਹੈ ਇਸ ਲੈਬ ਦੇ ਬਾਰੇ ਵੀ ਚੱਲ ਰਹੀ ਹੈ। ਹੁਣ ਇਹ ਗੱਲ ਤਾਂ ਪੱਕੀ ਹੈ ਕਿ ਆ ਵੂਹਾਨ ਵਾਲੀ ਲੈਬ ਦੇ ਵਿੱਚੋਂ ਜੋ ਕੁਝ ਹੋਇਆ ਜਾਂ ਨਹੀਂ ਹੋਇਆ, ਲੋਕ ਡਰੇ ਹੋ ਆ, ਦੋਨੇ ਹੀ ਪਾਸੇ ਗੱਲ ਜਿਹੜੀ ਚੱਲਦੀ ਹੈ। ਹੁਣ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਜੇ ਐਕਸਪੈਰੀਮੈਂਟ ਨਹੀਂ ਹੋਣਗੇ, ਨਵੀਆਂ ਖੋਜਾਂ ਨਹੀਂ ਹੋਣਗੀਆਂ, ਪਰ ਰੌਲਾ ਆ ਨਾ ਕਿ ਬੰਦੇ ਦਾ ਦਿਮਾਗ ਬੰਦੇ ਦਾ ਵੀ ਹੈ ਤੇ ਬੰਦੇ ਦਾ ਦਿਮਾਗ ਸ਼ੈਤਾਨ ਦਾ ਵੀ ਹੈ। ਹੁਣ ਆ ਜਿਹੜੇ ਪਰਮਾਣੂ ਬੰਬ ਨੇ, ਉਹ ਜਿਹੜੀਆਂ ਚੀਜ਼ਾਂ ਦੇ ਉਹ ਮਿਕਸ ਹੋਣ ਦੇ ਨਾਲ ਜਾਂ ਜਿਹੜੀਆਂ ਚੀਜ਼ਾਂ ਦੀ ਵਰਤੋਂ ਨਾਲ ਬਣਦੇ ਆ, ਉਹ ਕਿਤੇ ਬੰਦੇ ਮਾਰਨ ਲਈ ਥੋੜ੍ਹਾ ਬਣਾਉਣੀਆਂ ਸੀ, ਉਹਨਾਂ ਦੇ ਨਾਲ ਤਾਂ ਹੋਰ ਬਹੁਤ ਕੁਝ ਕਰ ਦਿੱਤਾ ਜਾਂਦਾ। ਹੁਣ ਰੌਲਾ ਇਹ ਹੈ ਕਿ ਭਾਈ ਉਹ ਲੈਬੋਰਟਰੀ 'ਚ ਬਣ ਜੂਗੀ, ਕਿਉਂਕਿ ਪੰਜਾਬ 'ਚ ਨਾ ਬਣੂ, ਹਰਿਆਣੇ 'ਚ ਬਣ ਜੂ, ਹਰਿਆਣੇ 'ਚ ਨਾ ਬਣੂ, ਯੂਪੀ 'ਚ ਬਣ ਜੂ, ਯੂਪੀ 'ਚ ਨਾ ਬਣੂ, ਤਾਮਿਲਨਾਡੂ 'ਚ ਬਣ ਜੂ, ਕਿਤੇ ਨਾ ਕਿਤੇ ਤਾਂ ਬਣਨੀ ਆ ਨਾ, ਜੇ ਦੇਸ਼ ਨੇ ਫੈਸਲਾ ਕਰ ਲਿਆ ਕਿ ਬਣਾਉਣੀ ਆ। ਜੇ ਇੱਥੇ ਪੰਜਾਬੀ ਰਹਿੰਦੇ ਆ, ਗੁਆਂਢ 'ਚ ਹਰਿਆਣਵੀ ਰਹਿੰਦੇ ਆ, ਤਾਮਿਲਨਾਡੂ ਦੇ ਵਿੱਚ ਤਾਮਿਲ ਰਹਿੰਦੇ ਆ। ਰੌਲਾ ਤਾਂ ਇਸ ਗੱਲ ਦਾ ਕਿ ਭਾਈ ਉਹ ਕਿਹੜੀ ਮਨਸ਼ਾ ਦੇ ਨਾਲ ਪੰਜਾਬ ਸੂਬੇ ਦੇ ਵਿੱਚ ਬਣਾਈ ਜਾ ਰਹੀ ਹੈ, ਕੀ ਸਾਡੀ ਸਰਕਾਰ ਕਹਿੰਦੀ ਹੈ ਜਾਂ ਕੇਂਦਰ ਦੀ ਸਰਕਾਰ ਕਹਿੰਦੀ ਹੈ,
ਉਹ ਕਿਸੇ ਹੋਰ ਪਾਸੇ ਜਿੱਥੇ ਲੋਕਾਂ ਦੀ ਵਸੋਂ ਘੱਟ ਹੋਵੇ ਜਾਂ ਜਿੱਥੇ ਨੁਕਸਾਨ ਦੀ ਗੁੰਜਾਇਸ਼ ਘੱਟ ਹੋਵੇ ਜਾਂ ਉਧਰਲੇ ਪਾਸੇ ਕਿਤੇ ਬਣਾਉਣੀ ਚਾਹੀਦੀ ਹੈ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ ਇਹ ਹੈ ਕਿ ਜਦੋਂ ਸੜਕ ਦੇ ਉੱਤੇ ਵੀ ਆਪਾਂ ਵਹੀਕਲ ਚਲਾਈ ਦਾ ਖਤਰਾ ਤਾਂ ਉੱਥੇ ਵੀ ਬਹੁਤ ਹੁੰਦਾ। ਰੌਲਾ ਇਹ ਹੈ ਕਿ ਸਾਰਾ ਧਿਆਨ ਆਪਾਂ ਟ੍ਰੈਫਿਕ ਵੱਲ ਦੇਖ ਕੇ ਲਾਈਏ। ਟ੍ਰੈਫਿਕ ਵੱਲ ਦੇਖਣ ਦੇ ਨਾਲ ਨਾਲ ਇਹ ਵੀ ਗੱਲ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਕਿ ਭਾਈ ਨਸ਼ਾ ਪੱਤਾ ਉਦੋਂ ਕਿਤੇ ਕੀਤਾ ਨਾ ਹੋਵੇ, ਲਾਇਸੈਂਸ ਲੈਣ ਲੱਗਿਆਂ ਪ੍ਰੋਪਰ ਟ੍ਰੇਨਿੰਗ ਲਈ ਹੋਵੇ, ਤੇ ਸਭ ਤੋਂ ਵੱਡੀ ਗੱਲ ਹੈ ਕਿ ਮੋਹਰਿਓਂ ਜਿਹੜੇ ਬੰਦੇ ਨੇ ਆਉਣਾ ਉਹ ਵੀ ਚੰਗੇ ਤਰੀਕੇ ਚਲਾਉਂਦਾ ਹੋਇਆ। ਹਾਂਜੀ ਆ ਜਾਓ। ਬਾਟ ਸਾਹਿਬ, ਗੱਲਾਂ ਤੁਹਾਡੀਆਂ ਬਿਲਕੁਲ ਸਹੀ ਹੈ ਵੀ ਖਤਰਾ ਤਾਂ ਕਿਸੇ ਚੀਜ਼ 'ਚ ਵੀ ਹੋ ਸਕਦਾ, ਪਰ ਦੇਖੋ ਜਦੋਂ ਇੱਕ ਚੀਜ਼ ਦਾ ਸਵਾਲ ਉੱਠਦਾ, ਹੁਣ ਜਦੋਂ ਇੱਕ ਚਰਚਾ ਚੱਲਦੀ ਸੀ ਤਾਂ ਮੈਂ ਵੀ ਥੋੜ੍ਹੀਆਂ ਚੀਜ਼ਾਂ ਸੋਚ ਕੇ ਦੇਖੀਆਂ ਕਿ ਜਦੋਂ ਪੰਜਾਬ ਦੀਆਂ ਆਪਾਂ ਡਿਮਾਂਡਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਕੋਈ ਡਿਮਾਂਡ ਇੱਕ ਤਾਂ ਹੈ ਨਹੀਂ ਕੇਂਦਰ ਤੋਂ। ਅਜੇ ਤੱਕ ਤਾਂ ਉਹ GST ਵਾਲਾ ਰੌਲਾ ਹੀ ਨਹੀਂ ਇਹਨਾਂ ਦਾ ਸਮਝ ਆਉਂਦਾ ਵੀ ਉਹ ਕਹਿੰਦੇ ਵੀ ਪਹਿਲਾਂ ਕੇਂਦਰ ਪੈਸੇ ਇਕੱਠੇ ਕਰਦਾ, ਫਿਰ ਉੱਥੋਂ ਹਿੱਸਾ ਪੱਤੀ ਪੰਜਾਬ ਨੂੰ ਦਿੰਦਾ, ਤੇ ਇਹ ਵਿਚਾਰੇ ਰੋਜ਼ ਰੋਂਦੇ ਪਿੱਟਦੇ ਫਿਰਦੇ ਵੀ ਮਹਾਰਾਜ ਸਾਡੇ ਵਾਲਾ ਹਿੱਸਾ ਤਾਂ ਸਾਨੂੰ ਦੇ ਦਿਓ ਵੀ ਅਸੀਂ ਆਪਣਾ ਖਰਚਾ ਕਿਵੇਂ ਚਲਾਉਣਾ। ਜਦੋਂ ਆਪਾਂ ਗੱਲ ਕਰਦੇ ਇੰਡਸਟਰੀ ਦੀ, ਉਦੋਂ ਵੀ ਆਪਾਂ ਨੂੰ ਸਮਝ ਆਉਂਦੀ ਹੈ ਕਿ ਪੰਜਾਬ ਦੇ ਨਕਸ਼ੇ ਨੂੰ ਜਦੋਂ ਆਪਾਂ ਝਾਤੀ ਮਾਰੀਏ ਤੇ ਜਿਹੜੀ ਲੀਕ ਨਜ਼ਰ ਆਉਂਦੀ, ਉਸ ਲੀਕ ਦੇ ਦੂਸਰੇ ਪਾਰ ਜਿਹੜੇ ਸਟੇਟ ਨੇ ਉਹਨਾਂ ਨੂੰ ਬਹੁਤ ਸਾਰੀਆਂ ਰਾਹਤਾਂ ਨੇ ਜਿੱਥੇ ਜਾ ਕੇ ਇੰਡਸਟਰੀ ਪੰਜਾਬ ਦੀ ਚਲੇਗੀ। ਹੁਣ ਜਦੋਂ ਬਾਕੀ ਚੀਜ਼ਾਂ ਸੈਟਅਪ ਕਰਨ ਦੀ ਗੱਲ ਆਉਂਦੀ ਆ, ਉਦੋਂ ਤਾਂ ਪੰਜਾਬ ਕੋਈ ਅਦਾਲਤਾਂ 'ਚ ਕੇਸ ਲੜੀ ਜਾਂਦਾ, ਕੋਈ ਜਾ ਕੇ ਕੇਂਦਰ ਦੇ ਕਮਿਸ਼ਨਾਂ ਕੋਲ ਬੈਠਾ ਤਾਂ ਨਹੀਂ ਗੱਲ ਬਣਦੀ, ਜਾਂ ਕਈ ਵਾਰ ਸਰਕਾਰ ਕਹਿ ਜਾਂਦੀ ਵੀ ਆਪਾਂ ਕਰਾਂਗੇ ਜ਼ਰੂਰ, ਫਿਰ ਉਸ ਤੋਂ ਬਾਅਦ ਕਰਦਾ ਕੋਈ ਨਹੀਂ। ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਨਿਊਕਲੀਅਰ ਪਲਾਂਟ ਦੀ ਗੱਲ ਕੀਤੀ ਸੀ ਕਿ ਪੰਜਾਬ ਜਿਹੜਾ ਹੈ ਇੱਥੇ ਸੂਰਜੀ ਦੀ ਧੁੱਪ ਬਹੁਤ ਵਧੀਆ ਆ ਸਕਦੀ ਆ ਤੇ ਸੋਲਰ ਪਲਾਂਟ ਜੇ ਲੱਗ ਸਕਦੇ ਆ, ਤੇ ਆਪਾਂ ਨੂੰ ਕੀ ਲੋੜ ਹੈ ਨਿਊਕਲੀਅਰ ਪਲਾਂਟ ਲਾਉਣ ਦੀ। ਤਾਂ ਉਦੋਂ ਵੀ ਇਹ ਡਿਬੇਟ ਚੱਲੀ ਸੀ, ਲੋਕਾਂ ਨੂੰ ਥੋੜ੍ਹੀ ਬਹੁਤ ਗੱਲ ਸਮਝ ਆਈ ਸੀ ਤੇ ਚਲੋ ਉਹ ਮਸਲਾ ਚੇਂਜ ਹੋ ਗਿਆ। ਤਾਂ ਹੁਣ ਜੇ ਪਤਾ ਆਪਾਂ ਨੂੰ ਕਿ ਵੀ ਇਹੋ ਜਿਹੀ ਕੋਈ ਘਟਨਾ ਵਾਪਰ ਸਕਦੀ ਆ, ਤਾਂ ਫਿਰ ਆਪਾਂ ਨੂੰ ਇਹ ਕੀ ਲੋੜ ਆ ਕਿ ਜਿਹੜਾ ਘੁੱਗ ਵਸਦਾ ਪੰਜਾਬ ਆ, ਜਿਹਦਾ ਕਿ ਚੱਪਾ ਚੱਪਾ ਬਹੁਤ ਜ਼ਿਆਦਾ ਉਪਜਾਊ ਆ, ਉੱਥੇ ਇਹੋ ਜਿਹੀ ਲੈਬੋਰਟਰੀ ਜਾਂ ਇਹੋ ਜਿਹਾ ਸਾਰਾ ਕੁਛ ਸੈਟਅਪ ਕਰਨ ਦੇ ਲਈ ਸਕਿੰਟਾਂ ਦੇ ਵਿੱਚ ਪਰਮਿਸ਼ਨਾਂ ਮਿਲ ਜਾਣ। ਅਸੀਂ ਨਹੀਂ ਚਾਹੁੰਦੇ ਕਿ ਭਾਈ ਰਾਜਸਥਾਨ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਖਤਰਾ ਵਧੇ, ਪਰ ਜਦੋਂ ਪਰਮਾਣੂ ਪ੍ਰੀਖਣ ਕੀਤੇ ਸੀ ਉਦੋਂ ਸੋਚ ਸਮਝ ਕੇ ਪੋਖਰਨ ਚੁਣਿਆ ਹੋਣਾ ਨਾ, ਕਿ ਭਾਈ ਉੱਥੇ ਆਬਾਦੀ ਘੱਟ ਹੈ ਜਾਂ ਉੱਥੇ ਖਾਲੀ ਇਲਾਕਾ ਪਿਆ ਜਾਂ ਕਹਾਣੀ ਕੀ ਹੈ। ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇ ਲੀਡਰਾਂ ਨੂੰ ਬਹੁਤ ਚੰਗੇ ਤਰੀਕੇ ਸਮਝਣਾ ਪਊਗਾ ਕਿ ਭਾਈ ਪੰਜਾਬ ਇੱਕ ਇਕੱਲੀ ਐਕਸਪੈਰੀਮੈਂਟ ਕਰਨ ਵਾਲੀ ਧਰਤੀ ਨਹੀਂ ਹੈਗੀ। ਅਸੀਂ ਇਕੱਲੇ ਖਤਰੇ ਮੁੱਲ ਲੈਣ ਵਾਲੇ ਨਹੀਂ ਹੈਗੇ ਕਿ ਭਾਈ ਜਿਉਂ ਸ਼ੁਰੂ ਹੋਇਆ ਕੰਮ ਅਸੀਂ ਖਤਰੇ ਮੁੱਲ ਲਈ ਜਾਈਏ। ਜੇ ਤਾਂ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕੀਤਾ, ਭਾਵੇਂ ਉਹ GST ਹੈ, ਭਾਵੇਂ ਪੰਜਾਬੀ ਬੋਲਦੇ ਇਲਾਕੇ ਨੇ, ਭਾਵੇਂ ਸਾਡੀਆਂ ਹੋਰ ਜਿਹੜੀਆਂ ਡਿਮਾਂਡਸ ਨੇ, ਉਹ ਸਾਰੀਆਂ ਜੇ ਪੂਰੀਆਂ ਨਹੀਂ ਹੁੰਦੀਆਂ ਤਾਂ ਇੱਧਰਲੇ ਪਾਸੇ ਝੱਟ ਕਹਿੰਦੇ ਘੁੱਗੀ ਮਾਰਤੀ ਹਾਂਜੀ ਬਣਾ ਦਿਓ। ਸੋਚਣਾ ਵਿਚਾਰਨਾ ਤਾਂ ਪਊਗਾ। ਵੈਸੇ ਵੀ ਸੰਧਾਲੀਆ ਸਾਹਿਬ, ਸਾਡਾ ਮੁਲਕ ਉਹ ਮੁਲਕ ਹੈ ਜੇ ਇਸ ਮੁਲਕ ਦੇ ਵਿੱਚ ਪਤਾ ਨਹੀਂ ਲੱਗਦਾ ਹਜ਼ਾਰਾਂ ਕਰੋੜ ਰੁਪਈਆ ਦਾ ਘਪਲਾ ਕਰਕੇ ਅਸਹਿਮਤੀ ਸੂਮਤੀ ਦੇ ਨਾਲ ਅੰਦਰ ਖਾਤੇ ਰਲ ਮੁਲ ਕੇ ਪੈਸੇ ਪੂਸੇ ਦੇ ਕੇ ਬੰਦਾ ਕਿਤੇ ਦਾ ਕਿਤੇ ਨਿਕਲ ਜਾਂਦਾ। ਬੈਂਕਾਂ ਦੇ ਨਾਲ ਹੀ ਠੱਗੀਆਂ ਮਾਰ ਕੇ ਨਿਕਲ ਜਾਂਦੇ ਆ। ਤੇ ਜੇ ਬੈਂਕਾਂ ਦੇ ਨਾਲ ਠੱਗੀਆਂ ਮਾਰਨ ਵਾਲੇ ਵੀ ਇੱਥੇ ਹੈਗੇ ਆ ਤਾਂ ਇਹਦਾ ਮਤਲਬ ਹੈ ਕਿ ਜੇ ਕੱਲ੍ਹ ਨੂੰ ਲੈਬੋਰਟਰੀ ਖੁੱਲ੍ਹ ਗਈ ਤਾਂ ਉਹਦੇ ਵਿੱਚ ਵੀ ਤਾਂ ਰਿਸਕ ਹੋ ਸਕਦਾ। ਇਸ ਵੇਲੇ ਜਨਸੰਖਿਆ ਦੀ ਘਣਤਾ ਕੀ ਹੈ, ਕਿਹੜਾ ਭਾਰਤ ਦਾ ਇਲਾਕਾ ਖਾਲੀ ਪਿਆ ਹੈ, ਸਭ ਤੋਂ ਵੱਡੀ ਗੱਲ ਹੈ ਕਿ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਕਿਹੜਾ ਇਲਾਕਾ ਠੀਕ ਹੈ। ਜਦੋਂ ਤਾਂ ਇੱਥੇ ਹਵਾਈ ਅੱਡਿਆਂ ਦੀ ਗੱਲ ਆਉਣੀ ਹੈ ਉਦੋਂ ਕਹਿ ਦੇਣਾ ਕਿ ਸਰਹੱਦ ਦੇ ਨੇੜੇ ਬਹੁਤ ਹੈ। ਜਦੋਂ ਇੱਥੇ ਕੋਈ ਵੱਡੀ ਇੰਡਸਟਰੀ ਲਾਉਣ ਦੀ ਗੱਲ ਆਉਣੀ ਹੈ ਉਦੋਂ ਕਹਿ ਦੇਣਾ ਕਿ ਨਹੀਂ 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 ਪਾਕਿਸਤਾਨ ਦੇ ਕੋਲ ਹੈ, ਇੱਥੇ ਤਾਂ ਖਤਰਾ ਬੜਾ। ਤੇ ਜਦੋਂ ਕੋਈ ਇੱਦਾਂ ਦੀ ਗੱਲ ਆਉਣੀ ਹੈ ਉਦੋਂ ਪੰਜਾਬ ਵਾਲੇ ਪਾਸੇ ਨੂੰ ਘੁੱਗੀ ਮਾਰ ਕੇ ਹਰੀ ਝੰਡੀ ਝਾਟੀ ਦੇ ਦੇਣੀ ਹੈ। ਇਹ ਤਾਂ ਸਾਡੇ ਵਿਧਾਨ ਸਭਾਵਾਂ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਜਿਹੜੀ ਲੀਡਰ ਬੈਠੇ ਹੈ ਵੇਲੇ ਸਿਰ ਕੰਮ ਕਰਨ, ਨਹੀਂ ਤਾਂ ਔਖਾ ਹੋ ਜਾਊਗਾ। ਨਹੀਂ, ਬਿਲਕੁਲ ਸਹੀ ਹੈ। ਇਹ ਚਲੋ ਮਸਲਾ ਕਿਉਂਕਿ ਅਸੀਂ ਇਸ ਕਰਕੇ ਛੇੜਿਆ ਜੀ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹ ਮਸਲਾ ਇਸ ਵਕਤ ਚਰਚਾ ਦੇ ਵਿੱਚ ਹੈ ਆਮ ਲੋਕਾਂ ਦੇ ਵਿੱਚ, ਖਾਸ ਕਰਕੇ ਕੁਝ ਕੁ ਡਾਕਟਰਸ ਜਿਹੜੇ ਨੇ ਉਹ ਇਸ ਚੀਜ਼ ਦੇ ਉੱਪਰ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਜਿੰਨੀ ਕੁ ਗੱਲ, ਜਿੰਨੀ ਕੁ ਚਿੰਤਾ ਲੋਕਾਂ ਦੇ ਵਿੱਚ ਹੈ ਜਾਂ ਜਿੰਨੀ ਕੁ ਚੀਜ਼ ਡਾਕਟਰਸ ਨੇ ਸਾਹਮਣੇ ਲੈਂਦੀ ਹੈ ਉਹ ਅਸੀਂ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦੇ 'ਚ ਕਿਹੜੀ ਗੱਲ ਕਿੰਨੀ ਕੁ ਸਹੀ ਹੈ, ਕਿੰਨੀ ਕੁ ਗਲਤ ਹੈ, ਮੇਰੇ ਖਿਆਲ ਨਾਲ ਜਿਹੜੇ ਉਹ ਲੋਕ ਜਿਨ੍ਹਾਂ ਦੇ ਕੋਲ ਹਰਾ ਪੈਨ ਹੁੰਦਾ ਉਹ ਜ਼ਿਆਦਾ ਕਲੀਅਰ ਕਰ ਸਕਦੇ ਆ ਕਿ ਵੀ ਹਾਂਜੀ ਆਹ ਚੀਜ਼ ਇੱਦਾਂ ਸੈਟਅਪ ਕਰਨ ਦੀ ਗੱਲ ਹੈ, ਇਹਦੇ 'ਚ ਪੰਜਾਬ ਦੇ ਕੀ ਹਿੱਤ ਨੇ, ਕੀ ਫਾਇਦਾ ਨੁਕਸਾਨ ਹੈ, ਉਹ ਵੀ ਚਲੋ ਦੱਸ ਦੇਣਗੇ। ਇੱਕ ਆਪਾਂ ਗੱਲ, ਮੈਂ ਇੱਥੇ ਇੱਕ ਗੱਲ ਹੋਰ ਜ਼ਰੂਰ ਕਰਨੀ ਸੀ ਵਿੱਚ, ਕਿ ਅਸੀਂ ਇਹ ਗੱਲ ਜ਼ਰੂਰ ਜਾਣੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਇਜਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮੰਨ ਲਓ ਕਿ ਉਸ ਲੈਬ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਮੰਨ ਲਓ ਮੂਲਧਨ 100, 2 ਕੈਮੀਕਲ ਜਾਂ 2 ਪਦਾਰਥਾਂ ਨੂੰ ਬਣਾ ਕੇ ਆਪਾਂ ਕਿਸੇ ਤੀਸਰੇ ਪਦਾਰਥ ਦੀ ਉਪਜ ਪੈਦਾਵਾਰ ਕਰਨ ਦੀ ਕੋਸ਼ਿਸ਼ ਕਰੀਏ, ਉਹ ਇੱਕ ਕੋਸ਼ਿਸ਼ ਹੈ, ਉਹ ਇੱਕ ਯਤਨ ਹੈ। ਜ਼ਰੂਰੀ ਨਹੀਂ ਕਿ ਜੋ ਇੱਕ ਵਿਗਿਆਨਕ ਸੋਚਦਾ ਹੈ ਉਹਦੇ ਮੁਤਾਬਕ ਹੀ ਉਹ ਨਵੀਂ ਚੀਜ਼ ਦੀ ਉਤਪਤੀ ਹੋਣੀ ਹੈ, ਨਵੀਂ ਚੀਜ਼ ਬਣਨੀ ਹੈ। ਹੋ ਸਕਦਾ ਹੈ ਕਿ ਉਹ ਬਹੁਤ ਖਤਰਨਾਕ ਬਣੇ, ਹੋ ਸਕਦਾ ਹੈ ਕਿ ਉਹ ਬਹੁਤ ਘੱਟ ਖਤਰਨਾਕ ਹੋਵੇ, ਕਿਉਂਕਿ ਬੰਦਾ ਤਾਂ ਬੰਦਾ ਹੀ ਆ ਨਾ, ਬੰਦਾ ਕਿਤੇ ਵੀ ਅਣਗਹਿਲੀ ਕਰ ਸਕਦਾ, ਬੰਦੇ ਦੇ ਕੋਲੋਂ ਕਿਤੇ ਵੀ ਗਲਤੀ ਹੋ ਸਕਦੀ ਹੈ। ਇਸ ਕਰਕੇ ਜੇ ਲੈਬ ਬਣਦੀ ਹੈ
ਤਾਂ ਹਮੇਸ਼ਾ ਕਿਸੇ ਮਨੁੱਖ ਦੇ ਲਈ ਚੰਗੀ ਖੋਜ ਦੀ ਵੀ ਸੰਭਾਵਨਾ ਰਹੂਗੀ ਤੇ ਹਮੇਸ਼ਾ ਖਤਰੇ ਦੀ ਸੰਭਾਵਨਾ ਵੀ ਰਹੂਗੀ। ਬਿਲਕੁਲ ਸਹੀ। ਨਹੀਂ, ਇਹ ਤਾਂ ਬੜਾ ਜ਼ਰੂਰੀ ਹੈ ਬਾਟ ਸਾਹਿਬ, ਕਿਉਂਕਿ ਇਹਦੇ ਨਾ ਮੈਂ ਹੁਣ ਉਦਾਹਰਨਾਂ 'ਚ ਨਹੀਂ ਪੈਣਾ ਚਾਹੁੰਦਾ। ਜਦੋਂ ਆਪਾਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਨਵਾਂ ਮੰਡੀਕਰਨ ਆਉਂਦਾ, ਲੋਕਾਂ ਵੱਲੋਂ ਰੌਲਾ ਵੀ ਪਾਇਆ ਜਾਂਦਾ, ਪਰ ਉਹਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੁੰਦੀ ਪੰਜਾਬ ਦੀ ਕਿ ਉਹ ਨਹੀਂ ਜੀ ਉਹ ਦੇਸ਼ ਦੇ ਹਿਸਾਬ ਨਾਲ ਚੱਲਿਆ ਜਾਊਗਾ। ਜਦੋਂ ਆਪਾਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਹਾਂ, ਪੈਸਟੀਸਾਈਡ ਇਨਸੈਕਟੀਸਾਈਡ ਪੰਜਾਬ ਦੇ ਵਿੱਚ ਆਉਣ ਦੀ ਗੱਲ ਕਰਦੇ ਹਾਂ, ਕਿ ਕਿੰਨੇ % ਪੰਜਾਬ ਦਾ ਜਿਹੜਾ ਭੂ ਖੇਤਰ ਹੈ ਜਾਂ ਕਹ ਲਓ ਕਿ ਜ਼ਮੀਨ ਹੈ, ਅਤੇ ਕਿੰਨੇ ਗੁਣਾ ਵੱਧ % ਜਿਹੜੀ ਇੱਥੇ ਪੈਸਟੀਸਾਈਡ ਇਨਸੈਕਟੀਸਾਈਡ ਵਰਤੀ ਜਾਂਦੀ, ਉਹਦੇ 'ਤੇ ਅਜੇ ਤੱਕ ਕਦੀ ਕਿਸੇ ਨੇ ਨਾ ਕੋਈ ਰੋਕਿਆ ਨਾ ਟੋਕਿਆ। ਅਤੇ ਕਈ ਵਾਰ ਤਾਂ ਨਕਲੀ ਦਵਾਈਆਂ ਨਕਲੀ ਬੀਜਾਂ ਦੇ ਆਪਾਂ ਵੱਡੇ ਵੱਡੇ ਘੁਟਾਲੇ ਵੀ ਦੇਖਦੇ ਰਹੇ। ਉਹ ਸਾਰੇ ਕੁਝ ਦੇ ਉੱਪਰ ਅੱਖਾਂ ਮੀਟੀਆਂ ਜਾਂਦੀਆਂ ਰਹੀਆਂ। ਇਸ ਕਰਕੇ ਜੇ ਆਪਾਂ ਇੱਧਰ ਨੂੰ ਗੱਲ ਛੇੜ ਲਈ ਤਾਂ ਬਹੁਤ ਲੰਮੀ ਹੋ ਜਾਣੀ। ਮੈਂ ਤਾਂ ਇਹ ਥੋੜ੍ਹੀ ਜਿਹੀ ਗੱਲ ਛੇੜੀ ਸੀ ਵੀ ਇੱਕ ਵਾਰ ਚਲੋ ਚਰਚਾ 'ਚ ਆ ਜਾਵੇ, ਬਾਕੀ ਸਿਆਣੇ ਲੋਕ ਆਪੇ ਦਾ ਹੱਲ ਕਰ ਲੈਣਗੇ। ਇੱਕ ਮਸਲਾ ਮੈਂ ਹੋਰ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ। ਆਮ ਆਦਮੀ ਪਾਰਟੀ ਪਿਛਲੇ ਦਿਨਾਂ 'ਚ ਵਾਹਵਾ ਚਰਚਾ 'ਚ ਹੈ। ਕਦੀ ਉਹਨਾਂ ਨੇ ਆਪਣਾ ਪੰਜਾਬ ਵਾਲਾ ਢਾਂਚਾ ਭੰਗ ਕਰਤਾ, ਕਦੀ ਉਹ ਜਿਹੜੇ ਸਰਦਾਰ ਜੀ ਜਿਨ੍ਹਾਂ ਨੇ ਕਿ ਚੋਣ ਵੀ ਲੜੀ ਸੀ ਲੰਬੀ ਤੋਂ ਆ ਕੇ ਬਾਦਲ ਸਾਹਿਬ ਅਤੇ ਕੈਪਟਨ ਸਾਹਿਬ ਦੇ ਖਿਲਾਫ, ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਣਾ ਅਤੇ ਉਸ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੀ ਕਹਿ ਲਓ ਮੁਹਿੰਮ ਜਿਹੜੀ ਉਹ ਚਲਾਈ ਜਾਣੀ ਕਿ ਸ਼ਾਇਦ ਕੇਜਰੀਵਾਲ ਹੋਰੀ ਵੀ ਸਿੱਖਾਂ ਨੂੰ ਜਿਹੜਾ ਉਹ ਲਾਂਭੇ ਕਰ ਰਹੇ ਆ। ਅਤੇ ਇਹ ਸਾਰੇ ਕੁਛ ਦੇ ਵਿੱਚ ਹੀ ਭਗਵੰਤ ਮਾਨ ਹੋਰਾਂ ਵੱਲੋਂ ਇਹ ਇਲਜ਼ਾਮ ਲਾ ਦੇਣੇ ਕਿ ਵੀ ਕੈਪਟਨ ਸਾਹਿਬ ਜਿਹੜੇ ਨੇ ਉਹ ਬਹੁਤ ਹੀ ਆਰਾਮ ਤਰੀਕੇ ਨਾਲ ਯਾਨੀ ਕਿ ਸਾਰਾ ਕੁਛ ਸੈੱਟ ਕਰਕੇ ਅਤੇ ਅਕਾਲੀ ਦਲ ਨੂੰ ਜਾਂ ਕਹਿ ਲਓ ਕਿ ਬਾਦਲ ਸਾਹਿਬ ਨੂੰ ਸੱਤਾ ਸੌਂਪਣ ਦੀ ਤਿਆਰੀ ਕਰ ਰਹੇ। ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਇੱਕ ਇੱਕ ਲਾਈਨ ਦੇ ਵਿੱਚ ਪੜ੍ਹਦੇ ਹਾਂ ਤਾਂ ਜ਼ਰੂਰ ਕੰਨ ਜਿਹੇ ਚੱਕੇ ਜਾਂਦੇ ਵੀ ਹੈ ਇੱਦਾਂ। ਤੁਹਾਨੂੰ ਕੀ ਜਾਪਦੀ ਕਹਾਣੀ? ਦੇਖੋ, ਭਗਵੰਤ ਮਾਨ ਹੋਰਾਂ ਦਾ ਤਾਂ ਫਰਜ਼ ਬਣਦਾ, ਡਿਊਟੀ ਇਸ ਲਈ ਬਣਦੀ ਹੈ, 1.5 ਸਾਲ ਤੱਕ ਇਲੈਕਸ਼ਨ ਹੈ। ਜੇ ਦੋਨਾਂ ਧਿਰਾਂ ਨੂੰ ਨਾ ਕੋਸਣਗੇ ਤਾਂ ਗੱਲ ਬਣਨੀ ਨਹੀਂ। ਪਰ ਭਗਵੰਤ ਮਾਨ ਦੀ ਗੱਲ ਦੇ ਵਿੱਚ ਤਰਕ ਹੈਗਾ ਕਿ ਨਹੀਂ ਹੈਗਾ, ਇਹ ਗੱਲ ਸੋਚਣੀ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤਾਂ ਅਕਾਲੀ ਦਲ ਜਿਹੜਾ ਉਹ ਵਿਰੋਧੀ ਧਿਰ ਦੇ ਵਿੱਚ ਹੁੰਦਾ, ਉਹ ਕਹਿੰਦਾ ਕਿ ਭਾਈ ਕੋਈ ਗੱਲ ਨਹੀਂ, ਇਹਨਾਂ ਨੇ ਤਾਂ ਇਲਜ਼ਾਮ ਹੀ ਬੜੇ ਲਾਏ। ਜਿੱਦਾਂ ਹੁਣ ਅਕਾਲੀ ਦਲ ਕਹਿੰਦਾ ਕਿ ਭਾਈ ਜਿੰਨੇ ਪੰਜਾਬ ਦੇ ਵਿਧਾਇਕ ਨੇ ਉਹਨਾਂ ਨੂੰ ਕੈਪਟਨ ਸਾਹਿਬ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਆ ਕਿ ਤੁਸੀਂ 2 ਨੰਬਰ ਦੇ ਕੰਮ ਜਿੰਨੇ ਕਰਨੇ ਆ ਕਰੋ, ਸਾਰਾ ਕੁਝ ਇਹਨਾਂ ਦੇ ਕਹੇ 'ਤੇ ਹੁੰਦਾ। ਅਤੇ ਭਲਕ ਨੂੰ ਜੇ ਅਕਾਲੀ ਦਲ ਦੀ ਸਰਕਾਰ ਆ ਗਈ, ਪਰਚੇ ਕਿਤੇ ਹੋਣੇ ਆ। ਜੇ ਪਰਚੇ ਹੋ ਵੀ ਗਏ ਕਿਤੇ ਸਿਰੇ ਬੰਨੇ ਲੱਗਣੇ ਆ, ਮੁੜ ਕੇ ਤਾਂ ਕੇਸ ਕੂਸ ਆਪੇ ਸਰਕਾਰਾਂ ਵਾਪਸ ਲੈਣੀਆਂ ਹੁੰਦੀਆਂ ਕਿ ਸਾਨੂੰ ਕੁਛ ਨਹੀਂ ਲੱਭਾ ਜੀ ਇਹ 'ਚ। ਕਪਤਾਨ ਸਾਹਿਬ ਵੀ ਜਿੰਨੀ ਦੇਰ 10 ਸਾਲ ਵਿਰੋਧੀ ਧਿਰ 'ਚ ਰਹੇ ਹਨ, ਉਹ ਵਿਰੋਧੀ ਧਿਰ ਦੇ ਵਿੱਚ ਰਹੇ ਆ, ਬੜੇ ਇਲਜ਼ਾਮ ਲਾਏ ਜੀ, ਅਕਾਲੀਆਂ ਨੇ ਆਹ ਕਰਤਾ ਜੀ, ਉਹਨਾਂ ਨੇ ਆਹ ਕਰ ਦਿੱਤਾ ਜੀ, ਇਹਨਾਂ ਨੇ ਸੱਤਾ 'ਚ ਹੁੰਦੇ ਆ। ਪਰ ਹੁਣ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਕਿੰਨੇ ਕੁ ਬੰਦੇ ਚੱਕ ਕੇ ਅੰਦਰ ਦੇ ਦਿੱਤੇ, ਕਿੰਨੇ ਕੁ ਕੇਸਾਂ ਦਾ ਕਿਤੇ ਨਿਪਟਾਰਾ ਹੋ ਗਿਆ। ਉਸ ਪੱਖ ਤੋਂ ਬਹੁਤ ਸਾਰੇ ਲੋਕ ਜਦੋਂ ਭਗਵੰਤ ਮਾਨ ਹੋਰੀ ਇੱਦਾਂ ਦਾ ਬਿਆਨ ਦਿੰਦੇ ਆ, ਸੋਚਦੇ ਜ਼ਰੂਰ ਆ ਕਿ ਭਗਵੰਤ ਮਾਨ ਹੋਰੀ ਠੀਕ ਕਹਿੰਦੇ ਆ ਕਿ ਨਹੀਂ ਕਹਿੰਦੇ। ਹੁਣ ਇਹ ਵੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਬੜਾ ਜ਼ਰੂਰੀ ਹੈ ਸੰਧਾਲੀਆ ਸਾਹਿਬ ਕਿ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਣ ਕਿ ਭਾਈ ਇਹ ਦੋਏ ਪਾਰਟੀਆਂ ਬਦਲ ਕੇ ਰਾਜ ਕਰੀ ਜਾਂਦੀਆਂ, ਨਾ ਤੁਹਾਡਾ ਕੁਝ ਬਣਦਾ ਤੇ ਨਾ ਸਾਡਾ ਕੁਝ ਬਣਦਾ। ਪਰ ਇੱਕ ਗੱਲ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਸੰਧਾਲੀਆ ਸਾਹਿਬ ਨਿਕਲਦੀ ਹੈ ਕਿ ਹੁਣ ਪੰਜਾਬ ਦੀ ਇਕਨੋਮੀ ਨੂੰ ਬਹੁਤ ਬਲ ਮਿਲਣਾ। ਆ ਪੰਜਾਬ ਦੇ ਜਿਹੜੇ ਕਾਰੋਬਾਰ ਥੱਲੇ ਉੱਤੇ ਲੱਗੇ ਆ ਨਾ, ਇਹ ਹੁਣ ਸਮਝ ਲਓ ਕਿ ਉੱਪਰਲੇ ਪਾਸੇ ਨੂੰ ਆ ਗਿਆ। ਉਹਦਾ ਮੈਂ ਇੱਕ ਕਾਰਨ ਦੱਸਣ ਲੱਗਾ। ਜਿੰਨੇ ਚਿੱਟੇ ਕੁੜਤੇ ਪਜਾਮਿਆਂ ਦੇ ਥਾਨ ਜਿਹੜੇ ਆ ਨਾ, ਆ ਬਜਾਜੀ ਦੀਆਂ ਦੁਕਾਨਾਂ ਦੇ ਵਿੱਚ ਪਏ ਆ, ਤੁਸੀਂ ਉਹਨਾਂ ਦਾ ਘੱਟਾ ਘੁੱਟਾ ਝਾੜ ਲਓ, ਕੱਢ ਕੇ ਸੂਟਾਂ ਤੋਂ ਵੀ ਮੂਹਰੇ ਰੱਖ ਲਓ। ਕਿਉਂਕਿ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਜਿਹੜੀ ਹੈ, ਉਹਨਾਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਹੁਦੇਦਾਰ ਬਣਾਉਣੇ ਆ, ਜ਼ਿਲ੍ਹਿਆਂ 'ਚ ਬਣਾਉਣੇ ਆ, ਬਲਾਕਾਂ 'ਚ ਬਣਾਉਣੇ ਆ। ਆਮ ਆਦਮੀ ਪਾਰਟੀ ਨੇ ਵੀ ਕਹਿ ਦਿੱਤਾ ਕਿ ਭਾਈ ਕਾਰਜਕਾਰਨੀ ਸਾਰਾ ਕੁਝ ਭਗਵੰਤ ਮਾਨ ਤੋਂ ਬਿਨਾਂ ਪੰਜਾਬ 'ਚ ਭੰਗ ਆਪਾਂ ਦੁਬਾਰਾ ਕੰਮ ਸ਼ੁਰੂ ਕਰਨਾ ਹੈ। ਬ੍ਰਹਮਪੁਰਾ ਸਾਹਿਬ ਹੋਰੀ ਵੀ ਉਧਰ ਬਾਹਾਂ ਕਮੀਜ਼ ਪਜਾਮੇ ਦੀਆਂ ਟੰਗੀ ਫਿਰਦੇ ਆ ਕਿ ਭਾਈ ਆਪਾਂ ਵੀ ਇੱਧਰਲੇ ਪਾਸੇ ਨੂੰ ਗੱਲ ਲੈ ਜਾਣੀ ਹੈ। ਭਾਰਤੀ ਜਨਤਾ ਪਾਰਟੀ ਨੇ ਅਹੁਦੇਦਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਕਿਸੇ ਤੋਂ ਪਿੱਛੇ ਨਹੀਂ, ਯੂਥ ਵਿੰਗ ਵਾਲੇ ਵੀ ਲੱਗੇ ਆ ਤੇ ਇਸਤਰੀ ਵਿੰਗ ਵਾਲੇ ਵੀ ਲੱਗੇ ਹੋਆ। ਇਸੇ ਤਰੀਕੇ ਕਾਂਗਰਸ ਪਾਰਟੀ ਦੀ ਕਾਰਜਕਾਰਨੀ ਵੀ ਸੰਧਾਲੀਆ ਸਾਹਿਬ ਲੱਗਦਾ ਕਿ ਇਹਨੂੰ ਵੱਟ ਤੇ ਪਈ ਆ, ਕਿਸੇ ਵੇਲੇ ਵੀ ਤਾੜੀ ਮਾਰ ਕੇ ਉਹਨਾਂ ਨੇ ਐਲਾਨ ਦੇਣੀ ਆ, ਫਿਰ ਥੱਲੇ ਤੱਕ ਹੋਊ। ਫਿਰ ਦੇਖੋ ਇਕਨੋਮੀ ਚੱਲਦੀ। ਸਾਡੇ ਲੀਡਰ ਜਿਹੜੇ ਆ ਨਾ ਪੰਜਾਬ ਦੇ, ਉਹ ਬਹੁਤ ਚੰਗੇ ਤਰੀਕੇ ਸੋਚਦੇ ਆ ਕਿ ਸਾਨੂੰ ਘਾਟਾ ਹੋਵੇ, ਸਾਨੂੰ ਵਾਧਾ ਹੋਵੇ, ਅਸੀਂ ਪੰਜਾਬ ਵਿੱਤੀ ਤੌਰ ਤੇ ਥੱਲੇ ਨਹੀਂ ਰਹਿਣ ਦੇਣਾ। ਕੁੜਤੇ ਪਜਾਮੇ ਵਿਕਣਗੇ, ਦਰਜੀ ਨੂੰ ਕੰਮ ਮਿਲੂਗਾ, ਨਵੇਂ ਪੋਸਟਰ ਲੱਗਣਗੇ, ਫੋਟੋਗ੍ਰਾਫਰਾਂ ਕੋਲ ਜਾ ਕੇ ਹੱਥ ਜੋੜ ਕੇ ਤਸਵੀਰਾਂ ਖਿਚਵਾਈਆਂ ਜਾਣਗੀਆਂ, ਨਵੀਆਂ ਲੱਗਣਗੀਆਂ। ਆ ਨੰਬਰ ਪਲੇਟਾਂ ਦੇ ਉੱਪਰ ਜਿਹੜੀ ਲਾਲ ਰੰਗ ਦੇ ਵਿੱਚ ਭਾਵੇਂ ਕਾਨੂੰਨੀ ਤੌਰ ਤੇ ਪ੍ਰਵਾਨਗੀ ਹੈਗੀ ਕਿ ਨਹੀਂ ਹੈਗੀ, ਉੱਥੇ ਵੀ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਸੰਯੁਕਤ ਸਕੱਤਰ, ਫਲਾਨਾ ਜੀ। ਦੇਖੋ ਤਾਂ ਕੰਮ ਕਿੱਦਾਂ ਵਧਣਾ ਹੈ। ਬਾਟ ਸਾਹਿਬ, ਇਹ ਜੇ ਨਾ ਸਾਰਾ ਕੁਝ ਹੋਵੇ ਤਾਂ ਫਿਰ ਭਾਈ ਸਾਹਿਬ ਪੰਜਾਬ ਚੱਲ ਨਹੀਂ ਸਕਦਾ। ਦੇਖੋ ਇਹ ਸਾਰਾ ਕੁਝ ਤਾਂ ਇੱਦਾਂ ਹੋਣਾ ਹੀ ਆ। ਜਿਵੇਂ ਇਲੈਕਸ਼ਨ ਨੇੜੇ ਆਉਣੀ ਆ, ਤਿਵੇਂ ਇਹ ਸਾਰਾ ਕੁਝ ਗਰਮ ਹੋ ਜਾਣਾ। ਪਰ ਇਹ ਮੈਂ ਚਰਚਾ ਤਾਂ ਛੇੜੀ ਸੀ, ਸਵਾਲ ਮੈਂ ਤਾਂ ਛੇੜਿਆ ਸੀ ਕਿ ਜਿਹੜੀ ਭਗਵੰਤ ਮਾਨ ਹੋਰਾਂ ਨੇ ਵਿਰੋਧੀਆਂ ਦੇ ਉੱਪਰ, ਜਿੱਦਾਂ ਤੁਸੀਂ ਕਿਹਾ ਕਿ ਕਾਂਗਰਸ ਪਾਰਟੀ ਦੇ, ਅਕਾਲੀ ਦਲ ਦੇ ਉੱਪਰ ਉਹਨਾਂ ਨੇ ਆਪਣੇ ਵੱਲੋਂ ਬਿਆਨ ਦਾਗਣਾ ਸੀ, ਉਹ ਬਿਆਨ ਵਾਲਾ ਗੋਲਾ ਸੁੱਟਿਆ। ਉਸੇ ਤਰ੍ਹਾਂ ਦੇ ਕੋਈ ਨਾ ਕੋਈ ਬਿਆਨ ਹੁਣ ਜਿਹੜਾ
ਆਮ ਆਦਮੀ ਪਾਰਟੀ ਤੇ ਵੀ ਤੇ ਸੁੱਟਿਆ ਜਾ ਰਿਹਾ। ਮੈਂ ਉਹ ਜਿਹੜਾ ਜਰਨੈਲ ਸਿੰਘ ਵਾਲਾ ਮਾਮਲਾ ਸੀ ਕਿ ਜਿਹਨੂੰ ਇਹ ਰੰਗਤ ਦਿੱਤੀ ਜਾ ਰਹੀ ਹੈ ਜਾਂ ਉਹ ਹੈਗੀ ਹੈ ਕਿ ਨਹੀਂ ਹੈਗੀ ਮੈਨੂੰ ਪਤਾ ਨਹੀਂ, ਕਿ ਸਿੱਖਾਂ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਹੋਰੀ ਜਿਹੜੇ ਨੇ ਉਹ ਕੁਝ ਡਿਫਰੈਂਟ ਤਰ੍ਹਾਂ ਦੀ ਸੋਚ ਰੱਖਦੇ ਆ, ਕਿਉਂਕਿ ਇਹ ਵੀ RSS ਦੀ ਬੀ ਟੀਮ ਆ। ਮੈਂ ਤਾਂ ਕਰਕੇ ਉਹ ਗੱਲ ਛੇੜੀ ਸੀ ਵੀ ਭਗਵੰਤ ਮਾਨ ਹੋਰਾਂ ਨੇ ਇਹ ਬਿਆਨ ਇਸ ਕਰਕੇ ਦਿੱਤਾ ਕਿ ਉਹ ਚਰਚਾ ਉਧਰਲੇ ਪਾਸੇ ਨੂੰ ਵੀ ਚੱਲ ਰਹੀ ਹੈ, ਕਿਉਂਕਿ ਹੁਣ ਹੌਲੀ ਹੌਲੀ, ਕਿਉਂਕਿ ਇਹ ਵੀ ਤਾਂ ਕਾਰਨ ਹੁੰਦਾ ਨਾ ਪੋਲੀਟੀਕਲ ਪਾਰਟੀਆਂ ਦਾ ਕਿ ਬਿਆਨ ਹੀ ਇਸ ਤਰ੍ਹਾਂ ਦੇ ਦੇ ਦਿਓ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਸੁੰਨ ਹੋ ਕੇ ਬਹਿ ਜਾਵੇ ਵੀ ਯਾਰ ਇਹਨਾਂ ਗੱਲਾਂ ਦੇ ਵਿੱਚੋਂ ਸੱਚੀ ਗੱਲ ਕਿਹੜੀ ਹੈ, ਮੈਂ ਕਿਹਤੇ ਯਕੀਨ ਕਰਾਂ। ਦੇਖੋ ਇਹ ਬੜੀ ਤੁਹਾਡੀ ਗੱਲ ਜਿਹੜੀ ਸਿਆਣੀ ਹੈ, ਕਿਉਂਕਿ ਪਿੰਡ ਦੇ ਵਿੱਚ ਨਾ ਊਂ ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਦੋ ਚਾਰ ਬੰਦਿਆਂ ਕੋ ਆ ਮੁੰਡਾ ਤਾਂ ਚੰਗਾ ਆ ਫਲਾਨਿਆਂ ਦਾ, ਪੜ੍ਹਨ ਲਿਖਣ ਨੂੰ ਵੀ ਚੰਗਾ ਆ, ਬੁਲਾਉਂਦਾ ਵੀ ਜੀ ਕਰਕੇ ਆ, ਪਰ ਨਾ ਕਦੀ ਕਦੀ ਮੈਨੂੰ ਐਂ ਲੱਗਦਾ ਹੁੰਦਾ, ਕਦੀ ਕਦੀ ਇਹ ਹੱਸਦਾ ਰਹਿੰਦਾ, ਕਦੀ ਕਦੀ ਚੁੱਪ ਹੁੰਦਾ, ਕੁਝ ਖਾਂਦਾ ਪੀਂਦਾ ਤਾਂ ਨਹੀਂ। ਉਹ ਭਾਵੇਂ ਕੁਝ ਵੀ ਨਾ ਕਰਦਾ ਹੋਵੇ, ਰੋਟੀ ਵੀ ਭਾਵੇਂ ਘਰਦਿਆਂ ਨੂੰ ਦਿਖਾ ਖਾਂਦਾ ਹੋਵੇ ਕਿ ਮੈਂ ਮੁੱਠਾਂ ਦੀ ਦਾਲ ਨਾਲ ਰੋਟੀ ਖਾਣ ਲੱਗਾ, ਊਂ ਹੀ ਸ਼ੱਕ ਪੈਦਾ ਕਰ ਦੇਣੀ। ਉਹ ਮੇਰੇ ਵਰਗੇ ਨੂੰ ਊਂ ਹੀ ਲੱਗਣਾ। ਅਗਲਾ ਭਾਵੇਂ ਕੋਈ ਸੋਚਦਾ ਤੁਰਿਆ ਜਾਂਦਾ ਵੀ ਨਹੀਂ ਅੱਜ ਇਹ ਚੁੱਪ ਆ, ਜੇ ਕਿਤੇ ਉਹਨੇ ਹੱਸ ਕੇ ਬੁਲਾ ਲਿਆ, ਦੇਖਿਆ ਅੱਜ ਕਿੱਦਾਂ ਖਿੜਿਆ, ਸੱਚੀ ਕੋਈ ਨਾ ਕੋਈ ਕੀਤਾ ਹੋਣਾ। ਇਹ ਸਾਡੇ ਸਿਆਸੀ ਪਾਰਟੀਆਂ ਦੇ ਲੀਡਰ ਵੀ ਨਾ ਵਿਰੋਧੀ ਪਾਰਟੀਆਂ ਦੇ ਉੱਤੇ ਇੱਦਾਂ ਦੇ ਨਿਸ਼ਾਨੇ ਲਾਉਂਦੇ ਆ ਕਿ ਲੋਕਾਂ ਦੀ ਨਿਗਾਹ ਦੇ ਵਿੱਚ ਜਿਹੜੀ ਉਹ ਸ਼ੱਕ ਪੈਦਾ ਹੋ ਜਾਏ। ਆਮ ਆਦਮੀ ਪਾਰਟੀ ਵਾਲੇ ਵੀ ਕਈ ਵਾਰੀ ਕਰ ਦਿੰਦੇ ਆ, ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਕੀਤਾ ਹੀ ਹੈ ਨਾ ਜੀ। ਦੇਖੋ ਮੈਂ ਤਾਂ ਹੀ ਗੱਲ ਛੇੜੀ ਵੀ ਆਮ ਆਦਮੀ ਪਾਰਟੀ ਨੇ ਇਹ ਸ਼ੱਕ ਪੈਦਾ ਕਰਤਾ ਕਿ ਜਿੱਦਾਂ ਬੜੀ ਚਿਰ ਤੋਂ ਚਰਚਾ ਜਿਹਦਾ ਕਰਕੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਲਾਂਭੇ ਬੈਠਿਆ ਕਿ ਸ਼ਾਇਦ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹ ਆਪਸ 'ਚ ਰਲੀ ਹੈ, ਤੇ ਹੁਣ ਇਹ ਸ਼ੱਕ ਪੈਦਾ ਹੋ ਗਿਆ ਕਿ ਜੇ ਪੰਜਾਬੀ RSS ਦੇ ਨਾਮ ਤੋਂ ਕਈ ਵਾਰਾਂ ਸੋਚਦੇ ਨੇ, ਖਾਸ ਕਰਕੇ ਜਿਹੜੀ ਸਿੱਖ ਆਬਾਦੀ ਆ ਉਹਨੂੰ RSS ਦੇ ਨਾਮ ਤੋਂ ਡਰ ਜਿਹਾ ਲੱਗਦਾ, ਡਹਿਲ ਜਿਹਾ ਲੱਗਦਾ। ਜੋ ਪਿਛਲੇ ਦਿਨਾਂ ਦੇ ਵਿੱਚ ਉਹ ਸਾਬਕਾ ਜਥੇਦਾਰ ਦਾ ਬਿਆਨ ਵੀ ਆ ਗਿਆ ਸੀ, ਜੋ ਮੋਦੀ ਸਾਹਿਬ ਨੇ ਵੀ ਕਿਹਾ ਸੀ, ਉਹ ਸਾਰੇ ਕੁਛ ਨੂੰ ਵੀ ਆਪਾਂ ਵਿੱਚ ਰਲਾ ਲਈਏ ਤਾਂ ਇਹ ਇੱਕ ਬਿਆਨ ਆ ਜਾਣਾ ਕਿ ਹਾਂਜੀ ਜੇ ਆਸ ਉਮੀਦ ਦੀ ਕਿਰਨ ਪੰਜਾਬੀ ਕੇਜਰੀਵਾਲ 'ਚ ਦੇਖਦੇ ਤੇ ਕੇਜਰੀਵਾਲ ਨੂੰ ਤੁਸੀਂ RSS ਨਾਲ ਜੋੜ ਦਿਓ ਤੇ ਨਾਲ ਹੀ ਸਿੱਖ ਵਿਰੋਧੀ ਬਣਾ ਦਿਓ। ਇਹ ਮੈਂ ਤਾਂ ਕਰਕੇ ਕਹਿੰਦਾ ਸੀ ਵੀ ਇਹ ਦੋ ਬਿਆਨ ਨੇ ਅਲੱਗ-ਅਲੱਗ, ਇਹਨਾਂ ਦੇ ਵਿੱਚ ਫਸ ਜਾਂਦਾ ਦਿਮਾਗ ਜਾ ਕੇ ਵੀ ਕਿਹਨੂੰ ਸੱਚ ਮੰਨੀਏ। ਦੇਖੋ ਸੰਧਾਲੀਆ ਸਾਹਿਬ, ਸੱਚ ਝੂਠ ਕੀ ਹੈ ਇਹ ਤਾਂ ਹੁਣ ਸਿਆਸੀ ਲੀਡਰ ਜਾਣਦੇ ਆ, ਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇੱਦਾਂ ਦੇ ਮਸਲਿਆਂ 'ਚ ਕਸੂਤੀ ਫਸ ਜਾਂਦੀ ਹੈ। 2017 ਵਾਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਵੀ ਤੁਹਾਨੂੰ ਚੇਤਾ ਹੋਣਾ ਕਿ ਇੱਕ ਵਾਰੀ ਕੇਜਰੀਵਾਲ ਸਾਹਿਬ ਆਏ ਸੀ ਮਾਲਵੇ ਦੇ ਇੱਕ ਸ਼ਹਿਰ ਦੇ ਵਿੱਚ, ਇੱਕ ਘਰ ਦੇ ਵਿੱਚ ਰੁਕੇ ਸੀ। ਕੀ ਪ੍ਰਚਾਰ ਹੋਇਆ ਸੀ ਉਦੋਂ ਕਿ ਕੇਜਰੀਵਾਲ ਸਾਹਿਬ ਕਿਹੜੇ ਬੰਦੇ ਦੇ, ਕਿਹੜੀ ਵਿਚਾਰਧਾਰਾ ਵਾਲਾ ਬੰਦੇ ਦੇ ਘਰੇ ਰੁਕ ਗਏ, ਪਤਾ ਨਹੀਂ ਉਹਨਾਂ ਨੂੰ ਪਤਾ ਸੀ ਕਿ ਨਹੀਂ ਪਤਾ ਸੀ। ਉਹਦੇ ਤੋਂ ਬਾਅਦ ਇੱਕਦਮ ਹਵਾ ਬਦਲੀ ਸੀ। ਹੁਣ ਵੀ 1.5 ਸਾਲ ਰਹਿ ਗਿਆ, ਆਮ ਆਦਮੀ ਪਾਰਟੀ ਵਾਲੇ ਐਨ ਬਹਿ ਕੇ ਜ਼ੋਰ ਲਾਈ ਜਾਂਦੇ ਆ ਕਿ ਭਾਈ ਅਸੀਂ ਮੁੱਖ ਮੁਕਾਬਲੇ ਦੇ ਵਿੱਚ ਆਈਏ। ਉਸ ਵੇਲੇ ਆ ਜਦੋਂ ਹੁਣ ਜਰਨੈਲ ਸਿੰਘ ਹੋਰਾਂ ਦਾ ਬਿਆਨ ਆਇਆ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਬਹੁਤ ਵੱਡੀ ਦੁਚਿੱਤੀ 'ਚ ਸੀ। ਇੱਕ ਪਾਸੇ ਦਿੱਲੀ ਦੀਆਂ ਨਿਗਮ ਚੋਣਾਂ ਦੇ ਉੱਤੇ ਉਹਨਾਂ ਦਾ ਸੰਧਾਲੀਆ ਸਾਹਿਬ ਪੂਰਾ ਧਿਆਨ ਹੈ। ਹੁਣ ਦਿੱਲੀ ਦੀਆਂ ਨਿਗਮ ਚੋਣਾਂ ਦੇ ਲਈ ਜੇ ਵੋਟਾਂ ਪੈਣੀਆਂ ਭਾਵੇਂ ਸਾਲ ਨੂੰ ਪੈਣ, 1.5 ਸਾਲ ਨੂੰ ਪੈਣ, 6 ਮਹੀਨਿਆਂ ਨੂੰ ਪੈਣ, ਉੱਥੇ ਸਾਰੇ ਭਾਈਚਾਰੇ ਦੀਆਂ ਵੋਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਰਲ ਕੇ ਚੱਲਣਾ ਹੈ। ਦੂਸਰੇ ਪਾਸੇ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੈ, ਇੱਥੇ ਵੀ ਆਪਾਂ ਨੂੰ ਪਤਾ ਹੈ ਕਿ ਭਾਈ ਕਿਹੜਾ ਭਾਈਚਾਰਾ ਤੇ ਉਹਦੀਆਂ ਵੋਟਾਂ, ਕਿਉਂਕਿ ਸਿਆਸੀ ਪਾਰਟੀਆਂ ਗ੍ਰਾਫ ਬਣਾ ਕੇ ਦੇਖਦੀਆਂ ਹੁੰਦੀਆਂ ਕਿ ਇਸ ਧਰਮ ਦੇ, ਇਸ ਫਲਾਣੇ ਭਾਈਚਾਰੇ ਦੇ, ਇਸ ਖਿੱਤੇ ਦੇ, ਇਸ ਕਿੱਤੇ ਦੇ ਇੰਨੇ ਬੰਦੇ ਨੇ। ਪਰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜੇ ਤਾਂ ਆਮ ਆਦਮੀ ਪਾਰਟੀ ਨੇ ਹੁਣ ਕਾਰਵਾਈ ਕਰ ਦਿੱਤੀ ਹੈ, ਗੱਲ ਇੱਧਰਲੇ ਪਾਸੇ ਨੂੰ ਤੁਰ ਪਈ। ਜੇ ਆਮ ਆਦਮੀ ਪਾਰਟੀ ਥੋੜ੍ਹੀ ਜਿਹੀ ਨਰਮ ਰਹਿੰਦੀ, ਥੋੜ੍ਹੀ ਜਿਹੀ ਢਿੱਲੀ ਰਹਿੰਦੀ, ਤਾਂ ਫਿਰ ਗੱਲ ਦੂਜੇ ਪਾਸੇ ਨੂੰ ਤੁਰ ਪੈਣੀ ਸੀ ਕਿ ਭਾਈ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ, ਹੁਣ ਫਲਾਣਾ ਭਾਈਚਾਰਾ ਨਾਰਾਜ਼ ਹੋ ਜਾਊਗਾ। ਇਸ ਵੇਲੇ ਬੜੀ ਔਖੀ ਸਥਿਤੀ ਹੈ। ਆਮ ਆਦਮੀ ਪਾਰਟੀ ਨਿਕਲ ਸਕੂਗੀ ਬਾਹਰ ਕਿ ਨਹੀਂ ਨਿਕਲ ਸਕੂਗੀ, ਇਹ ਹੁਣ ਉਹਨਾਂ ਦੀ ਸਿਆਣਪ ਦੇ ਉੱਤੇ ਨਿਰਭਰ ਕਰਦਾ ਹੈ। ਬਿਲਕੁਲ ਸਹੀ। ਬਾਠ ਸਾਹਿਬ ਲਓ ਗੱਲਾਂ ਬਾਤਾਂ ਕਰਦੇ ਹਾਂ। ਆਪਣਾ ਸਮਾਂ ਜਿਹੜਾ ਉਹ ਵੀ ਕਹਿੰਦੇ ਵੀ ਪੂਰਾ ਹੋ ਗਿਆ ਤੇ ਤੁਸੀਂ ਸਮਾਂ ਕੱਢਿਆ, ਤੁਹਾਡਾ ਬੜਾ ਧੰਨਵਾਦ। ਤੇ ਕੋਈ ਕੈਨੇਡਾ ਦੇ ਕੋਈ ਉਹ ਝੋਲੇ ਵਾਲੀ ਚਾਹ ਚੂਹ ਦਾ ਡੱਬਾ ਹੀ ਘਲਾ ਦਿਓ ਯਾਰ ਕਿਸੇ ਦੇ ਹੱਥ ਕੋਲ, ਅਸੀਂ ਵੀ ਪੀ ਕੇ ਵੇਖ ਲਈਏ। ਨਹੀਂ ਆਹ ਤਾਂ ਫਿਰ ਗੱਲ ਮਾੜੀ ਆ ਨਾ। ਇਹ ਗੱਲ ਉਹ ਹੁੰਦੀ ਆ ਕਿ ਭਾਈ ਭਾ ਤੂੰ ਇਦਾਂ ਕਰਦੇ ਆ, ਉਹ ਭੇਜਦੇ, ਇਦਾਂ ਨਹੀਂ ਕਦੀ ਕਿਹਾ ਕਿ ਦੇਖੇ ਵੀ ਕਿਤੇ ਕਹਿੰਦੇ ਹੁੰਦੇ ਆ ਕਿ ਭਾਈ ਮੂੰਹ ਸੀ ਲਿਆ ਗੁਰਪ੍ਰੀਤ ਸੰਧੇਵਾਲੀਏ ਨੇ, ਇਦਾਂ ਨਹੀਂ ਕਿਹਾ ਕਿ ਭਾ ਆ ਜਾ ਇੱਥੇ ਇਕੱਠੇ ਬਹਿ ਕੇ ਦੋਨੇ ਜਣੇ ਚਾਹ ਪੀਏ ਗੁੜ ਦੀ ਤੇ ਨਾਲ ਬਿਸਕੁਟ ਦੋ ਖਾਈਏ। ਡੱਬੇ ਦੇ ਕੀ ਆ, ਡੱਬਾ ਤਾਂ ਸਵੇਰੇ ਭੇਜ ਦਿੰਦੇ ਆ। ਚਲੋ ਠੀਕ ਆ, ਹੁਣ ਮੈਂ ਡੱਬਾ ਤੁਹਾਡਾ ਠੀਕੂਗਾ। ਤੁਸੀਂ ਸਮਾਂ ਕੱਢਿਆ, ਤੁਹਾਡਾ ਬੜਾ ਧੰਨਵਾਦ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਧੰਨਵਾਦ। ਲਓ ਜੀ, ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਆਪਣਾ ਉਹ ਲਾਈਕ ਵਾਲਾ ਬਟਨ ਵੀ ਦੱਬਿਆ ਕਰੋ ਤੇ ਸਾਡੀਆਂ ਇਹਨਾਂ ਗੱਲਾਂ ਬਾਤਾਂ ਨੂੰ, ਜਿਹੜੀ ਵੀ ਚੀਜ਼ ਤੁਹਾਨੂੰ ਸਹੀ ਲੱਗੇ ਉਹ ਤੁਸੀਂ ਜ਼ਰੂਰ ਅੱਗੇ ਸ਼ੇਅਰ ਵੀ ਕਰਿਆ ਕਰੋ। ਤੇ ਪ੍ਰਾਈਮ ਏਸ਼ੀਆ TV ਨੂੰ ਪਿਆਰ ਮੁਹੱਬਤ ਕਰਨ ਲਈ ਬਹੁਤ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।